मैं प्रेम दा प्याला पी आया, एक पल में सदियां जी आया, सारी मधुशाला पी आया, एक पल में सदियां जी आया, मैं भी आया, मैं भी आया, मैं प्रेम प्याला भी आया, मैं जी आया, ओ रंदा जोगी, ओ रंदा जोगी। ਮੈਨੂੰ ਲੱਗਦਾ ਜੀ ਸਕੂਨ ਤਾਂ ਮੈਨੂੰ ਯਾਦ ਆ ਕਿ ਬਚਪਨ ਵਾਲੇ ਸਕੂਨ ਯਾਦ ਆ। ਉਸ ਤੋਂ ਬਾਅਦ ਜਦੋਂ ਕੰਮਾਂ ਕਾਰਾਂ ਦੇ ਵਿੱਚ ਮੈਨੂੰ ਇਦਾਂ ਹੀ ਹੁੰਦਾ, ਸਵੇਰੇ ਉੱਠ ਕੇ ਆਹ ਕੰਮ ਕਰਨਾ ਜਾਂ ਕਰਨਾ। ਦਲਜੀਤ ਭਾਜੀ ਦੀਵਾਰ ਮੋਹਰੇ ਖੜਾ ਸੀ, ਹਨਾ, ਖੜੇ ਸੀ ਉਹ, ਉਹਨਾਂ ਨੇ ਆਏ ਦੀਵਾਰ ਚੱਕੋਈ ਤੇ ਉਹਨਾਂ ਨੇ ਮੈਨੂੰ ਚੱਕ ਲਿਆ ਨਾਲੇ ਆ। ਮੈਂ ਰੋਣ ਲੱਗ ਗਿਆ ਬਹੁਤ। ਮੇਰੀ ਮੰਮੀ ਹੈ ਹੁਣੀ ਆਏ, ਸਾਰੇ ਆ ਗਏ ਕਿ ਕੀ ਹੋਇਆ, ਸਾਰੇ ਕ੍ਰੀਏਟਿਵ ਟੀਮ ਆ ਗਈ ਕਿ ਕੀ ਚੱਕਰ ਪੈ ਗਿਆ। ਮੈਂ ਕਿਹਾ ਜੀ ਮੇਰਾ ਗਲਾ ਨਹੀਂ ਚੱਲਦਾ, ਤੇ ਉਹਦੇ ਵਿੱਚ ਘੇ ਪਾ ਕੇ ਨਾ ਕਿ ਤੂੰ ਪੀ ਜਾ, ਕੋਈ ਗੱਲ ਨਹੀਂ, ਕੁਛ ਨਹੀਂ ਹੋਣਾ। उधर ना मिट्टी डेपी बाले तो मेरे ऊपर। मैं क्या मम्मी ते मम्मी कहती हुण तां बाले भी टुटण वाले। डैडी थोड़ा घट खोलदे, पर उन्हां नूं इदां हुण देखो फोन ते मेरी फोटो, WhatsApp DP मेरी, अच्छा, ते गाने दा स्टेटस मेरा, है ना, मेरा मुंडा जां मेरा इदां लिख के कि बेटा मेरा इदां हुण प्राउड फील करदा। हां, आईडी बना के मैनूं फॉलो कर देना चाहंदा, मैनूं उत्थों भेजी जाना कि ऑल द बेस्ट, है ना। मेरा तां अख भर जांदी कई वेले, है ना, कई वेले मैं सच्ची बिजी नहीं हुंदा। वैसे ही तो कह होंदा कि मम्मी बाद च करना, कई वेले बंदे नूं उदां मन भर जांदा कि नहीं गल करनी उन्हां नाल, है ना। तो बेसिकली मैनूं इदां लगदा कि इंडस्ट्री दे विच बहुत घੱਟ लोग ने ਜਿਹੜੇ ਸੱਚੀ ਤੁਹਾਨੂੰ ਦਿਲ ਤੋਂ ਸਪੋਰਟ ਕਰਦੇ ਜੀ। ਤੁਹਾਨੂੰ ਫੇਸ ਤੇ ਤਾਂ ਬਹੁਤ ਕੁਝ ਵਧੀਆ ਕਹਿਣਗੇ, ਪਰ ਜਦੋਂ ਤੁਸੀਂ ਨਿਕਲੋਗੇ ਨਾਲ ਹੀ ਤੁਹਾਡੀ ਮਤਲਬ ਲਾਪਾ ਕਰਨੀ ਪੂਰੀ ਜੀ। ਆਬਵੀਅਸਲੀ ਉਹ ਸਮਾਂ ਬਹੁਤ ਜ਼ਿਆਦਾ ਕੌੜਾ ਘੁੱਟ ਭਰਨ ਵਾਲਾ ਹੁੰਦਾ ਹੈ। ਯਾਰ ਇਹਨੂੰ ਰਹਿਣ ਦੇ ਯਾਰ, ਇਦਾਂ ਮਤਲਬ ਮੈਂ ਬਹੁਤ ਵਾਰੀ ਦੇਖਿਆ ਯਾਰ ਇਹਦਾ ਗਾਣਾ ਨਹੀਂ। ਹੁਣ ਆਪਾਂ ਕਿਸੇ ਨੂੰ ਕੀ ਸਮਝਾ ਸਕਦੇ ਹਾਂ? ਤੁਸੀਂ ਕਦੀ ਕਿਸੇ ਨੂੰ, ਮੈਂ ਜਿੰਨਾ ਮਰਜ਼ੀ ਦਿਲ ਖੋਲ ਕੇ ਰੱਖ ਦੋ ਸਾਹਮਣੇ, ਨਹੀਂ ਸਮਝਾ ਸਕਦੇ। ਅਗਲੇ ਨੇ ਹੱਸ ਕੇ ਚੱਲ ਜਾਣਾ ਕਿ ਸਾਡੇ ਫੁੱਦੂ ਗੱਲ ਕਰਦਾ ਜਾਂ ਕੋਈ ਪਾਗਲ ਹੀ ਹੈ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਲਾ ਨਾਲੋਂ ਜ਼ਿਆਦਾ ਵੱਡਾ ਪੈਸਾ ਹੋ ਚੁੱਕਿਆ? ਪੈਸਾ ਵੀ ਵੱਡਾ ਹੈ, ਮੈਨੂੰ ਇਦਾਂ ਲੱਗਦਾ ਕਿਸਮਤ ਤੋਂ ਵੱਡਾ ਨਹੀਂ ਹੈ। ਬੈਨੇਟ ਦੋਸਾਂਝ ਜ਼ਿੰਦਗੀ 'ਚ ਪਾਗਲ ਕਦੋਂ ਹੋਇਆ? ਆਪਣੇ ਕੈਰੀਅਰ ਨੂੰ ਲੈ ਕੇ ਨਾ, ਤੇ ਦੂਜਾ ਪਾਗਲਪਨ ਇਹ ਹੋ ਜਾਂਦਾ ਜਦੋਂ ਤੁਹਾਨੂੰ ਚੀਜ਼ ਨਹੀਂ ਮਿਲਦੀ। ਤੁਸੀਂ ਸੋਚੀ ਹੋਊ ਆਰਟਿਸਟ ਕੋਲ ਟਾਈਮ ਕੀ ਹੁੰਦਾ ਜਦੋਂ ਤੁਸੀਂ ਸਾਡੀ ਵੈਲਿਊ ਆ, ਤੁਸੀਂ ਵੈਲਿਊ ਨੂੰ ਕੈਸ਼ ਕਿਵੇਂ ਕਰਨਾ? ਹਾਂ, ਅਗਰ ਤੁਸੀਂ ਨਹੀਂ ਕੈਸ਼ ਕੀਤਾ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਵੇਸਟ ਕਰ ਲਿਆ। ਤੇ ਫਿਰ ਸਟੱਡੀ ਦੇ ਵਿੱਚ ਮੈਂ ਅਵਾਰਡ ਹਮੇਸ਼ਾ ਫਸਟ ਆਉਣਾ, ਮੈਂ ਰਿਕੁਐਸਟ ਲੈ ਕੇ ਆਉਣੀ ਕਿ ਹਾਂ ਮੈਨੂੰ ਕਹਿ ਨਾ ਦੇਣ ਘਰ ਦੇ ਕਿ ਹਟ ਜਾ ਹੁਣ ਪੜ੍ਹਨ। ਸ਼ਰਾਰਤੀ ਬਹੁਤ ਸੀ। ਕੰਪਿਊਟਰ ਐਪਲੀਕੇਸ਼ਨ ਦੀ ਮੈਡਮ ਨੂੰ ਬਹੁਤ ਮਤਲਬ ਫੁੱਲ ਦੇ ਦੇਣਾ ਕਦੀ ਜਾ ਕੇ ਨਾ, ਮਤਲਬ तुम्हें दिल लगी वो जानी पड़ेगी, मोहब्बत की राहों में आकर तो देखो। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਹਰ ਕੋਈ ਮਿਹਨਤ ਕਰਦਾ ਹੈ ਔਰ ਉਸ ਦੀ ਮਿਹਨਤ ਨੂੰ ਫਲ ਵੀ ਲੱਗਦੇ ਨੇ, ਪਰ ਕਈ ਵਾਰ ਪਰਮਾਤਮਾ ਦਾ ਸਮਾਂ ਥੋੜਾ ਜਿਹਾ ਲੇਟ ਹੋ ਜਾਂਦਾ ਹੈ। ਇਸ ਕਰਕੇ ਸਟਰਗਲ ਦੀ ਜਿਹੜੀ ਵੇਟਿੰਗ ਹੈ ਉਹ ਜ਼ਿਆਦਾ ਲੰਬੀ ਹੋ ਜਾਂਦੀ ਹੈ। ਲੇਕਿਨ ਸਾਡੇ ਨਾਲ ਇੱਕ ਇਹੋ ਜਿਹੇ ਕਲਾਕਾਰ ਮੌਜੂਦ ਨੇ ਜਿਨ੍ਹਾਂ ਦੀ ਆਵਾਜ਼ ਹੀ ਉਹਨਾਂ ਦੀ ਪਹਿਚਾਣ ਹੈ, ਔਰ ਉਹਨਾਂ ਦੀ ਪਹਿਚਾਣ ਇਸ ਟਾਈਮ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਜਿਹੀ ਤਾਂ ਬਣ ਚੁੱਕੀ ਹੈ ਕਿ ਉਹਨਾਂ ਨੂੰ ਸੁਣ ਕੇ ਮਜ਼ਾ ਆਉਂਦਾ ਹੈ। ਸੋ ਬਿਲਕੁਲ ਗੱਲਬਾਤ ਕਰਨਾ ਚਾਹਾਂਗੇ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਹੁਣੇ ਸਕੂਨ ਮਿਲਿਆ ਤੇ ਤੁਹਾਡੇ ਲਈ ਵੀ ਸਕੂਨ ਹੀ ਲੈ ਕੇ ਆਏ ਨੇ। ਸਤਿ ਸ਼੍ਰੀ ਅਕਾਲ ਬੈਨੇਟ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਪੀਪੀ ਆਊਟ ਹੋਈ ਹੈ? ਆਮ ਵੈਰੀ ਗੁੱਡ। ਸਕੂਨ, ਹਾਂਜੀ, ਸਕੂਨ ਕਿੰਨਾ ਹੈ? ਸਕੂਨ ਮੈਨੂੰ ਲੱਗਦਾ ਜੀ ਸਕੂਨ ਅੰਦਰ ਚਾਹੀਦਾ, ਤੇ ਬਾਹਰ ਵੀ ਆਪਾਂ ਤਾਂ ਹੀ ਦੱਸ ਸਕਦੇ ਹਾਂ ਕਿ ਸਾਨੂੰ ਸਕੂਨ ਹੈ ਨਾ। ਤੇ ਅੰਦਰਲੀ ਗੱਲ ਮੈਨੂੰ ਲੱਗਦਾ ਜ਼ਿਆਦਾ ਵਧੀਆ ਲੱਗਦੀ ਹੈ ਜਦੋਂ ਤੁਸੀਂ ਅੰਦਰੋਂ ਖੁਦ ਪਹਿਲਾਂ ਅਚੀਵ ਕਰਦੇ ਹੋ, ਫਿਰ ਦੂਜੇ ਨੂੰ ਦੱਸੀਏ ਕਿ ਆਪਾਂ ਸਕੂਨ ਇੰਨਾ ਹੈ ਨਾ ਜੀ। ਤੇ ਇਹ ਸਬਰ ਹੈ, ਸਬਰ 'ਚ ਸਕੂਨ ਸੀ। ਮੈਨੂੰ ਲੱਗਦਾ ਕਿ ਬਹੁਤ ਸਬਰ ਕੀਤਾ ਸਾਰਿਆਂ ਨੇ, ਤੇ ਅੱਜ ਅਸੀਂ ਸਕੂਨ ਪਹਿਲਾਂ ਖੁਦ ਕ੍ਰੀਏਟ ਕੀਤਾ ਅੰਦਰੋਂ, ਫਿਰ ਆਪਾਂ ਲੋਕਾਂ ਨੂੰ ਦਿੱਤਾ ਹੈ। ਗਾਣੇ ਦੇ 4 ਗਾਣੇ ਹੈ? ਹਾਂਜੀ, ਪਾਗਲ, ਝਾਂਜਰਾਂ, ਜੁਗਨੂ, ਹੈ ਨਾ। ਸੋ ਇਹ 4 ਗਾਣੇ ਇੰਨੇ ਖੁਸ਼ਕਿਸਮਤੀ ਇਹਨਾਂ 4 ਗਾਣਿਆਂ ਦੇ ਕਿਵੇਂ ਬਣੇ ਕਿ ਇਹੀ 4 EP 'ਚ ਲਏ ਗਏ ਨੇ? ਮੈਨੂੰ ਲੱਗਦਾ 1.5-2 ਸਾਲ ਹੋ ਗਏ। ਮੈਂ ਪਿਛਲੇ ਸਾਲ ਮੇਰਾ ਗਾਣਾ ਫਰਕ ਪੈ ਗਿਆ, ਆਪਾਂ ਰੀਲ ਵੀ ਬਣਾਈ ਸੀ ਤੇ ਉਹ ਗਾਣੇ ਦਾ ਬਹੁਤ ਵਧੀਆ ਰਿਸਪੌਂਸ ਹੈ, ਪਰ ਲੇਕਿਨ ਉਹ ਤੋਂ ਬਾਅਦ ਥੋੜਾ ਟਾਈਮ ਪੈ ਗਿਆ ਗਾਣਾ ਆਉਣ ਦੇ ਚੱਕਰ 'ਚ। ਪਰ ਤੁਹਾਨੂੰ ਮੈਂ ਦੱਸਿਆ ਆਲਰੇਡੀ ਐਗਰੀਮੈਂਟ ਬਹੁਤ ਹੋ ਚੁੱਕੇ ਸੀਗੇ ਮੇਰੀ ਲਾਈਫ ਦੀ ਜਰਨੀ ਵਿੱਚ। ਮੈਨੂੰ ਇੱਦਾਂ ਲੱਗਦਾ ਕਿ ਮੈਂ ਐਗਰੀਮੈਂਟ ਬਹੁਤ ਦੇਖੇ ਨੇ, ਤੇ ਜਦੋਂ ਮੈਂ ਜਿੱਤ ਕੇ ਵੀ ਆਇਆ ਉਦੋਂ ਵੀ ਇੱਕ ਐਗਰੀਮੈਂਟ ਮੈਂ ਨਾਲ ਹੀ ਲੈ ਕੇ ਆਇਆ ਸੀ, ਤੇ ਬੜਾ ਸਬਰ ਕੀਤਾ ਤੇ ਉਸ ਚੀਜ਼ ਨੂੰ ਪਹਿਲਾਂ ਮੁਕੰਮਲ ਕਰਨ ਦੇ ਵਿੱਚ ਕਿ ਆਪਾਂ ਪਹਿਲਾਂ ਉਹ ਸਾਰੀਆਂ ਚੀਜ਼ਾਂ ਤੋਂ ਕਲੀਅਰ ਹੋ ਕੇ ਆਪਾਂ ਕੰਮ ਕਰੀਏ, ਕਿਉਂਕਿ ਮਾਈਂਡ ਤੋਂ ਫ੍ਰੀ ਹੋਣਾ ਜ਼ਰੂਰੀ ਹੈ। ਤੇ ਉਹਦੇ ਨਾਲ ਤੁਹਾਡਾ ਪੇਸ਼ੈਂਸ ਵੀ ਦੇਖਿਆ ਚੈੱਕ ਹੁੰਦਾ ਕਿ ਤੁਸੀਂ ਕਿੰਨਾ ਕੁ ਪੇਸ਼ੈਂਸ ਰੱਖਦੇ ਹੋ।
ਔਰ ਮਾਲਕ ਮੈਨੂੰ ਲੱਗਦਾ ਕਿ ਤੁਹਾਨੂੰ ਇੱਕ ਹੋਰ ਸ਼ੈ ਮੈਂ ਐਡ ਕਰੂੰਗਾ ਇਹਦੇ ਵਿੱਚ, ਕਿਉਂਕਿ ਤੁਹਾਡੇ ਚ ਮਾਦਾ ਜਿਹੜਾ ਕਿੰਨਾ ਆ ਜੀ ਪਹੁੰਚਾਉਣ ਦਾ, ਮੈਦਾ, ਤੇ ਉਹ ਕਹਿੰਦੇ ਹੁੰਦੇ ਨਾ ਹੌਲੀ ਹੌਲੀ ਕਰਦੇ ਕਰਦੇ ਮਾਲਕ ਨੇ ਉਹ ਸਿਚੁਏਸ਼ਨ ਤੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਕਿ ਅਗਰ ਤੁਹਾਨੂੰ ਕੋਈ ਵੱਡੀ ਰਿਸਪੌਂਸਿਬਿਲਿਟੀ ਆਉਂਦੀ ਹੈ ਜਾਂ ਕੁਝ ਅਚੀਵ ਕਰਨ ਲਈ ਤੁਸੀਂ ਉਸ ਸਿਚੁਏਸ਼ਨ ਦੇ ਵਿੱਚੋਂ ਗੁਜ਼ਰਦੇ ਹੋ, ਤੁਸੀਂ ਉਹਨੂੰ ਡਾਈਜੈਸਟ ਕਰ ਸਕਦੇ ਹੋ ਉਸ ਚੀਜ਼ ਨੂੰ, ਉਹ ਪਹਿਲਾਂ ਤਿਆਰ ਕੀਤਾ ਗਿਆ। ਰਾਈਟ। ਤੇ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਉਹ ਚੀਜ਼ਾਂ ਸਮਝਣ ਦਾ ਮੌਕਾ ਮਿਲਿਆ। ਸ਼ਾਇਦ ਮੈਨੂੰ ਲੱਗਦਾ ਕਿ ਉਦੋਂ ਹੀ ਜ਼ਿਆਦਾ ਗਾਣੇ ਆ ਜਾਂਦੇ ਜਾਂ ਕੁਝ ਹੁੰਦਾ, ਕਈ ਵਾਰ ਬੰਦਾ ਸਾਂਭ ਨਹੀਂ ਪਾਉਂਦਾ, ਤੇ ਸਟੈਪ ਬਾਏ ਸਟੈਪ ਸ਼ੁਰੂ ਤੋਂ ਹੀ ਸਟਰਗਲ ਕੀਤੀ ਹੈ ਤੇ ਅੱਜ ਵੀ ਉਹੀ ਚੀਜ਼ ਲੈ ਕੇ ਆ ਰਹੇ। ਅੱਛਾ ਬੈਰਨ, ਮੈਨੂੰ ਹਜੇ ਵੀ ਉਹ ਸੀਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਤੁਸੀਂ ਜਿੱਤ ਕੇ ਆਏ ਸੀਗੇ, ਹੈ ਨਾ, ਪੂਰੇ ਫਗਵਾੜੇ ਦੇ ਵਿੱਚ ਇੰਨਾ ਜ਼ਿਆਦਾ ਵੱਡਾ ਇਕੱਠ ਸੀਗਾ ਲੋਕਾਂ ਦਾ ਤੁਹਾਨੂੰ ਵੈਲਕਮ ਕਰਨ ਦੇ ਲਈ, ਤੁਹਾਡੇ ਘਰ ਦੇ ਵਿੱਚ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀਗਾ। ਬਿਲਕੁਲ। ਉਸ ਦਿਨ ਬੈਨਟ ਨੂੰ ਕਿਤੇ ਨਾ ਕਿਤੇ ਪਤਾ ਸੀਗਾ ਕਿ ਮੇਰੀ ਸਟਰਗਲ ਏਦਾਂ ਦੀ ਹੋਣ ਵਾਲੀ? ਮੈਨੂੰ ਲੱਗਦਾ ਜੀ ਇੱਕ ਅਲੱਗ ਸਟਰਗਲ ਆ ਇਹ, ਜਿਹੜੀ ਇੰਡਸਟਰੀ ਦੀ ਸਟਰਗਲ ਉਹ ਅਲੱਗ ਆ, ਕਿਉਂਕਿ ਇੱਕ ਪਹਿਲਾਂ ਮੇਰਾ ਗੋਲ ਸੀ, ਮੈਂ 2010 ਚ ਇੱਕ ਸੁਪਨਾ ਵੇਖਿਆ ਸੀ ਕਿ ਮੈਂ ਜਿੱਤੂਗਾ ਜਾਂ ਮੈਂ ਰਿਐਲਿਟੀ ਸ਼ੋਅ ਕਰੂੰਗਾ ਜਾਂ ਮੈਂ ਜਾਊਂਗਾ। ਮੈਨੂੰ ਅੱਜ ਵੀ ਯਾਦ ਆ, ਮੈਂ ਪੋਸਟਰ ਮੇਰੇ ਸਕੂਲੇ ਜਾਣ ਲੱਗਿਆ ਸੀ, ਕਾਲਜ ਦਾ +2 ਦੀ ਕਲਾਸ ਸੀ ਸ਼ਾਇਦ, ਤੇ ਮੈਂ ਜਾਂਦਾ ਹੋਇਆ ਨਾ ਪੋਸਟਰ ਥੱਲੇ ਇਦਾਂ ਖਿਲਰੇ ਪਏ ਸੀ ਤੇ ਉੱਪਰ ਆਇਆ ਸੀ ਵੋਟ ਫॉर ਕਮਲ ਖਾਨ, ਹਨ ਕਮਲ ਖਾਨ ਵੀਰੇ ਦਾ ਸਾਰੇ ਗਾਵਾਂ ਪਾ ਚੱਲ ਰਿਹਾ ਸੀ ਤੇ ਫਾਈਨਲੇ ਸੀ ਤੇ ਅਸੀਂ ਵੋਟਾਂ ਕੀਤੀਆਂ ਸਾਰਿਆਂ ਨੂੰ, ਉਹਦਾ SMS ਚੱਲਦਾ ਸੀ ਤੇ ਮੇਰੇ ਦਿਲ ਵਿੱਚ ਤਾਂ ਤਾਂਘ ਉੱਠੀ ਕਿ ਯਾਰ ਮੈਂ ਵੀ ਜਾਣਾ ਏਦਾਂ, ਕਿਉਂਕਿ ਗਾਉਂਦਾ ਤਾਂ ਮੈਂ ਪਹਿਲਾਂ ਤੋਂ ਚਲੋ ਉਦੋਂ ਰੁਝਾਨ ਨਹੀਂ ਸੀ, ਉਦੋਂ ਸਿਰਫ ਏਦਾਂ ਸੀ ਸਟੱਡੀ ਕਰਨੀ, ਪਰ ਪ੍ਰੋਫੈਸ਼ਨ ਮਤਲਬ ਚੂਜ਼ ਨਹੀਂ ਕੀਤਾ ਸੀ। ਤੇ ਉਹ 2010 ਤੋਂ ਮੈਂ ਇੱਕ ਮੈਨੀਫੈਸਟ ਕੀਤਾ ਕਿ ਹਾਂ ਕਿ ਮੈਂ ਆਹ ਚੀਜ਼ ਕਰਨੀ ਆ ਜਾਂ ਮੈਨੂੰ ਆਹ ਚੀਜ਼ ਅਚੀਵ ਮਿਲ ਗਈ, ਮੈਨੂੰ ਏਦਾਂ ਲੱਗਾ ਕਿ ਮਿਲ ਗਈ। ਫਿਰ ਉਹਦੇ ਲਈ ਆਪਣੀ ਅਲੱਗ ਮਿਹਨਤ, ਫਿਰ ਆਪਣੀ ਹੋਰ ਸਟਰਗਲ ਕਿ ਹਾਂ ਮੇਲਿਆਂ ਤੇ ਜਾਣਾ, ਫਿਰ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਕਿ ਡੈਡੀ ਨੇ ਕਹਿਣਾ ਨਹੀਂ ਪੜ੍ਹਨਾ ਨਹੀਂ, ਹੈ ਨਾ, ਕਿ ਸਿਸਟਰ ਨੂੰ ਪੜ੍ਹਾਉਣਾ ਜਿੱਦਾਂ ਹੁੰਦਾ ਪਿੰਡਾਂ 'ਚ, ਤੇ ਫਿਰ ਮੈਂ ਉਹ ਸਾਥ ਨਹੀਂ ਛੱਡਿਆ, ਆਪਣਾ ਆਪ ਪਹਿਲਾਂ ਸਾਥ ਦਿੱਤਾ ਕਿ ਮੈਂ ਉਸ ਚੀਜ਼ਾਂ ਨੂੰ ਲੈ ਕੇ ਜਾਵਾਂ। ਫੀਸਾਂ ਦੇ ਲਈ ਮੈਂ ਗਾਉਂਦਾ ਸੀ ਕਿ ਮਤਲਬ ਮੇਲੇ ਤੇ ਗਾ ਲੈਣਾ, 500-700 ਰੁਪਏ ਮਿਲਣਾ ਤੇ ਇਕੱਠੇ ਕਰਕੇ ਕਿ ਮੈਂ ਫੀਸ ਦੇਣੀ। ਤੇ ਹੌਲੀ ਹੌਲੀ ਉਹ ਸ਼ੌਂਕ ਇੰਨਾ ਵਧਿਆ, ਗੁਰੂ ਜੀ ਮਿਲੇ, ਗੁਰੂ ਜੀ ਸ਼ਮਸ਼ਾਦ ਅਲੀ ਖਾਨ, ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ, ਈਵਨ ਮੈਨੂੰ ਫਾਈਨੈਂਸ਼ੀਅਲ ਵੀ ਮੈਂਟਲੀ ਵੀ ਬਹੁਤ ਸਟੇਬਲ ਕੀਤਾ, ਕਿਉਂਕਿ ਉਹਨਾਂ ਦੀ ਸੋਚ ਬਹੁਤ ਵਧੀਆ। ਤੇ ਇੱਕ ਤਾਂ ਹੁੰਦਾ ਕਿ ਪ੍ਰੈਕਟੀਕਲ ਬਹੁਤ ਵਧੀਆ, ਇੱਕ ਥਿਊਰੀ ਵੀ ਬਹੁਤ ਵਧੀਆ ਉਹਨਾਂ ਦੀ, ਤੇ ਉਹ ਮੈਂ ਹਮੇਸ਼ਾ ਚਾਹੁੰਦਾ ਸੀ ਮੈਂ ਪ੍ਰੋਫੈਸਰ ਬਣਾ, ਕਿਉਂਕਿ ਮੈਂ ਇੱਕ ਆਈਡੀਅਲ ਰੱਖਿਆ ਸੀ ਨਾ ਆਪਣੇ ਅੱਗੇ, ਤੇ ਉਹ ਚੀਜ਼ਾਂ ਕਰਦੇ ਇੱਕ ਕਰੈਕਟਰ ਡਿਵੈਲਪ ਹੁੰਦਾ। ਪਰ ਉਦੋਂ ਗੋਲ ਸੀਗਾ ਸਿਰਫ ਰਾਈਜ਼ਿੰਗ ਸਟਾਰ ਜਾਂ ਕੋਈ ਵੀ ਰਿਐਲਿਟੀ ਸ਼ੋਅ ਦਾ ਵਿਨ ਕਰਨਾ ਨਾ, ਪਰ ਉਸ ਤੋਂ ਬਾਅਦ ਕੀ ਹੋਣਾ ਇਹ ਮੈਨੂੰ ਨਹੀਂ ਪਤਾ। ਤੇ ਗੋਲ ਅਚੀਵ ਕੀਤਾ, ਚਲੋ ਮਾਲਕ ਦੀ ਪੂਰੀ ਹੈ ਨਾ ਕਰਮ ਹੋਇਆ ਕਿ ਮਤਲਬ ਪੂਰਾ ਆਪਾਂ ਅਚੀਵ ਕੀਤਾ, ਸਾਰੇ ਆਡੀਅנס ਸਾਡੇ ਨਾਲ ਜੁੜ ਗਈ। ਪਰ ਉਸ ਤੋਂ ਬਾਅਦ ਬਿਲਕੁਲ ਉਲਟ ਹੋਇਆ, ਜਿੱਦਾਂ ਮੈਂ ਸੋਚਿਆ ਸੀ, ਮੈਨੂੰ ਲੱਗਦਾ ਕਿ ਇਦਾਂ ਹੋਏ ਨੇ, ਗਾਣੇ ਆ ਜਾਣੇ, ਈਜ਼ੀ ਹੈ, ਪਰ ਉਹ ਤੋਂ ਡਬਲ ਸਟਰਗਲ ਵੱਧ ਗਈ। ਤੁਹਾਨੂੰ ਇੱਕ ਤੁਸੀਂ ਐਗਰੀਮੈਂਟ ਦੇ ਵਿੱਚ ਲੱਗੇ, ਤੁਸੀਂ ਆਪਣੇ ਹਿਸਾਬ ਨਾਲ ਕੁਝ ਕਰ ਨਹੀਂ ਸਕਦੇ, ਤੇ ਨੰਬਰ 2 ਤੇ ਅਗਰ ਤੁਸੀਂ ਕਿਤੇ ਸ਼ੋਅ ਲਾਉਣਾ ਵੀ ਚਾਹੁੰਦੇ ਹੋ ਜਾਂ ਲੋਕਲ ਲੈਵਲ ਤੇ, ਉਹ ਤੁਹਾਨੂੰ ਕੰਪਨੀ ਨੂੰ ਲਾਉਣ ਦੇ ਰਹੀ ਹੈ ਨਾ। ਤੇ ਇਹ ਚੀਜ਼ਾਂ ਮਤਲਬ ਬਹੁਤ ਸਾਰੀਆਂ ਨੈਗੇਟਿਵ ਵੀ ਸੀਗੀਆਂ, ਚਲੋ ਪੋਜ਼ਿਟਿਵ ਇਹ ਸੀਗਾ ਕਿ ਤੁਹਾਡਾ ਇੱਕ ਨਾਮ ਬਣਿਆ ਸੀ, ਤੁਹਾਨੂੰ ਪਲੇਟਫਾਰਮ ਦਿੱਤਾ ਉਹਨਾਂ ਨੇ, ਹੈ ਨਾ। ਮੈਂ ਇਹ ਨਹੀਂ ਕਹਿੰਦਾ ਉਹਨਾਂ ਨੂੰ ਮਾੜੇ, ਪਰ ਫਿਰ ਵੀ ਕਈ ਵਾਰ ਲੋਕਲ ਲੈਵਲ ਤੇ ਤੁਹਾਨੂੰ ਆ ਕੇ ਪਤਾ ਲੱਗਦਾ ਕਿ ਤੁਸੀਂ ਕਿਵੇਂ ਉਹਨੂੰ ਮੇਨਟੇਨ ਕਿਵੇਂ ਕਰਨਾ। ਤੁਸੀਂ ਖੁਦ ਰਿਸਪੌਂਸਿਬਲ ਹੋਣੇ, ਮੈਂ ਕਿਸੇ ਨੂੰ ਰਿਸਪੌਂਸਿਬਿਲਿਟੀ ਦੇਣਾ ਵੀ ਨਹੀਂ ਚਾਹੁੰਦਾ ਕਿ ਉਹਨਾਂ ਕਰਕੇ ਹੋਇਆ, ਮੈਂ ਖੁਦ ਰਿਸਪੌਂਸਿਬਲ ਸੀ, ਸ਼ਾਇਦ ਮੈਂ ਹੋਰ ਤਰੀਕੇ ਨਾਲ ਵਧੀਆ ਕਰ ਸਕਦਾ ਸੀ, ਤੇ ਵਧੀਆ ਰਿਹਾ। ਮੈਂ ਉਹ ਚੀਜ਼ਾਂ ਸਿੱਖੀਆਂ, ਮੈਨੂੰ 5 ਸਾਲ ਲੱਗੇ, ਤੇ ਮੈਂ ਬੜਾ ਖੁਸ਼ ਹਾਂ ਕਿ ਮੈਨੂੰ ਉਹ ਚੀਜ਼ਾਂ ਦੇ ਵਿੱਚੋਂ ਗੁਜ਼ਰਿਆ ਮੈਂ, ਤੇ ਮੈਂ ਤਰਾਸ਼ਿਆ ਗਿਆ। ਹਰ ਚੀਜ਼, ਹਰ ਬੰਦੇ ਨੂੰ ਮਿਲਣ ਦਾ ਇੱਕ ਤਰੀਕਾ ਆਇਆ ਕਿ ਆਹ ਬੰਦਾ ਇਦਾਂ ਦਾ ਨਹੀਂ, ਤੇ ਉਹੀ ਬੰਦਾ ਤੁਹਾਡੇ ਨਾਲ ਜਦੋਂ ਉੱਠ ਕੇ ਬਾਅਦ ਚ ਪਿੱਠ ਪਿੱਛੇ ਗੱਲ ਕਰਦਾ, ਹਨਾ। ਤਾਂ ਬੇਸਿਕਲੀ ਮੈਨੂੰ ਇਦਾਂ ਲੱਗਦਾ ਕਿ ਇੰਡਸਟਰੀ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਸੱਚੀ ਤੁਹਾਨੂੰ ਦਿਲ ਤੋਂ ਸਪੋਰਟ ਕਰਦੇ। ਤੁਹਾਨੂੰ ਫੇਸ ਤੇ ਤਾਂ ਬਹੁਤ ਕੁਝ ਵਧੀਆ ਕਹਿਣਗੇ, ਪਰ ਜਦੋਂ ਤੁਸੀਂ ਨਿਕਲੋਗੇ ਨਾਲ ਹੀ ਤੁਹਾਡੀ ਮਤਲਬ ਲਾਪਾ ਕਰਨੀ ਹੈ ਪੂਰੀਆਂ। ਤੇ ਇਹ ਚੀਜ਼ਾਂ ਸਿੱਖੀਆਂ, ਤੇ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਆ, ਤੁਹਾਨੂੰ ਠੋਕਰ ਮਿਲਣੀ ਬਹੁਤ ਜ਼ਰੂਰੀ ਆ, ਅਦਰਵਾਈਜ਼ ਤੁਸੀਂ ਉਸ ਚੀਜ਼ ਨੂੰ ਸਟੇਬਲ ਨਹੀਂ ਰੱਖ ਸਕਦੇ। ਓਕੇ, ਚਲੋ ਇਹ ਤਾਂ ਮੈਂ ਨਹੀਂ ਪੁੱਛੂੰਗੀ ਠੋਕਰਾਂ ਕਿਹਨਾਂ ਤੋਂ ਮਿਲੀਆਂ, ਲੇਕਿਨ ਉਹ ਆਪਣੇ ਕੌਣ ਸੇ ਜਿਨ੍ਹਾਂ ਨੇ ਔਖੇ ਮਾੜੇ ਟਾਈਮ ਦੇ ਵਿੱਚ ਹੱਥ ਜ਼ਰੂਰ ਫੜਿਆ? ਸਭ ਤੋਂ ਪਹਿਲਾਂ ਮਾਲਕ ਦੀ, ਮੈਨੂੰ ਤਾਂ ਲੱਗਦਾ ਕਿ ਉਹਨਾਂ ਤੋਂ ਬਿਨਾਂ ਕੋਈ ਕੁਝ ਵੀ ਨਹੀਂ ਹੋ ਸਕਦਾ, ਇਨਸਾਨ ਵੀ ਉਹਦਾ ਹੀ ਜ਼ਰੀਆ ਹੁੰਦਾ। ਤੇ ਕਈ ਵਾਰ ਆਪਾਂ ਵੀ ਭਟਕ ਜਾਂਦੇ ਹਾਂ, ਮੈਨੂੰ ਇਹ ਨਹੀਂ ਹੁੰਦਾ ਕਿ ਇਨਸਾਨ ਦੇ ਮੂਹਰੇ ਭਾਵੇਂ ਕਹਿੰਦੇ ਹੁੰਦੇ ਆ ਮੰਦਿਰ ਮੂਹਰੇ ਹੋਵੇ ਜਾਂ ਮਸਜਿਦ ਮੂਹਰੇ, ਗੁਰਦੁਆਰਾ ਮੂਹਰੇ ਹੋਵੇ, ਆਪਾਂ ਪਿੱਠ ਘੁਮਾ ਕੇ ਬੈਠ ਜਾਈਏ, ਆਪਾਂ ਉਹ ਆਪਣੀ ਆ, ਆਪਣਾ ਕਰਮ ਹੈ ਕਿ ਆਪਾਂ ਭਟਕ ਗਏ, ਤੇ ਉਹ ਚੀਜ਼। ਪਰ ਹਮੇਸ਼ਾ ਮਾਲਕ ਦਾ ਸਹਾਰਾ ਰਿਹਾ। ਮੈਂ ਜਦੋਂ ਵੀ ਪਹਿਲਾਂ ਵੀ ਮੇਰਾ ਮਤਲਬ ਯਾਨੀ ਕਿ ਇੱਕ ਥਿਊਰੀ ਰਹੀ ਹੈ ਮੇਰੀ ਆਪਣੀ, ਕਿ ਜਦੋਂ ਵੀ ਮੈਨੂੰ ਨਾ ਕੋਈ ਡੀਮੋਟੀਵੇਟ ਕਰਦਾ, ਮੈਂ ਰਿਆਜ਼ ਉਹ ਕਰਨਾ ਸ਼ੁਰੂ ਕਰ ਦਿੰਦਾ,
ਮੈਂ ਉੱਥੇ ਕੱਢਦੇ ਹੋ ਆਪਣਾ ਮੈਂ ਉੱਥੇ ਜਾਂ ਫਿਰ ਰਿਆਜ਼ ਕਰਨ ਲੱਗ ਜਾਣਾ, ਜਾਂ ਮੈਂ ਉਸ ਚੀਜ਼ ਨੂੰ ਧਿਆਨ ਹੀ ਨਹੀਂ ਦੇਣਾ। ਮੈਨੂੰ ਲੱਗਣਾ ਕਿ ਮੇਰਾ ਟਾਈਮ ਆਉਣਾ ਨਾ ਜੀ। ਤੇ ਉਹ ਇੱਕ ਵਧੀਆ ਪੋਜ਼ਿਟਿਵਿਟੀ ਲੈ ਕੇ ਚੱਲਿਆ। ਤੇ ਫਿਰ ਦੂਜੀ ਹੋ ਜਾਂਦੀ ਹੈ ਤੁਹਾਡੇ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਹੋ ਜਾਂਦੇ ਫਰੈਂਡਸ ਤੁਹਾਡੇ, ਜਿਹੜੇ ਤੁਹਾਨੂੰ ਬੜੇ ਮਾੜੇ ਟਾਈਮ ਦੇ ਵਿੱਚ ਤੁਹਾਨੂੰ ਦੇਖਿਆ ਕਿ ਕਿੱਦਾਂ ਯਾਨੀ ਕਿ ਰਿਐਕਟ ਕਰਦਾ ਕਿਸੇ ਚੀਜ਼ ਨੂੰ, ਗੁੱਸਾ ਕਿਵੇਂ ਕਰਦਾ, ਹਨਾ, ਜਿਹਨਾਂ ਤੋਂ ਆਪਾਂ ਕੁਝ ਲੁਕੋ ਨਹੀਂ ਸਕਦੇ। ਕਿ ਆਪਾਂ ਜੇ ਕੋਈ ਆਪਾਂ ਡਾਊਨ ਵੀ ਜਾ ਰਹੇ ਹਾਂ, ਆਪਾਂ ਦੱਸ ਦਿੰਦੇ ਕਿ ਯਾਰ ਵੀਰੇ ਆਹ ਫੀਲ ਹੋ ਰਿਹਾ ਨਾ। ਉਹ ਭਰਾ ਹੁੰਦੇ ਨੇ, ਯਾਰ ਦੋਸਤ ਹੁੰਦੇ ਨੇ, ਫਿਰ ਤੁਹਾਡੀ ਫੈਮਿਲੀ ਆਉਂਦੀ। ਮੈਨੂੰ ਲੱਗਦਾ ਕਿ ਫੈਮਿਲੀ ਨਾਲ ਥੋੜਾ ਜਿਹਾ ਆਪਾਂ ਘੱਟ ਖੁੱਲਦੇ ਹਾਂ, ਕਿਉਂਕਿ ਕਈ ਵੇਲੇ ਦਿਲ ਦੀਆਂ ਗੱਲਾਂ ਨਹੀਂ ਕਰ ਪਾਉਂਦੇ। ਹਾਂ। ਤੇ ਫਿਰ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਕਲੋਜ਼ ਆ, ਮੈਨੂੰ ਲੱਗਦਾ ਕਿ ਉਹ ਯਾਰ ਦੋਸਤ ਹੋ ਸਕਦਾ, ਜਾਂ ਤੁਹਾਡੀ ਗਰਲਫ੍ਰੈਂਡ ਹੋ ਸਕਦੀ ਹੈ, ਜਾਂ ਕੁਝ ਵੀ ਹੋ ਸਕਦਾ ਨਾ। ਤੇ ਉਹ ਚੀਜ਼ਾਂ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਮਾੜੇ ਟਾਈਮ 'ਚ ਤੁਹਾਨੂੰ ਸਪੋਰਟ ਕਰਨ ਜੀ। ਤੇ ਮਾੜਾ ਚੰਗਾ ਟਾਈਮ ਇਹ ਆਪਾਂ ਲੋਕਾਂ ਦੇ ਨਜ਼ਰੀਏ ਨਾਲ ਦੇਖ ਲੈਂਦੇ ਕਿ ਲੋਕ ਸਾਡੇ ਨਾਲ ਨਹੀਂ ਜੁੜ ਰਹੇ ਜਾਂ ਹੁਣ, ਪਰ ਕਈ ਵੇਲੇ ਤੁਹਾਡਾ ਮਾੜਾ ਟਾਈਮ ਹੀ ਤੁਹਾਡਾ ਚੰਗਾ ਟਾਈਮ ਹੁੰਦਾ, ਕਿਉਂਕਿ ਤੁਹਾਡੇ ਲਈ ਇੱਕ ਉਹ ਬੇਸ ਬਣਾ ਦਿੰਦਾ। ਅੱਛਾ, ਮੈਨੂੰ ਇੱਕ ਗੱਲ ਦੱਸੋ, ਵੈਸੇ ਤਾਂ ਤੁਹਾਡਾ ਗਾਣਾ ਬਹੁਤ ਪਿਆਰਾ ਹੈ, ਸਕੂਨ, ਅੱਛਾ ਰਿਸਪੌਂਸ ਮਿਲ ਰਿਹਾ ਹੈ। ਬੈਨੇਟ ਨੂੰ ਕਿੰਨਾ ਟਾਈਮ ਹੋ ਗਿਆ ਸਕੂਨ ਨਾਲ ਸੁੱਤੇ ਹੋਏ, ਸਕੂਨ ਨਾਲ ਉੱਠਦੇ ਹੋਏ, ਸਕੂਨ ਨਾਲ ਖਾਂਦੇ ਹੋਏ? ਮੈਨੂੰ ਲੱਗਦਾ ਜੀ ਸਕੂਨ ਤਾਂ ਮੈਨੂੰ ਯਾਦ ਹੈ ਕਿ ਬਚਪਨ ਵਾਲੇ ਸਕੂਨ ਯਾਦ ਆ। ਉਸ ਤੋਂ ਬਾਅਦ ਜਦੋਂ ਕੰਮਾਂ ਕਾਰਾਂ ਦੇ ਵਿੱਚ ਮੈਨੂੰ ਇੱਦਾਂ ਹੀ ਹੁੰਦਾ, ਸਵੇਰੇ ਉੱਠ ਕੇ ਆਹ ਕੰਮ ਕਰਨਾ ਜਾਂ ਕਰਨਾ। ਹੁਣ ਮੈਂ ਤੁਹਾਨੂੰ ਦੱਸ ਰਿਹਾ, EP ਤੋਂ ਪਹਿਲਾਂ ਅਸੀਂ ਨਾ 50-60 ਗਾਣੇ ਹੋਣੇ ਮੇਰੇ ਕੋਲ ਜਿਹੜੇ ਬਣੇ ਪਏ ਸੀ 4-5 ਸਾਲਾਂ ਦੇ ਵਿੱਚ, ਤੇ ਅਸੀਂ ਸਾਰੇ ਛੱਡਤੇ। ਮੈਂ ਤਾਂ ਹੀ ਪੁੱਛਿਆ ਸੀ ਇਹ ਚਾਰ ਕਿੱਦਾਂ ਖੁਸ਼ਕਿਸਮਤ ਸਾਰੇ ਛੱਡਤੇ, ਕਿਉਂਕਿ ਉਹ ਗਾਣੇ ਵਧੀਆ ਸੀ ਨੋ ਡਾਊਟ, ਪਰ ਕਈ ਵੇਲੇ ਟ੍ਰੈਂਡ ਚੇਂਜ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਕਿ ਸਾਨੂੰ ਇਹ ਸੀਗਾ ਕਿ ਇੱਕ ਨਵਾਂ ਕੁਝ ਹੋਰ ਕ੍ਰੀਏਟ ਕਰਦੇ ਆ, ਕਿ ਨਵੀਂ ਵਾਈਬ ਕ੍ਰੀਏਟ ਕਰਦੇ ਆ, ਕਿਉਂਕਿ ਉਹ ਪੁਰਾਣੀ ਵਾਈਬ ਮੈਂ ਵੀ 1000 2-2 3000 ਵਾਰ ਸੁਣਿਆ ਹੋਇਆ ਗਾਣਾ ਸੀ ਉਹ, ਹਨਾ। ਉਹ ਆਪਾਂ ਸਾਈਡ ਤੇ ਰੱਖ ਦਿੱਤਾ ਕਿ ਆਪਾਂ ਨਹੀਂ ਕੁਝ ਨਵਾਂ ਕ੍ਰੀਏਟ ਕਰਦੇ। ਇਸ 16-17 ਦਿਨ ਹੋ ਗਏ ਮੈਨੂੰ ਲੱਗਦਾ, ਮੈਂ ਪਿਛਲੇ 16-17 ਦਿਨ ਮੈਂ ਆਇਆ ਸੀ ਮੋਹਾਲੀ ਪਿੰਡੋਂ, ਤੇ ਮੈਂ ਉਹਦੇ ਵਿੱਚ 15 ਦਿਨ ਮੈਂ 2 ਤੋਂ 3 ਘੰਟੇ 2-3 ਘੰਟੇ ਇੱਦਾਂ ਸੁੱਤਾ, ਤੇ ਸਾਰੀ ਰਾਤ ਜਾ ਕੇ ਇੱਥੇ ਜਾਣਾ, ਆਹ ਸਟੂਡੀਓ ਅਸੀਂ 25-30 ਨਵੇਂ ਗਾਣੇ ਬਣਾਏ ਉਸ ਤੋਂ ਬਾਅਦ ਵੀ, ਹਨਾ। ਫਿਰ ਉਹਦੇ ਵਿੱਚੋਂ ਸਿਲੈਕਟ ਕੀਤੇ 4 ਗਾਣੇ, ਹਨਾ। ਤੇ ਇਹ ਵੀ ਇੱਕ ਪ੍ਰੋਸੈਸ ਹੁੰਦਾ। ਤੇ ਮੈਨੂੰ ਇੱਦਾਂ ਲੱਗਦਾ ਮੈਂ ਉਸ ਤੋਂ ਪਹਿਲਾਂ ਮੈਂ ਸਾਰਾ ਕੁਝ ਛੱਡ ਕੇ ਮੈਂ ਪਿੰਡ ਚਲ ਗਿਆ। ਮੈਂ 4 ਮਹੀਨੇ ਮੰਮੀ ਹੋਣਾ ਕੋਲ ਰਿਹਾ, ਤੇ ਜਾਣੀ ਕਿ ਪੂਰੀ ਡਾਈਟਿੰਗ ਕੀਤੀ, ਆਪਣੇ ਆਪ ਨੂੰ ਮਤਲਬ 12-13 ਕਿਲੋ ਮੈਂ ਭਾਰ ਘਟਾਇਆ, ਹਨਾ। ਤੇ ਉਹ ਸਾਰੀ ਪ੍ਰੋਸੈਸ ਮੈਨੂੰ ਲੱਗਦਾ ਜਿਹੜਾ ਘਰ ਦੇ ਵਿੱਚ ਰਹਿ ਕੇ ਸਕੂਨ ਮਿਲਦਾ ਉਹ ਬਾਹਰ ਨਹੀਂ ਮਿਲਦਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਟਾਈਮ ਪੀਰੀਅਡ ਦੇ ਉੱਤੇ ਘਰ ਦੇ ਵਿੱਚ ਹੀ ਸਕੂਨ ਨਹੀਂ ਮਿਲਦਾ, ਕਿਉਂਕਿ ਬੜਾ ਕੁਝ ਲੁਕਾਉਣਾ ਪੈਂਦਾ ਘਰਦਿਆਂ ਤੋਂ? ਨਹੀਂ, ਮੈਨੂੰ ਇੱਦਾਂ ਲੱਗਦਾ ਕਿ ਜੇ ਤੁਸੀਂ ਲੁਕਾਉਂਦੇ ਹੋ, ਤੁਸੀਂ ਮੈਂ ਮੰਨਦਾ ਇਸ ਗੱਲ ਨੂੰ ਕਿ ਆਪਾਂ ਫੈਮਿਲੀ ਨੂੰ ਨਹੀਂ ਦੱਸ ਸਕਦੇ, ਕਿ ਕਈ ਵੇਲੇ ਇੱਦਾਂ ਹੁੰਦਾ। ਮੈਨੂੰ ਇੱਕ ਸਾਡੇ ਭਾਜੀ ਉਹਨਾਂ ਦੀ ਗੱਲ ਬਹੁਤ ਵਧੀਆ ਲੱਗਦੀ ਕਿ ਜਦੋਂ ਆਪਾਂ ਕੰਮ ਕਰਨ ਜਾਂਦੇ ਆ ਨਾ ਬਾਹਰ, ਕੰਮ ਤੋਂ ਕੋਈ ਸਟ੍ਰੈਸ ਆ ਜਾਂਦਾ, ਕੋਈ ਆ ਜਾਂਦਾ, ਅਸੀਂ ਘਰ ਜਾ ਕੇ ਨਹੀਂ ਦੱਸਦੇ। ਬਿਲਕੁਲ। ਆਪਣੀ ਵਾਈਫ ਨੂੰ ਨਹੀਂ ਦੱਸਣਾ, ਆਪਣੀ ਮੰਮੀ ਨੂੰ ਨਹੀਂ ਦੱਸਣਾ। ਕਿਉਂਕਿ ਇੱਕ ਜਿਹੜੀ ਉਹਨਾਂ ਨੇ ਵਾਈਬ ਨਾਲ ਰੋਟੀ ਬਣਾਉਣੀ ਹੈ ਜਾਂ ਇੱਕ ਪਿਆਰ ਦੇਣਾ, ਜੇ ਆਪਾਂ ਉਹਨਾਂ ਨੂੰ ਸਟ੍ਰੈਸ ਸ਼ੇਅਰ ਕਰਾਂਗੇ ਉਹ ਸਟ੍ਰੈਸ ਬਣ ਜਾਂਦਾ। ਬਿਲਕੁਲ। ਜੇ ਤੁਸੀਂ ਫੋਨ ਕਰ ਦੋਗੇ, ਸਾਰੀ ਗੱਲ ਸ਼ੇਅਰ ਵੀ ਨਹੀਂ ਕੀਤੀ ਜਾ ਸਕਦੀ। ਕਈ ਵੇਲੇ ਕੁਝ ਚੀਜ਼ਾਂ ਲੁਕਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ, ਪਰ ਮੈਨੂੰ ਲੱਗਦਾ ਪਾਰਟਨਰ ਤੁਹਾਡਾ ਜਾਂ ਤੁਹਾਡੇ ਫੈਮਿਲੀ ਇੱਦਾਂ ਦੀ ਹੋਣੀ ਚਾਹੀਦੀ ਜਿਹੜੀ ਸਮਝ ਸਕੇ ਗੱਲ ਨੂੰ। ਔਰ ਮੇਰੀ ਮੰਮੀ ਬੜੇ ਮੈਨੂੰ ਸਪੋਰਟ ਕਰਦੇ ਨੇ, ਹਾਲਾਂਕਿ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਮੈਂ ਮੰਮੀ ਨੂੰ ਦੱਸਾਂਗਾ ਇਮੋਸ਼ਨਲ ਹੋ ਜਾਣਾ ਉਹਨਾਂ ਨੇ, ਹਨਾ। ਪਰ ਬੈਸਟ ਗੱਲ ਇਹ ਹੈ ਕਿ ਮੇਰੀ ਮੰਮੀ ਕਦੀ ਇੱਦਾਂ ਨਹੀਂ ਹੁੰਦੇ, ਉਹ ਚਾਹੇ ਬਹੁਤ ਸਟ੍ਰੈਸ ਹੋਵੇ ਉਹਨਾਂ ਨੂੰ। ਹੁਣੇ ਮੈਂ ਨਾ 2-3 ਦਿਨ ਪਹਿਲਾਂ ਮੈਂ ਜਿੱਦਾਂ 15-16 ਦਿਨ ਮੈਂ ਤੁਹਾਨੂੰ ਦੱਸਿਆ ਮੋਹਾਲੀ ਪੂਰਾ ਕੰਮ ਕੀਤਾ, ਉਸ ਤੋਂ ਮੈਂ ਘਰੇ ਗਿਆ। ਹੁਣ 2 ਟੈਚੀ ਭਰ ਕੇ ਲੈ ਗਿਆ ਮੈਂ ਕੱਪੜਿਆਂ ਦੇ ਜਿਹੜੇ ਧੋਣ ਵਾਲੇ ਸੀ, ਹਨਾ। ਤੇ ਮੈਂ ਨਾ ਬੈਠਾ ਤੇ ਮੰਮੀ ਨੂੰ ਉਹਨਾਂ ਨੂੰ ਦੱਸਿਆ ਨਹੀਂ, ਜਾਣੀ ਕਿ ਸਿਸਟਰ ਨੇ ਵੀ ਦੱਸਿਆ ਕਿ ਮੰਮੀ ਬਿਮਾਰ ਸੀ 15 ਦਿਨ। ਮੈਂ ਹਾਲੇ ਘਰ ਹੀ ਪੈਰ ਰੱਖਿਆ, ਉਹਨਾਂ ਨੇ ਮੈਨੂੰ ਮਿਲੇ ਏਦਾਂ, ਹਨਾ, ਕਿੱਦਾਂ ਠੀਕ ਆ, ਖਾਧਾ ਕੁਛ, ਹਾਲੇ ਇਹੀ ਗੱਲ ਕੀਤੀ। ਤੇ ਮੈਂ ਕਿਹਾ ਮੰਮੀ ਮੈਂ ਕੱਲ ਨੂੰ ਫੇਰ ਜਾਣਾ, ਕਿਉਂਕਿ ਪ੍ਰਮੋਸ਼ਨ ਸਟਾਰਟ ਆ, ਕਿਉਂਕਿ ਮੈਂ ਚਾਹੁੰਦਾ ਸੀ ਸਕੂਨ ਦੀ ਜਿਹੜਾ ਗਾਣਾ ਵੀ ਰਿਲੀਜ਼ ਹੋਵੇ ਘਰੇ ਜਾ ਕੇ ਹੋਵੇ। ਗਾਣਾ ਸਵੇਰੇ ਰਿਲੀਜ਼ ਹੋਇਆ, ਤੇ ਮਤਲਬ ਉਸ ਤੋਂ ਪਹਿਲਾਂ ਜਦੋਂ ਮੈਂ ਹਾਲੇ ਪਹੁੰਚਿਆ ਸੀ, ਮੰਮੀ ਨੇ ਦੋਨੇ ਬੈਗ ਖੋਲ ਲਏ, ਕਿ ਦੋਨੇ ਸਾਰੇ ਕੱਪੜੇ ਧੋਤੇ ਬਿਮਾਰ ਦੇ ਵਿੱਚ। ਤੇ ਮੈਂ ਅੱਖਾਂ 'ਚ ਪਾਣੀ ਵੀ ਆਇਆ, ਨਾ ਮੈਂ ਉਹਨਾਂ ਨੂੰ ਕਹਿ ਸਕਾਂ, ਹੁਣ ਰੋ ਵੀ ਨਹੀਂ ਸਕਦਾ ਉਹਨਾਂ ਕੋਲ ਕਿ ਨਹੀਂ ਯਾਰ ਏਦਾਂ, ਕਿ ਉਹਨਾਂ ਨੂੰ ਸਟ੍ਰੈਸ ਲੈਣਾ, ਖੈਰ ਹੋਰ ਕਿਸੇ ਗੱਲ ਦਾ ਸਟ੍ਰੈਸ, ਉਹਨਾਂ ਨੂੰ ਥੋੜੀ ਪਤਾ ਕਿ ਪਿਆਰ ਆਉਂਦਾ ਜਾਂ ਨਾ। ਇੱਕ ਮੁੰਡਿਆਂ 'ਚ ਇਹ ਵੀ ਹੁੰਦਾ ਕਿ ਸ਼ੋਅ ਨਹੀਂ ਕਰਨਾ ਫੈਮਿਲੀ ਨੂੰ, ਮੰਮੀ ਨੂੰ, ਨਾ ਥੋੜਾ ਜਿਹਾ ਏਦਾਂ ਦਾ ਮਾਹੌਲ ਹੈ, ਹਨਾ। ਤੇ ਕਈ ਤਾਂ ਹੁੰਦਾ ਕਿ ਬਹੁਤ ਫੈਮਿਲੀ ਨਾਲ ਮੰਮੀ ਨੂੰ ਏਦਾਂ ਜੱਫੀ ਪਾ ਲੈਣੀ, ਮੈਂ ਤਾਂ ਬਹੁਤ ਘੱਟ ਆ ਕਿ ਮੈਂ ਤਾਂ ਜੱਫੀ ਪਾ ਲੈਣੀ ਨਾ, ਉਹ ਤਾਂ ਮੰਮੀ ਪਾ ਲਵੇ, ਵੈਸੇ ਪਿਆਰ ਬਹੁਤ ਆ। ਤੇ ਉਹ ਸਿਸਟਮ ਮੈਂ ਜਦ ਦੇਖਿਆ, ਉਹ ਚੀਜ਼ਾਂ ਹੋਰ ਨੇ। ਹੁਣ ਆਪਾਂ ਇੱਥੇ ਰਹਿੰਦੇ ਆ ਜਾਂ ਇੱਥੇ ਰਹਿੰਦੇ ਆਪਾਂ ਕਹਿ ਦਿੰਦੇ ਕਿ ਬਾਹਰ ਦੇ ਦੇ ਯਾਰ ਕੱਪੜੇ ਧੋਣ ਨੂੰ ਦੇ ਦੇ, ਚਲੋ ਠੀਕ ਆ, ਸਾਰੇ ਬਣ ਕੇ ਪ੍ਰੈਸ ਹੋ ਕੇ ਵੀ ਆ ਜਾਣਗੇ, ਪੈਸੇ ਦੇ ਕੇ ਹੋਇਆ ਕੰਮ। ਪਰ ਜਿਹੜੀ ਵਾਈਬ ਜੁੜੀ ਹੈ ਨਾਲ, ਉਹ ਇੱਕ ਬਲੈਸਿੰਗਸ ਆ, ਤੁਹਾਡੀ ਮਾਂ ਦੀਆਂ ਦੁਆਵਾਂ ਹੁੰਦੀਆਂ। ਮੈਂ ਉੱਥੋਂ ਆਇਆ ਵੀ ਮੈਨੂੰ ਨਾ 2 ਦਿਨ ਦੀ ਰੋਟੀ ਮੰਮੀ ਨੂੰ ਪਾ ਕੇ ਕਹਿੰਦੇ ਰੋਟੀ ਘਰ ਦੀ ਖਾਣੀ ਜਾ ਕੇ, ਭਾਵੇਂ ਬੇਹੀ ਖਾ ਲਾ, ਘਰ ਦੀ ਕੋਈ ਗੱਲ ਨਹੀਂ, ਬਾਹਰ ਖਾਣ ਨਾਲ ਚੰਗਾ ਕਿ ਘਰ ਦੀ ਖਾ ਲਾ। ਤੇ ਉਹ ਚੀਜ਼ਾਂ ਨਾਲ ਲੈ ਕੇ ਉਹ ਸਕੂਨ ਹੈ,
ਮੈਨੂੰ ਲੱਗਦਾ ਉਹ ਉਹਨਾਂ 'ਚ ਹੀ ਸਕੂਨ ਹੈ, ਛੋਟੀ ਛੋਟੀ ਚੀਜ਼ਾਂ 'ਚ ਸਕੂਨ ਹੈ ਜੀ। ਹਾਂਜੀ। ਅੱਛਾ, ਜਦੋਂ ਪਹਿਲਾ ਗਾਣਾ ਆਊਟ ਹੋਇਆ ਮੰਮੀ ਦੇ ਨਾਲ ਬੈਠ ਕੇ ਦੇਖਿਆ ਤੁਸੀਂ? ਹਾਂਜੀ, ਮੈਂ ਮੰਮੀ ਉਹਨਾਂ ਨੂੰ ਪਹਿਲਾਂ ਟੀਜ਼ਰ ਦਿਖਾਇਆ, ਫਿਰ ਮੈਂ ਫਾਦਰ ਸਾਹਿਬ ਉਹਨਾਂ ਨੂੰ ਪਹਿਲਾਂ ਕਲਿੱਪਸ ਲਈਆਂ ਵਿੱਚ ਥੋੜ੍ਹੀਆਂ ਰਾਈਜ਼ਿੰਗ ਸਟਾਰ ਦੀਆਂ, ਕਿ ਉੱਥੋਂ ਸ਼ੁਰੂ ਹੋਇਆ ਜਾਣਾ, ਕਿਉਂਕਿ ਇੱਕ ਜਰਨੀ ਬਣ ਜਾਂਦੀ, ਤੁਹਾਡਾ ਇਤਿਹਾਸ ਬਣ ਜਾਂਦਾ, ਤੁਹਾਡੀ ਆਪਣੀ ਬਾਇਓਗ੍ਰਾਫੀ ਬਣ ਜਾਂਦੀ। ਉਹ ਚੀਜ਼ਾਂ ਜੋੜ ਕੇ ਆਡੀਅנס ਨੂੰ ਬਹੁਤ ਬੜਾ ਉਹਨਾਂ ਨੇ ਪਿਆਰ ਦਿੱਤਾ। ਤੇ ਪਹਿਲਾ ਗਾਣਾ ਵੀ ਮੰਮੀ ਨੂੰ ਦਿਖਾਇਆ ਕਿ ਹਾਂ ਮੰਮੀ ਆਹ ਗਾਣਾ ਆਉਣ ਲੱਗਿਆ। ਮੰਮੀ ਕਹਿੰਦੀ ਇੱਥੇ ਨਾ ਹੋਰ ਵਧੀਆ ਐਕਟਿੰਗ ਕਰ ਲੈਣਾ ਸੀ ਜਿੱਦਾਂ ਹੁੰਦਾ ਨਾ। ਤੇ ਉਹ ਮੈਨੂੰ ਬੜਾ ਵਧੀਆ ਲੱਗਦਾ ਕਈ ਵੇਲੇ ਏਦਾਂ ਮੰਮੀ ਨੂੰ, ਉਹ ਮੰਮੀ ਤੁਹਾਨੂੰ ਕੀ ਪਤਾ, ਨਹੀਂ ਮੈਨੂੰ ਨਹੀਂ ਪਤਾ ਪਰ ਏਦਾਂ ਹੋ ਸਕਦਾ ਸੀ, ਮੈਨੂੰ ਲੱਗਦਾ ਹੈ ਹਾਂ। ਤੇ ਪਿਆਰ ਵੀ ਬਹੁਤ ਕਰਦੇ ਨੇ, ਕ੍ਰਿਟਿਸਾਈਜ਼ ਵੀ ਕਰਦੇ ਨੇ, ਤੇ ਵਧੀਆ, ਮੈਨੂੰ ਤਾਂ ਵਧੀਆ ਲੱਗਦਾ ਕਿ ਏਦਾਂ ਜਦੋਂ ਹਾਂ ਮੈਨੂੰ ਲੱਗਦਾ ਘਰ ਦੇ ਬੈਸਟ ਕ੍ਰਿਟਿਕਸ ਘਰ ਦੇ ਹੀ ਹੁੰਦੇ ਨੇ, ਓਨੈਸਟ ਤੁਹਾਨੂੰ ਦੱਸਦੇ ਨੇ। ਮੈਂ ਤਾਂ ਕੀ ਦੱਸਾਂ, ਕਈ ਵਾਰ ਨਾ ਸ਼ੋਅ ਤੇ ਜਾਣ ਲੱਗੇ ਕਿ ਨਹੀਂ ਤੂੰ ਆਹ ਗਾਣਾ ਗਾਈ, ਮੈਂ ਕਿਹਾ ਮੰਮੀ ਉੱਥੇ ਏਦਾਂ, ਉਹ ਨਹੀਂ ਉੱਥੇ ਤੂੰ ਆਹ ਗਾਣਾ ਗਾ। ਹਾਂ ਉਹ ਕਈ ਵੇਲੇ ਨਾ ਸਮਝ ਨਹੀਂ ਆਉਂਦੀ ਸੱਚੀ, ਕਈ ਵੇਲੇ ਪਤਾ ਨਹੀਂ ਉਹਨਾਂ ਦੇ ਦਿਲ 'ਚ ਕਿੱਦਾਂ ਆ ਜਾਂਦੀ, ਸੋਚ ਵਿੱਚ ਕਿਵੇਂ ਆ ਜਾਂਦਾ ਹਨਾ, ਉਹ ਸਹੀ ਹੋ ਜਾਂਦਾ ਉੱਥੇ ਜਾ ਕੇ। ਵਾਈ ਵੀ ਏਦਾਂ ਦੀ ਘਰੋਂ ਬਣਾ ਕੇ ਭੇਜਦੇ ਨੇ ਹਨਾ। ਤੇ ਫੈਮਿਲੀ ਬਹੁਤ ਇੰਪੋਰਟੈਂਟ ਆ, ਮੈਨੂੰ ਲੱਗਦਾ ਰਿਸਪੋਂਸਿਬਿਲਿਟੀ ਲੈਣੀ ਬਹੁਤ ਜ਼ਰੂਰੀ ਹੈ। ਕਈ ਵੇਲੇ ਅਸੀਂ ਕੁਆਰੇਪਣ ਦੇ ਵਿੱਚ ਇਹ ਹੁੰਦਾ ਕਿ ਯਾਰ ਝੱਲੇ ਹੋ ਜਾਓ ਕਿ ਠੀਕ ਹੈ ਕੰਮ ਕਰੋ, ਪਰ ਕੰਮ ਜ਼ਰੂਰੀ ਨਹੀਂ ਹੈਗਾ ਕਿ ਕੰਮ ਹੀ ਕਰਨਾ, ਉਹ ਮਿਹਨਤ ਨਹੀਂ ਹੈਗੀ। ਮਿਹਨਤ ਦੇ ਨਾਲ ਤੁਸੀਂ ਆਪਣਾ ਆਪ ਕਿਵੇਂ ਤੁਸੀਂ ਰਿਐਕਟ ਕਰਦੇ ਹੋ ਚੀਜ਼ਾਂ ਨੂੰ ਲੈ ਕੇ, ਫੈਮਿਲੀ ਨੂੰ ਕਿਵੇਂ ਰਿਐਕਟ ਕਰਦੇ ਹੋ, ਬਹੁਤ ਜ਼ਰੂਰੀ ਚੀਜ਼ਾਂ ਨੇ। ਇਹ 1.5 ਸਾਲ ਦੇ ਵਿੱਚ ਮੈਨੂੰ ਲੱਗਦਾ ਇਹ ਮੈਂ ਖੁਦ ਓਬਜ਼ਰਵ ਕੀਤਾ ਆਪਣੇ ਆਪ 'ਚ ਕਿ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਓਕੇ, ਲੇਕਿਨ ਇਸ ਬੈਲੈਂਸਿੰਗ ਨੇਚਰ ਨੂੰ ਅਡਾਪਟ ਕਰਨ ਦੇ ਵਿੱਚ ਟਾਈਮ ਲੱਗਦਾ ਹੈ। ਸੋ ਤੁਹਾਡਾ ਗਾਣਾ ਵੀ ਹੈ ਪਾਗਲ, ਹੈ ਨਾ, ਮੈਂ ਉਹਦੇ ਤੇ ਆਉਣਾ ਚਾਹੂੰਗੀ। ਬੈਨੇਟ ਦੋਸਾਂਝ ਜ਼ਿੰਦਗੀ 'ਚ ਪਾਗਲ ਕਦੋਂ ਹੋਇਆ, ਜਦੋਂ ਉਹਨੂੰ ਮਤਲਬ ਇੱਕ ਆਪਣੇ ਅੰਦਰ ਹੁੰਦਾ ਨਾ, ਅਸੀਂ ਦੁਨੀਆ ਨੂੰ ਨਹੀਂ ਜਤਾਉਂਦੇ ਪਰ ਕਹਿੰਦੇ ਵੀ ਅੰਦਰੋਂ ਮੈਂ ਪਾਗਲ ਹੋ ਰਿਹਾ, ਮੈਂ ਪਾਗਲ ਹੋ ਰਿਹਾ, ਉਹ ਮੋਮੈਂਟ ਕਿਹੜਾ ਸੀਗਾ, ਉਹ ਫੇਸ ਕਿਹੜਾ ਸੀ? ਪਾਗਲ ਮੈਨੂੰ ਲੱਗਦਾ 2-3 ਚੀਜ਼ਾਂ ਦੇ ਨਾਲ ਮੈਂ ਜੋੜ ਸਕਦਾ ਪਾਗਲਪਨ ਇੱਕ ਤਾਂ ਹੋ ਗਿਆ ਆਪਣੇ ਕੈਰੀਅਰ ਨੂੰ ਲੈ ਕੇ ਹਨਾ, ਤੇ ਦੂਜਾ ਪਾਗਲਪਨ ਇਹ ਹੋ ਜਾਂਦਾ ਜਦੋਂ ਤੁਹਾਨੂੰ ਚੀਜ਼ ਨਹੀਂ ਮਿਲਦੀ, ਤੁਸੀਂ ਸੋਚੀ ਹੋਵੇ ਯਾਰ ਮੈਂ ਕਿਉਂ, ਕੀ ਰਹਿ ਰਿਹਾ, ਕੀ ਕਮੀ ਰਹਿ ਰਹੀ ਹੈ। ਕਈ ਵਾਰ ਇੱਕ ਕਮੀ ਤੁਹਾਡੇ ਕੰਮ 'ਚ ਨਹੀਂ ਹੁੰਦੀ, ਤੁਹਾਡੀ ਨੇਚਰ 'ਚ ਹੁੰਦੀ, ਮੈਨੂੰ ਏਦਾਂ ਲੱਗਦਾ। ਜਾਣੀ ਕਿ ਜਦੋਂ ਤੁਸੀਂ ਉਸ ਚੀਜ਼ ਨੂੰ ਤਿਆਰ ਹੀ ਨਹੀਂ ਕਰ ਪਾਉਂਦੇ, ਇੱਕ ਪੂਰੀ ਪਾਵਰ ਨਹੀਂ ਅੰਦਰੋਂ ਕ੍ਰੀਏਟ ਕਰ ਪਾਉਂਦੇ ਕਿ ਉਹਨੂੰ ਮੈਂ ਸਾਂਭੂਗਾ ਜਾਂ ਮੈਂ ਉਸ ਚੀਜ਼ ਨੂੰ ਹੰਢਾ ਲੂੰਗਾ, ਕਿਉਂਕਿ ਵੱਡੀ ਜ਼ਿੰਮੇਵਾਰੀ ਦੇ ਨਾਲ ਵੱਡੀ ਰਿਸਪੋਂਸਿਬਿਲਿਟੀ ਆਉਂਦੀ ਆ। ਤੁਹਾਡੇ ਕੋਲ ਵੱਡਾ ਟੈਗ ਆ, ਵੱਡਾ ਫੇਮ ਆ, ਤੁਸੀਂ ਕੁਝ ਗਲਤ ਕਰ ਦੋ ਉਦੋਂ ਉਹ ਵੀ ਤੁਹਾਡੇ ਉੱਤੇ ਨੈਗੇਟਿਵ ਪੈ ਸਕਦਾ ਨਾ। ਹਰ ਚੀਜ਼ ਮੈਟਰ ਕਰਦੀ। ਤੇ ਜਦੋਂ ਤੁਹਾਨੂੰ ਫੇਮ ਮਿਲਣਾ ਜਾਂ ਤੁਹਾਨੂੰ ਵੱਡੀ ਪਾਵਰ ਮਿਲਣੀ ਆ, ਉਹਦੇ ਨਾਲ ਤੁਹਾਨੂੰ ਪਹਿਲਾਂ ਉਹ ਤਿਆਰ ਕਰ ਲੈਣਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਵਾਹਿਗੁਰੂ ਨੇ ਮੈਨੂੰ ਉਹੀ ਤਿਆਰ ਕਰਨ ਲਈ ਟਾਈਮ ਦਿੱਤਾ। ਹਰ ਬੰਦੇ ਨੇ ਮੈਨੂੰ ਇਹੀ ਪੋਜ਼ਿਟਿਵ ਚ ਕਿਹਾ ਕਿ ਜੇ ਨਹੀਂ ਹੋ ਰਿਹਾ ਕੋਈ ਗੱਲ ਨਹੀਂ, ਮਤਲਬ ਜਾਣੀ ਕਿ ਜਿਸ ਹਿਸਾਬ ਨਾਲ ਆਪਾਂ ਸੋਚ ਰਹੇ, ਇਹ ਨਹੀਂ ਕਹਿ ਰਹੇ ਕਿ ਮਤਲਬ ਕਿ ਵਧੀਆ ਰਿਸਪੌਂਸ ਤਾਂ ਜਿੰਨੇ ਸੁਣਦੇ ਤਾਂ ਵਧੀਆ ਹੀ ਕਹਿ ਰਹੇ ਨੇ, ਪਰ ਕਈ ਵੇਲੇ ਹੁੰਦਾ ਕਿ ਸਾਨੂੰ ਇੱਕ ਕਿੱਕ ਹੋਣੀ ਚਾਹੀਦੀ ਹੈ ਕਿ ਹਾਂ ਚੀਜ਼ ਇੰਨੇ ਕੁ ਲੈਵਲ ਤੱਕ ਜਾਣੀ ਚਾਹੀਦੀ ਹੈ। ਹੁਣ ਅੱਜ ਕੱਲ੍ਹ ਕਾਊਂਟਿੰਗ ਚੱਲ ਪਈ ਨਾ ਕਿ ਵਿਊਜ਼ ਇੰਨੇ ਨਾ ਕਾਈਂਡ ਆਫ, ਪਰ ਰਿਸਪੌਂਸ ਉਹ ਵਧੀਆ ਹੀ ਆਉਂਦਾ ਹਮੇਸ਼ਾ। ਪਰ ਇੱਕ ਕਹਿੰਦੇ ਹੁੰਦੇ ਨੇ ਕਿ ਆਹ ਗਾਣਾ ਤੁਹਾਡੀ ਲਾਈਫ ਦਾ ਗਾਣਾ, ਉਹ ਹਾਲੇ ਤੱਕ ਮੈਂ ਮਤਲਬ ਉਸ ਦੀ ਭਾਲ ਦੇ ਵਿੱਚ ਆਪਾਂ ਪਾਗਲਪਨ ਚੱਲ ਰਿਹਾ ਕਿ ਆਪਾਂ ਆਹ ਚੀਜ਼ ਨੂੰ ਆਪਾਂ ਇੱਥੇ ਤੱਕ ਲੈ ਕੇ ਜਾਣਾ ਜਾਂ ਸਾਡਾ ਇਹ ਇੱਕ ਗੋਲ ਹੈ। ਪਹਿਲਾਂ ਤਾਂ ਮਤਲਬ ਰਾਈਜ਼ਿੰਗ ਸਟਾਰ ਗੋਲ ਸੀ, ਉਹ ਤਾਂ ਬੈਸਟ ਹੋ ਗਿਆ ਕਿ ਹਾਂ ਮੈਂ ਕੀਤਾ, ਉਹਦੇ ਲਈ ਮਿਹਨਤ ਕੀਤੀ, ਪਰ ਉਸ ਤੋਂ ਬਾਅਦ ਸੋਚਿਆ ਸੱਚੀ ਨਹੀਂ ਕੁਛ ਨਹੀਂ ਸੋਚਿਆ ਸੀ। ਤੇ ਸੋਚਣਾ, ਪਲਾਨ ਕੀਤਾ, ਆ ਚੀਜ਼ਾਂ ਗਾਣੇ ਬਣਾਉਣੇ ਸ਼ੁਰੂ ਕੀਤੇ, ਹੌਲੀ ਹੌਲੀ ਬਾਅਦ 'ਚ ਪਤਾ ਲੱਗਦਾ। ਤੇ ਪਹਿਲਾਂ ਤਾਂ ਇਹੀ ਨਹੀਂ ਪਤਾ ਲੱਗਦਾ ਕਿ ਆਪਾਂ ਸਾਂਭਣਾ ਕਿਵੇਂ ਆ ਜਾਂ ਕਿਸੇ ਨਾਲ ਕਿੱਦਾਂ ਰਿਐਕਟ ਕਰਨਾ। ਕਈ ਵੇਲੇ ਇਹ ਹੁੰਦਾ, ਮੈਂ ਨਾ ਸੋਚਦਾ ਹੁੰਦਾ ਜਿਹੜਾ ਫੇਮ ਉਹਨੂੰ ਕੈਸ਼ ਕਰਨਾ ਚਾਹੀਦਾ। ਤੁਹਾਨੂੰ ਕੋਈ ਚੀਜ਼ ਮਿਲੀ ਹੈ, ਉਹਨੂੰ ਕੈਸ਼ ਕਿਵੇਂ ਕਰਨਾ ਇਹ ਤੁਹਾਨੂੰ ਆਉਣਾ ਚਾਹੀਦਾ। ਅਸੀਂ ਫ੍ਰੀ ਜੀ ਪਹਿਲਾਂ ਸਾਰਾ ਮਤਲਬ ਕਹਿੰਦੇ ਨੇ ਨਾ, ਉਹੀ ਟਾਈਮ ਹੁੰਦਾ ਆਰਟਿਸਟ ਕੋਲ। ਟਾਈਮ ਕੀ ਹੁੰਦਾ ਜਦੋਂ ਤੁਸੀਂ ਤੁਹਾਡੀ ਵੈਲਿਊ ਆ, ਤੁਸੀਂ ਵੈਲਿਊ ਨੂੰ ਕੈਸ਼ ਕਿਵੇਂ ਕਰਨਾ। ਅਗਰ ਤੁਸੀਂ ਨਹੀਂ ਕੈਸ਼ ਕੀਤਾ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਵੇਸਟ ਕਰ ਲਿਆ। ਅੱਛਾ, ਯਾਰੀ ਦੋਸਤੀ ਭਾਈਚਾਰੇ ਦੇ ਵਿੱਚ ਕਿੰਨਾ ਕੁ ਖੋਇਆ? ਬਹੁਤ ਵੀਰੇ ਇੱਥੇ ਏਦਾਂ ਚਲੋ ਉਹ ਵੀ ਇੱਕ ਪੜਾਅ ਹੁੰਦਾ, ਤੁਹਾਨੂੰ ਸਮਝ ਨਹੀਂ ਆਉਂਦਾ ਉਸ ਟਾਈਮ, ਤੁਹਾਨੂੰ ਲੱਗਦਾ ਕਿ ਚੱਲ ਜਾਣਾ ਕੋਈ ਗੱਲ ਨਹੀਂ, ਪਰ ਕਈ ਵੇਲੇ ਉਹ ਚੀਜ਼ਾਂ ਤੁਹਾਨੂੰ ਮੈਟਰ ਕਰਦੀਆਂ ਨੇ। ਤੁਹਾਨੂੰ ਟਾਈਮ ਤੋਂ ਬਾਅਦ ਸਮਝ ਆਉਂਦਾ ਹੈ। ਮੈਨੂੰ ਲੱਗਦਾ ਆਰਟਿਸਟ ਦੇ ਨਾਲ ਤੁਹਾਨੂੰ ਬਿਜ਼ਨਸ ਮਾਈਂਡ ਹੋਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਨਹੀਂ ਹੈਗੇ ਨਾ, ਤੁਸੀਂ ਆਪਣਾ ਟੈਲੈਂਟ ਵੇਸਟ ਕਰ ਦੋ। ਤੁਸੀਂ ਭਾਵੇਂ ਹੀਰੇ ਹੋ ਨਾ, ਤੁਹਾਨੂੰ ਵੇਚਣਾ ਨਹੀਂ ਆਉਂਦਾ, ਆਪਣੇ ਆਪ ਨੂੰ ਕਿਵੇਂ ਵੇਚ ਲਾਂਗੇ? ਤੁਹਾਨੂੰ ਕਿਤੇ ਨਾ ਕਿਤੇ ਸੈਂਸ ਹੋਣੀ ਚਾਹੀਦੀ ਕਿ ਹਾਂ ਆਹ ਚੀਜ਼ ਮੈਂ ਐਵੇਂ ਕਰ ਸਕਦਾ। ਅੱਛਾ ਬੈਨਟ, ਤੁਸੀਂ ਸਕੂਲ ਟਾਈਮ ਦੀ ਗੱਲ ਕਰੀਏ, ਪਿੰਡ ਦੀ ਗੱਲ ਕਰੀਏ, ਕਿੱਦਾਂ ਦੀ ਤੁਹਾਡੀ ਪਰਸਨੈਲਿਟੀ ਕਾਊਂਟ ਹੁੰਦੀ ਸੀ? ਵੀ ਸ਼ਰੀਫ ਹੈ ਜਾਂ ਭਲਾ ਮਾਨਸ ਹੈ ਜਾਂ ਸਮਾਰਟ ਹੈ? ਆਈ ਮੀਨ ਕਿਹੜਾ ਟੈਗ ਹਮੇਸ਼ਾ ਤੁਹਾਡੇ ਪਰਸਨੈਲਿਟੀ ਨਾਲ ਜੋੜਿਆ ਗਿਆ? ਮੈਂ ਪਹਿਲਾਂ ਤੋਂ ਹੀ ਆਲ ਰਾਊਂਡਰ ਰਿਹਾ ਜੀ। ਮੈਂ ਸਕੂਲ ਦੇ ਵਿੱਚ ਮੈਨੂੰ ਬੜੀ, ਕਿਉਂਕਿ ਮੈਂ ਬੜਾ ਵਿੱਚ ਸਪੋਰਟਸ ਦੇ ਵਿੱਚ ਜਾਣਾ, ਪੜ੍ਹਾਈ ਦੇ ਵਿੱਚ ਫਸਟ ਆਉਣਾ,
ਮਤਲਬ ਮੇਰਾ ਪਹਿਲਾਂ ਤੋਂ ਹੀ ਬਣ ਗਿਆ, ਕਿਉਂਕਿ ਇੱਕ ਇਹ ਵੀ ਸੀਗਾ ਕਿ ਘਰ ਜਾ ਕੇ ਮੈਂ ਮੈਡਲ ਲੈ ਕੇ ਜਾਣੇ ਜਾਂ ਅਵਾਰਡ ਲੈ ਕੇ ਜਾਣੇ। ਪਹਿਲਾਂ ਹੁੰਦਾ ਸੀ ਕਿ ਫਾਦਰ ਸਾਹਿਬ ਥੋੜੀ ਖੁਸ਼ਕ ਨੇਚਰ, ਥੋੜੀ ਜਿਹੀ ਮਤਲਬ ਜਾਣੀ ਕਿ ਸਖਤ ਨੇਚਰ ਕਹਿ ਸਕਦੇ ਹਾਂ, ਹਨਾ। ਉਹਨਾਂ ਨੂੰ ਪਿਆਰ ਨਹੀਂ ਆਉਂਦਾ ਜਲਦੀ ਕਿਸੇ, ਜਾਂ ਤਾਂ ਪਿੱਠ ਪਿੱਛੇ ਤਾਂ ਬਹੁਤ ਪਿਆਰ ਕਰਦੇ ਨੇ, ਉਹਨਾਂ ਨੂੰ ਕਹਿ ਕੇ ਮੇਰਾ ਮੁੰਡਾ ਜਿੱਦਾਂ ਦਿਖਾਉਣਾ ਨਹੀਂ ਆਉਂਦਾ। ਤੇ ਉਹ ਮੈਂ ਹਮੇਸ਼ਾ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ। ਇੱਕ ਮੈਂ ਛੋਟਾ ਸੀ ਸਾਰਿਆਂ ਨਾਲੋਂ, ਤੇ ਉੱਪਰ ਥੋੜਾ ਜਿਹਾ ਇਦਾਂ ਸੀਗਾ, ਡੈਡੀ ਹੁਣੀ ਕਹਿੰਦੇ ਸੀ ਸਿਸਟਰ ਨੂੰ ਪੜਾਉਣਾ ਜਾਂ ਇਦਾਂ ਨਾ, ਤੇ ਉਹ ਮੈਂ ਹਮੇਸ਼ਾ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਂ ਮੈਂ ਆਹ ਕਰ ਦੇਵਾਂ ਤੇ ਡੈਡੀ ਖੁਸ਼ ਹੋ ਜਾਣਗੇ। ਤੇ ਉਹ ਬਹੁਤ ਕੋਸ਼ਿਸ਼ ਕੀਤੀ, ਉਹਦੇ ਵਿੱਚ ਮੈਨੂੰ ਲੱਗਦਾ ਮੈਂ ਆਪਣੀ ਪਰਸਨੈਲਿਟੀ ਨੂੰ ਨਿਖਾਰਿਆ ਵੀ ਬਹੁਤ। ਤੇ ਹਰ ਤਰ੍ਹਾਂ ਦੀ ਮੈਂ ਚੀਜ਼ ਸਿੱਖੀ, ਮੈਂ ਗਾਉਣਾ ਵਜਾਉਣਾ ਸਿੱਖਿਆ ਸ਼ੁਰੂ ਤੋਂ ਹੀ, ਹਨਾ। ਤੇ ਫਿਰ ਸਟੱਡੀ ਦੇ ਵਿੱਚ ਮੈਂ ਅਵਾਰਡ ਹਮੇਸ਼ਾ ਫਸਟ ਆਉਣਾ ਜਾਂ ਮੈਰਿਟ ਲਿਸਟ ਲੈ ਕੇ ਆਉਣੀ, ਕਿ ਹਾਂ ਮੈਨੂੰ ਕਹਿ ਨਾ ਦੇਣ ਘਰ ਦੇ ਕਿ ਹਟ ਜਾ ਹੁਣ ਪੜ੍ਹਨ, ਇੱਦਾਂ ਦਾ ਔਰਾ ਸੀ, ਹਨਾ। ਤੇ ਸਕੂਲ ਦੇ ਵਿੱਚ ਕਾਲਜ ਵਿੱਚ ਸਾਰੇ ਮਤਲਬ ਸ਼ਰਾਰਤੀ ਵੀ ਬਹੁਤ ਸੀ, ਜਿੰਨਾ ਮੈਂ ਪੜ੍ਹਦਾ ਹੁੰਦਾ ਸੀ ਉਨਾ ਸ਼ਰਾਰਤੀ ਸੀ ਮੈਂ। ਮਤਲਬ ਦਾ ਇਕਨੋਮਿਕਸ ਦੀ ਕਲਾਸ ਵਿੱਚ ਨਾ, ਕਲਾਸ ਮੈਂ ਜ਼ਰੂਰ ਲਾਉਂਦਾ ਸੀ, ਮੈਂ ਕਦੀ ਬੰਕ ਨਹੀਂ ਮਾਰੀ, ਮੈਨੂੰ ਵਧੀਆ ਲੱਗਦਾ ਹੁੰਦਾ ਸੀ ਮਾਹੌਲ। ਸਿਰਫ ਪੜ੍ਹਾਈ ਕਰਕੇ ਜਾਂ ਵੈਸੇ ਹੀ ਸ਼ਰਾਰਤੀ ਬਹੁਤ ਸੀ, ਸਿਰਫ ਸ਼ਰਾਰਤ ਕਰਕੇ? ਕੰਪਿਊਟਰ ਐਪਲੀਕੇਸ਼ਨ ਦੀ ਮੈਡਮ ਨੂੰ ਬਹੁਤ ਮਤਲਬ ਫੁੱਲ ਦੇ ਦੇਣਾ ਕਦੀ ਜਾ ਕੇ ਨਾ, ਮਤਲਬ ਝਾਂਜਰਾਂ ਨਹੀਂ ਦਿੱਤੀਆਂ ਕਦੀ? ਝਾਂਜਰਾਂ ਨਹੀਂ ਦਿੱਤੀਆਂ, ਝਾਂਜਰਾਂ ਹੁਣ ਮੈਂ ਲੱਭੂਗਾ ਫਿਰ ਝਾਂਜਰਾਂ ਉਹਨੂੰ ਮਿਲਣਗੀਆਂ। ਓਕੇ, ਅੱਛਾ ਇਹ ਤਾਂ ਘਰ ਦੀਆਂ ਗੱਲਾਂ ਹੋ ਗਈਆਂ, ਡੈਡ ਦੀ ਨੇਚਰ ਨੇ ਸਿਖਾਇਆ, ਭੈਣ ਦੀ ਰਿਸਪੌਂਸਿਬਿਲਿਟੀ ਨੇ ਸਿਖਾਇਆ, ਇੰਡਸਟਰੀ ਨੇ ਕੀ ਸਿਖਾਇਆ? ਇੰਡਸਟਰੀ ਨੇ ਸਿਖਾਇਆ ਕਿ ਤੁਸੀਂ ਚੱਲਣਾ ਕਿਵੇਂ ਚੱਲਣਾ, ਮਤਲਬ ਤੁਸੀਂ ਨਾਲ ਬੈਠੋ, ਦਿਲ ਨਾ ਖੋਲੋ। ਇਹ ਪਹਿਲਾ ਪੁਆਇੰਟ ਆ ਕਿ ਤੁਸੀਂ ਜਿਹਦੇ ਨਾਲ ਬੈਠੋ ਤੁਹਾਡਾ ਦਿਲ ਖੋਲਣਾ ਨਹੀਂ ਚਾਹੀਦਾ, ਕਿਉਂਕਿ ਤੁਹਾਡੇ ਚੁਗਿਰਦਾ ਜਿਹੜਾ ਤੁਹਾਡਾ ਉਹੀ ਰਹਿਣਾ ਜਿਹੜਾ ਬਚਪਨ ਤੋਂ ਤੁਹਾਡੇ ਨਾਲ ਸੀ ਜੀ। ਤੁਸੀਂ ਜਿਨ੍ਹਾਂ ਨਾਲ ਪਹਿਲਾਂ ਦਿਲ ਖੋਲਿਆ, ਜਿਹੜੇ ਤੁਹਾਡੇ ਮਾੜੇ ਟਾਈਮ 'ਚ ਨਾਲ ਸੀ, ਚੰਗੇ ਟਾਈਮ 'ਚ ਵੀ ਉਹਨਾਂ ਨਾਲ ਹੀ ਦਿਲ ਖੋਲਣਾ। ਇੰਡਸਟਰੀ ਦੇ ਬੰਦੇ ਨਾਲ ਕਦੀ ਦਿਲ ਨਹੀਂ ਖੋਲਣਾ। ਮੈਂ ਮਤਲਬ ਇਹ ਸਿੱਖਿਆ ਜੀ। ਮੈਂ ਕੁਝ ਹੋ ਸਕਦੇ ਆ, ਮੈਨੂੰ ਇਹ ਨਹੀਂ ਕਹਿ ਰਿਹਾ ਕਿ ਸਾਰੇ ਮਾੜੇ ਆ, ਬਹੁਤ ਵੈਲ ਵਿਸ਼ਰਸ ਵੀ ਹੁੰਦੇ ਨੇ, ਪਰ ਮੋਸਟਲੀ ਇਦਾਂ ਹੁੰਦਾ ਜਦੋਂ ਤੁਸੀਂ ਆਪਣੇ ਚੀਜ਼ ਕੁਝ ਦੱਸਦੇ ਹੋ ਨਾ, ਤੁਸੀਂ ਆਪਣੇ ਦਿਲ ਤੋਂ ਦੱਸਦੇ ਹੋ ਕਿ ਯਾਰ ਏਦਾਂ ਆਹ ਚੀਜ਼ ਹੋ ਰਹੀ ਵੀਰੇ ਏਦਾਂ, ਹਨਾ। ਉਹ ਦੂਜੀ ਗੱਲ ਹੈ ਨਾ, ਕੁਝ ਹੋਰ ਹੀ ਬਣ ਜਾਂਦੀ। ਜਦੋਂ ਸਾਨੂੰ ਬਾਹਰ ਚੋਂ ਕਿਸੇ ਬੰਦੇ ਕੋਲ ਪਤਾ ਲੱਗਦਾ ਫਿਰ ਤੁਹਾਡਾ ਦਿਲ ਬਹੁਤ ਟੁੱਟਦਾ। ਅੱਛਾ, ਉੱਥੇ ਆਉਣ ਲੱਗੀ ਸੀ, ਦਿਲ ਬਹੁਤ ਟੁੱਟਦਾ ਹੈ ਨਾ। ਰਿਊਮਰਸ ਬੜੇ ਜੁੜਦੇ ਨੇ, ਇੱਕ ਵਾਰ ਤੁਸੀਂ ਸੈਲੀਬ੍ਰਿਟੀ ਬਣ ਜਾਓ, ਇਹ ਵੀ ਸਟੇਟਮੈਂਟ ਅਕਸਰ ਸੁਣਨੀ ਪੈਂਦੀ ਹੈ, 2 ਗਾਣੇ ਕੀ ਚੱਲ ਗਏ ਹੁਣ ਨਜ਼ਰ ਪਛਾਣਦਾ ਨਹੀਂ, 2 ਗਾਣੇ ਕੀ ਚੱਲ ਗਏ ਇਹਨੇ ਤਾਂ ਸਾਨੂੰ ਬੁਲਾਉਣਾ ਛੱਡਤਾ, ਸਾਡਾ ਫੋਨ ਨਹੀਂ ਚੱਕਦਾ। ਔਰ ਇਹ ਗੱਲ ਇੰਡਸਟਰੀ 'ਚ ਐ ਘੁੰਮਦੀ ਹੈ ਕਿ ਜਦੋਂ ਸਾਡੇ ਤੱਕ ਪਹੁੰਚਦੀ ਹੈ ਘੁੰਮ ਘਮਾ ਕੇ ਤੇ ਦਿਲ ਨੂੰ ਬੜੀ ਠੇਸ ਪਹੁੰਚਦੀ ਹੈ। ਮੈਂ ਤੁਹਾਨੂੰ ਇਹੀ ਗੱਲ ਦੱਸਦਾ, ਹੁਣ ਮੇਰੀ ਨੇਚਰ ਇੱਦਾਂ ਦੀ, ਜਿਹੜੇ ਮੇਰੀ ਸਰਕਲ ਦੇ ਵਿੱਚ ਚੱਲਣੀ, ਮੈਂ ਪਰਸਨਲੀ ਇਹ ਓਬਜ਼ਰਵ ਕਰਦਾ ਆਪਣੇ ਆਪ ਨੂੰ ਵੀ ਮੈਂ ਹਮੇਸ਼ਾ ਮਾਲਕ ਤੋਂ ਡਰ ਕੇ ਇਹੀ ਗੱਲ ਕੀ, ਜਿਹੜੀ ਜਿੱਥੇ ਆਪਾਂ ਯਾਰੀ ਦੋਸਤੀ ਪਾਈ ਜਾਂ ਕਿਸੇ ਨੇ ਸਾਨੂੰ ਗਾਣਾ ਸ਼ੇਅਰ ਕਰਨ ਨੂੰ ਕਿਹਾ, ਮੈਂ ਮੋਸਟਲੀ ਮਤਲਬ ਸਿੰਪਲ ਗੱਲ ਇਹ ਹੁੰਦੀ ਕਿ ਇੰਡਸਟਰੀ ਦੇ ਆਪਾਂ ਫਰੈਂਡ ਕਿਉਂ ਬਣਾਉਂਦੇ ਆ ਕਿ ਸਰਕਲ ਬਣਦਾ, ਤੁਸੀਂ ਇੱਕ ਦੂਜੇ ਨੂੰ ਕੇਅਰ ਕਰਦੇ ਹੋ, ਇੱਕ ਦੂਜੇ ਨੂੰ ਸਪੋਰਟ ਕਰਦੇ ਹੋ। ਤੇ ਮੇਰੀ ਨੇਚਰ ਹਮੇਸ਼ਾ ਇਦਾਂ ਦੀ ਰਹੀ ਹੈ, ਜੇ ਮੈਨੂੰ ਕਿਸੇ ਨੇ ਗਾਣਾ ਭੇਜਿਆ, ਮੈਨੂੰ ਇਦਾਂ ਵੌਇਸ ਨੋਟ ਨਾ ਭੇਜਣਾ ਪੈ ਜਾ ਉਹਨੂੰ ਦੂਸਰੀ ਵਾਰ ਕਿ ਵੀਰੇ ਕਰੋ ਯਾਰ ਸ਼ੇਅਰ, ਹਨਾ। ਤੇ ਮੈਂ ਹਮੇਸ਼ਾ ਪਹਿਲੇ ਹੀ ਕੀਤੀ, ਮੈਂ ਸਾਲ 1.5 ਸਾਲ ਹੋ ਗਿਆ ਮਤਲਬ ਦੇਖਦੇ ਨੂੰ ਕਿੱਦਾਂ, ਹਮੇਸ਼ਾ ਇਦਾਂ ਕੀਤਾ। ਪਰ ਹੁਣ ਸਾਲ ਤੋਂ ਤਾਂ ਮੈਂ ਮਤਲਬ ਬਿਲਕੁਲ ਕੱਟ ਆਫ ਕਰਤਾ ਸਾਰੇ ਕੱਟ ਆਫ, ਕਿਉਂਕਿ ਸਾਰਾ ਫਰੈਂਡ ਸਰਕਲ ਛੱਡਤਾ। ਤੇ ਉਹ ਪਰਸਨਲੀ ਮੈਂ ਓਬਜ਼ਰਵ ਕੀਤਾ ਕਿ ਮੈਂ ਜਦੋਂ ਕੋਈ ਭੇਜਦਾ ਸੀ, ਮੈਂ ਨਾਲ ਇਹਦਾ ਸ਼ੇਅਰ ਕਰਨਾ, ਪੂਰਾ ਟੈਗ ਕਰਨਾ, ਲਿੰਕ ਜੋੜ ਕੇ ਕਰਨਾ, ਮਤਲਬ ਕਿ ਆਪਣੀ ਨੇਚਰ ਆ ਕਿ ਅਗਲੇ ਨੇ ਜੇ ਭੇਜਿਆ ਆਪਣੀ ਰਿਸਪੌਂਸਿਬਿਲਿਟੀ ਬਣਦੀ। ਪਰ ਮੈਂ ਇਹ ਫੇਸ ਕੀਤਾ, ਜਦੋਂ ਅਸੀਂ ਭੇਜਦੇ ਨਾ ਉਦਾਂ ਨਹੀਂ ਹੁੰਦਾ, ਕਦੀ ਨਹੀਂ ਹੋਇਆ ਏਦਾਂ, ਬਹੁਤ ਘੱਟ, ਬਹੁਤ ਰੇਅਰ ਹੁੰਦਾ ਕਿ ਸਾਨੂੰ ਕਿਸੇ ਨੂੰ ਦੂਜੀ ਵਾਰ ਜਾਣੀ ਕਿ ਉਹ ਹੋ ਜਾਏ ਕਿ ਹਮੇਸ਼ਾ ਕਹਿਣਾ ਹੀ ਪੈਂਦਾ ਜਾਂ ਕਾਲ ਕਰਨਾ ਪੈਂਦਾ। ਫਿਰ ਜਾਂ ਕਿਸੇ ਨੇ ਮੈਸੇਜ ਕਹਿਣਾ ਵੀਰੇ ਫ੍ਰੀ ਹੋ ਕੇ ਕਰਦਾ, ਉਹ ਕਦੀ ਫ੍ਰੀ ਹੋਏ ਨਹੀਂ, ਉਸ ਤੋਂ ਬਾਅਦ ਮੈਂ ਨਹੀਂ ਦੇਖਿਆ ਕਦੀ ਫ੍ਰੀ ਹੋਇਆ, ਠੀਕ ਹੈ, ਹਨਾ। ਜਾਂ ਤਾਂ ਫਿਰ ਮੈਂ ਕਿਹਾ ਯਾਰ ਅਸੀਂ ਏਦਾਂ ਕਾਹਤੇ, ਮੈਂ ਆਪਣੇ ਆਪ ਨੂੰ ਮੈਂ ਇੱਕ ਵਾਰੀ ਸੋਚਦਾ ਕਿ ਯਾਰ ਮੈਂ ਏਦਾਂ ਕਾਹਤੇ ਕਰਦਾ ਫਿਰ, ਹਨਾ। ਕਿਉਂਕਿ ਕਈ ਵੇਲੇ ਏਦਾਂ ਹੋ ਜਾਂਦਾ ਕਿ ਆਪਾਂ ਨੇਚਰ ਬਣਾਉਣਾ ਨਹੀਂ ਚਾਹੁੰਦੇ, ਉਹ ਲੋਕੀ ਬਣਵਾ ਦਿੰਦੇ ਨੇ ਕਿ ਨਹੀਂ ਯਾਰ ਛੱਡ ਯਾਰ, ਆਪਾਂ ਵੀ ਨਹੀਂ ਕਰਨਾ ਜੇ ਅਗਲੇ ਨੇ ਨਹੀਂ ਕੀਤਾ। ਨੋਟ ਤਾਂ ਰਹਿੰਦੀਆਂ ਨੇ ਤੁਹਾਨੂੰ ਚੀਜ਼ਾਂ, ਕਿਉਂਕਿ ਤੁਹਾਡੇ ਨਾਲ ਸਾਰੀਆਂ ਲਿਖੀਆਂ ਜਾਂਦੀਆਂ ਨੇ, ਤੁਸੀਂ ਦੇਖਦੇ ਹੋ ਕਿ ਯਾਰ ਆਹ ਟਾਈਮ ਸੀ ਯਾਰ, ਇਹਨੂੰ ਕਰਨਾ ਚਾਹੀਦਾ ਸੀ। ਪਰ ਕੁਛ ਕੁ ਹੈਗੇ ਨੇ ਜਿਹੜੇ ਸਾਨੂੰ ਬਿਨਾਂ ਬੋਲੇ ਵੀ ਕਰ ਦਿੰਦੇ ਨੇ। ਸਾਨੂੰ ਹਮੇਸ਼ਾ ਉਹਨਾਂ ਦੀ ਜਾਣੀ ਕਿ ਕਦਰ ਕਰਨੀ ਚਾਹੀਦੀ, ਮੈਨੂੰ ਲੱਗਦਾ ਕਦਰ ਕਰਨੀ ਉਹਨਾਂ ਦੀ ਜ਼ਰੂਰੀ ਚਾਹੀਦੀ, ਕਿ ਚਾਹੇ 10 ਫੋਲੋਅਰ ਨੇ ਕਿਸੇ ਨੇ, ਅਗਰ ਤੁਹਾਨੂੰ ਸ਼ੇਅਰ ਕਰਦਾ ਨਾ, ਤੁਸੀਂ ਰੀਸ਼ੇਅਰ ਜ਼ਰੂਰ ਕਰੋ ਜੀ। ਔਰ ਮੈਂ ਹਮੇਸ਼ਾ ਏਦਾਂ ਹੀ ਕਰਦਾ। ਪਰ ਜਦੋਂ ਬੰਦੇ ਨੂੰ ਬਾਰ-ਬਾਰ ਕਹਿਣਾ ਪੈ ਜਾਵੇ, ਫਿਰ ਉਹਦਾ ਕੋਈ ਤੋੜ ਬਣਦਾ ਨਹੀਂ, ਮੈਨੂੰ ਲੱਗਦਾ। ਫਿਰ ਕੀ ਕਰ ਲਾਂਗੇ ਆਪਾਂ ਕਿਸੇ ਨੂੰ, ਫਿਰ ਆਪਾਂ ਕਿਸ ਦਾ ਕਿਵੇਂ ਕਰ ਦਈਏ। ਅੱਛਾ, ਆਰਟਿਸਟ ਬੜੇ ਕੂਲੇ ਸੁਭਾਅ ਦਾ ਹੁੰਦਾ ਹੈ ਨਾ, ਕਈ ਵਾਰ ਸਿਚੁਏਸ਼ਨ ਤੇ ਕੋਈ ਗੱਲ ਇਹੋ ਜਿਹੀ ਹੋ ਜਾਂਦੀ, ਕੋਈ ਫੈਨ ਮੂਮੈਂਟ ਇਹੋ ਜਿਹਾ ਹੋ ਜਾਂਦਾ, ਜਾਂ ਸਟੇਜ ਤੇ ਜਦੋਂ ਮਲਟੀ ਸਿੰਗਰਸ ਪ੍ਰੋਗਰਾਮਸ ਹੁੰਦੇ ਨੇ,
ਕਦੀ ਭਰੀਆਂ ਅੱਖਾਂ ਨਾਲ ਵੀ ਬੈਨੇਟ ਤੁਸੀਂ ਪਰਫਾਰਮ ਕੀਤਾ ਹੈ ਤੇ ਬਾਅਦ ਚ ਆ ਕੇ ਆਪਣੇ ਆਪ ਤੇ ਪ੍ਰਾਊਡ ਫੀਲ ਕੀਤਾ ਹੈ ਕਿ ਹਾਂ ਇਹ ਗੱਲ ਹੋਈ ਤੇ ਮੈਂ ਇੱਕ ਪਰਫਾਰਮਰ ਵਾਂਗੂ ਪਰਫਾਰਮ ਕਰਕੇ ਆਇਆ? ਮੈਨੂੰ ਲੱਗਦਾ ਕਿ ਹਰ ਸਟੇਜ ਤੁਹਾਡੇ ਨਾਲ ਇੱਕ ਵੱਖਰਾ ਐਕਸਪੀਰੀਅੰਸ ਲੈ ਕੇ ਆਉਂਦੀ ਹੈ। ਕੋਈ ਸਟੇਜ ਤੁਸੀਂ ਸੋਚਦੇ ਹੋ ਕਿ ਅੱਜ ਮੇਰਾ ਗਲਾ ਬਹੁਤ ਵਧੀਆ, ਉਦੋਂ ਸੁਰ ਨਹੀਂ ਲੱਗਦੇ ਜਾਂ ਤੁਸੀਂ ਉਸ ਚੀਜ਼ ਤੋਂ ਕਨੈਕਟ ਨਹੀਂ ਕਰ ਪਾਉਂਦੇ ਆਡੀਅנס ਦੇ ਨਾਲ। ਮੈਂ ਮੋਸਟਲੀ ਇਹੀ ਦੇਖਿਆ ਜਦੋਂ ਤੁਸੀਂ ਜ਼ਿਆਦਾ ਸਟ੍ਰੈਸ 'ਚ ਹੁੰਦੇ, ਜ਼ਿਆਦਾ ਉਹ ਹੁੰਦੇ ਹੋ, ਬਰਡਨ ਲੈ ਲੈਂਦੇ ਹੋ, ਫਿਰ ਤੁਹਾਨੂੰ ਪਰਫਾਰਮ ਕਰ ਨਹੀਂ ਹੁੰਦਾ ਉਸ ਹਿਸਾਬ ਨਾਲ, ਹੈ ਨਾ। ਪਰ ਮੈਨੂੰ ਇੱਦਾਂ ਲੱਗਦਾ ਜਿੱਦਾਂ ਜਿਸ ਹਿਸਾਬ ਨਾਲ ਮੇਰਾ ਗਲਾ ਮੇਰਾ ਜਿੱਦਾਂ ਹੁਣ ਕਈ ਵੇਲੇ ਦਾ ਗਲਾ ਮੇਰਾ ਨਾ ਉਹ ਰਹਿੰਦਾ ਖਰਾਸ਼ ਵਾਲਾ, ਕਿਉਂਕਿ ਮੈਂ ਪਹਿਲਾਂ ਤੋਂ ਕਵਾਲੀਆਂ ਕਰਦਾ ਰਹਿੰਦਾ ਸੀ ਉਸ ਹਿਸਾਬ ਨਾਲ, ਹੈ ਨਾ। ਤੇ ਮੈਨੂੰ ਇੱਦਾਂ ਜਦੋਂ ਵੀ ਲੱਗਣਾ ਕਿ ਜਦੋਂ ਮੈਂ ਸੋਚ ਕੇ ਜਾਣਾ ਕਿ ਅੱਜ ਮੈਂ ਵਧੀਆ ਕਰਨਾ, ਉਦੋਂ ਆਪਾਂ ਟੂ ਦੀ ਪੁਆਇੰਟ ਆਪਾਂ ਉੱਥੇ ਤੱਕ ਨਹੀਂ ਜਾ ਪਾਉਂਦੇ। ਪਰ ਜਦੋਂ ਆਪਾਂ ਨੈਚੁਰਲ ਜਾਣੇ ਕਿ ਯਾਰ ਹੋ ਜਾਣਾ ਉਹ ਉਦੋਂ ਬਹੁਤ ਵਧੀਆ ਹੁੰਦਾ। ਤੇ ਇਹ ਚੀਜ਼ਾਂ ਮੇਰੇ ਨਾਲ ਹਮੇਸ਼ਾ ਜੁੜੀਆਂ ਨੇ। ਮੈਂ ਰਾਈਜ਼ਿੰਗ ਸਟਾਰ ਦੀ ਤੁਹਾਨੂੰ ਗੱਲ ਦੱਸਦਾ, ਮੈਂ ਸਾਰੀ ਪਰਫਾਰਮੈਂਸ ਪਾਠ ਕਰਕੇ ਦਿੱਤੀ ਹੈ ਕਿਉਂਕਿ ਮੈਨੂੰ ਪਹਿਲਾਂ ਲੱਗਦਾ ਮੇਰਾ ਗਲਾ ਨਹੀਂ ਚੱਲਣਾ। ਔਰ ਤੁਸੀਂ ਸੋਚ ਨਹੀਂ ਸਕਦੇ 2.5 ਮਿੰਟ ਦੀ ਪਰਫਾਰਮੈਂਸ ਹੁੰਦੀ ਸੀ ਉੱਥੇ, ਤੇ ਮੈਂ ਉਸ ਤੋਂ ਪਹਿਲਾਂ ਮੈਂ ਆਪਣੇ ਬ੍ਰਦਰ ਨੂੰ ਫੋਨ ਕਰਨਾ, ਹਨਾ, ਕਿ ਵੀਰੇ ਇੱਦਾਂ ਇੱਦਾਂ ਹੋ ਰਿਹਾ ਕਿ ਮੈਨੂੰ ਦਿਲ ਘਟਦਾ। ਇੱਕ ਉਹ ਨਾ ਜਦੋਂ ਸ਼ੁਰੂ ਹੁੰਦੀ ਸੀ ਨਾ ਪਰਫਾਰਮੈਂਸ 3 ਵਾਰੀ ਹੁੰਦਾ ਹੈ, ਉਹ ਮੈਂ ਹਮੇਸ਼ਾ 2.5 ਮਿੰਟ ਦੇ ਉਹ ਰਹਿਣਾ ਕਿ ਮੇਰਾ ਸਹੀ ਹੋ ਜਾਏ। ਔਰ ਮੇਰੀਆਂ ਰਿਹਰਸਲਾਂ ਇੰਨੀਆਂ ਕਈ ਵੇਲੇ ਖਰਾਬ ਜਾਣੀਆਂ ਕਿ ਉਹਨਾਂ ਨੇ ਕਹਿਣਾ ਯਾਰ ਅੱਜ ਤੂੰ ਬਾਹਰ ਆ। ਔਰ ਉਹ 2.5 ਮਿੰਟ ਕਿਵੇਂ ਗੁਜ਼ਰਨੇ ਆ ਤੇ ਉਹ ਕਿੰਨੇ ਵਧੀਆ ਗੁਜ਼ਰ ਜਾਣੇ ਆ, ਤੇ ਸਾਰਿਆਂ ਨੇ ਪੋਜ਼ਿਟਿਵ ਹੋ ਜਾਣਾ, ਸਾਰਿਆਂ ਨੇ ਪੋਜ਼ਿਟਿਵ ਕਮੈਂਟ ਹੋ ਜਾਣੇ ਆ। ਉਹ ਮੈਨੂੰ ਲੱਗਦਾ ਕਿ ਉਹ ਮੈਨੂੰ ਰੱਬ ਨੇ ਬਖਸ਼ਿਸ਼ ਕੀਤੀ ਉਹ ਚੀਜ਼। ਹਮੇਸ਼ਾ ਫਾਈਨਲ ਦੇ ਵਿੱਚ ਮੇਰਾ ਇੰਨਾ ਗਲਾ ਸੁੱਜਿਆ ਪਿਆ ਸੀ ਇੱਥੋਂ ਏਦਾਂ, ਮਤਲਬ ਹਨਾ। ਉਹ ਇੱਕ ਮੈਂ ਸਲੀਮ ਭਾਜੀ ਨਾਲ ਗਾਇਆ ਸੈਮੀ ਫਾਈਨਲ ਦੇ ਵਿੱਚ, ਉਹ ਇੱਕ ਦਿਨ ਪਹਿਲਾਂ ਗਾਇਆ ਸੀ। ਉਹਦੇ ਵਿੱਚ ਸਲੀਮ ਭਾਜੀ ਦਾ ਸਕੇਲ ਥੋੜਾ ਉੱਚਾ ਸੀ, ਅਸੀਂ ਉਹਦੀਆਂ 15-20 ਰਿਹਰਸਲਾਂ ਕੀਤੀਆਂ। ਹੁਣ ਭਾਜੀ ਦਾ ਐਕਸਪੀਰੀਅੰਸ ਹੁਣ ਓਬਵੀਅਸਲੀ ਗੱਲ ਆ, ਉਹ ਵੱਡੇ ਨੇ, ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ, ਉਹਨਾਂ ਦਾ ਰਿਆਜ਼ ਜ਼ਿਆਦਾ, ਹਨਾ। ਤੇ ਹੁਣ ਮੈਂ ਉਹਨਾਂ ਨਾਲ ਕੰਪੇਅਰ ਵੀ ਨਹੀਂ ਕਰ ਸਕਦਾ, ਤੇ ਮੈਂ ਉਹਨਾਂ ਨੂੰ ਇੱਕ ਕੰਪੀਟੀਟਰ ਤਾਂ ਨਹੀਂ ਕਹਿ ਸਕਦਾ ਕਿ ਮਤਲਬ ਜਾਣੀ ਕਿ ਉਹਨਾਂ ਨੂੰ ਕੋਆਪਰੇਟ ਕਰਨ ਦੇ ਚੱਕਰ ਦੇ ਵਿੱਚ ਕਿ ਹਾਂ ਭਾਜੀ ਆਪਾਂ ਉਹ ਸਕੇਲ ਕਰ ਲਾਂਗੇ। ਹੁਣ ਆਪਾਂ ਕਹਿ ਵੀ ਨਹੀਂ ਸਕਦੇ ਥੱਲੇ ਕਰ ਲਓ ਕਿਉਂਕਿ ਪਰਫਾਰਮੈਂਸ ਡਾਊਨ ਜਾਂਦੀ ਸੀ। ਉਹ ਕਹਿੰਦੇ ਨਹੀਂ ਇੱਥੇ ਗਾ ਲੈਣਾ। ਉਹ 15-20 ਰਿਹਰਸਲਾਂ ਮਾਰੀਆਂ ਤੇ ਮੇਰਾ ਗਲਾ ਡਨ ਹੋ ਗਿਆ ਇੱਕ ਦਿਨ ਪਹਿਲਾਂ। ਤੇ ਮੈਂ ਦੂਜੇ ਦਿਨ ਸਾਰੇ ਫਾਈਨਲ ਸੀਗਾ, 2 ਐਪੀਸੋਡ 2 ਕਰਨੀਆਂ ਸੀ ਪਰਫਾਰਮੈਂਸ, ਤੇ ਮੈਂ ਰੋਣ ਲੱਗ ਗਿਆ ਬਹੁਤ। ਮੇਰੀ ਮੰਮੀ ਹੈ ਹੁਣੀ ਆਏ, ਸਾਰੇ ਆ ਗਏ ਤੇ ਕੀ ਹੋ ਗਿਆ, ਸਾਰੇ ਕ੍ਰੀਏਟਿਵ ਟੀਮ ਆ ਗਈ ਕਿ ਕੀ ਚੱਕਰ ਪੈ ਗਿਆ। ਮੈਂ ਕਿਹਾ ਮੇਰਾ ਗਲਾ ਨਹੀਂ ਚੱਲਦਾ, ਤੇ ਉਹ ਕਹਿੰਦੇ ਨਹੀਂ ਕੋਈ ਨਹੀਂ ਚੱਲ ਪਾਉਣਾ ਨਾ। ਮੰਮੀ ਨੇ ਉਦੋਂ ਚਾਹ ਲਿਆਂਦੀ ਗਰਮ ਗਰਮ, ਮੈਨੂੰ ਯਾਦ ਆ, ਤੇ ਉਹਦੇ ਵਿੱਚ ਘੇ ਪਾ ਕੇ ਨਾ ਕਿ ਤੂੰ ਪੀ ਜਾ, ਕੋਈ ਗੱਲ ਨਹੀਂ, ਕੁਛ ਨਹੀਂ ਹੋਣ ਲੱਗਾ। ਮੈਂ ਪੀ ਗਿਆ ਏਦਾਂ ਹੀ। ਉਸ ਤੋਂ ਬਾਅਦ ਮੈਂ ਕਿਹਾ ਮੈਨੂੰ ਬੁਲਾਇਓ ਨਾ। ਮੈਂ 25-30 ਮਿੰਟ ਬੈਠਾ ਅੰਦਰ ਕਮਰੇ 'ਚ ਬਹਿ ਗਿਆ, ਮੈਂ ਮਤਲਬ ਅੱਖਾਂ ਮੀਟ ਕੇ ਆਪਣਾ ਵਾਹਿਗੁਰੂ ਯਾਦ ਕੀਤਾ ਕਿ ਹਾਂ ਠੀਕ ਹੈ ਬਾਬਾ ਜੀ, ਹੁਣ ਜੋ ਹੋਣਾ ਹੀ ਹੈ। ਕਿਉਂਕਿ ਮੈਨੂੰ ਮੈਂ ਜਿੱਤਣ ਲਈ ਤਾਂ ਆਇਆ ਹੀ ਨਹੀਂ ਸੀ, ਮੈਂ ਤਾਂ ਪਹਿਲਾਂ ਹੀ ਹਾਰਿਆ। ਮੈਂ ਤਾਂ ਉੱਥੇ ਹੀ ਹਾਰ ਗਿਆ ਸੀ ਪਹਿਲੀ ਪਰਫਾਰਮੈਂਸ ਤੇ, ਕਿ ਮੈਂ ਜਿੱਤਣ ਲਈ ਨਹੀਂ ਆਇਆ, ਮੈਂ ਸਿਰਫ ਆਪਣਾ ਇੱਕ ਪਰਫਾਰਮੈਂਸ ਲਈ ਆਇਆ ਸੀ। ਉਹ ਜਦੋਂ ਫਾਈਨਲ ਦਾ ਦੌਰ ਸੀ, ਉਹ ਮੈਨੂੰ ਏਦਾਂ ਲੱਗਦਾ ਉਹ ਹਾਲੇ ਵੀ ਜਦੋਂ ਮੈਨੂੰ ਯਾਦ ਕਰਦਾ ਨਾ ਮੈਨੂੰ ਰੌਂਗਟੇ ਖੜੇ ਹੋ ਜਾਂਦੇ। ਤੇ ਉਹ ਜਦੋਂ ਪਹਿਲੀ ਮੈਂ ਪਰਫਾਰਮੈਂਸ ਦਿੱਤੀ, ਮੇਰਾ ਇੰਨਾ ਗਲਾ ਫਰੈਸ਼ ਚੱਲਿਆ, ਤੇ ਉਹ ਗਾਣਾ ਹੋ ਗਿਆ। ਤੇ ਦੂਜੀ ਪਰਫਾਰਮੈਂਸ ਤੇ ਮੈਨੂੰ ਅਸਰ ਹੋ ਗਿਆ ਕਿ ਹੁਣ ਮੇਰਾ ਥੋੜਾ ਜਿਹਾ ਵੀਕ ਹੋ ਗਿਆ। ਉਹ ਡੋਮੀਨੇਟ ਕਰਦੇ ਕਰਦੇ ਨੇ ਮੈਂ ਆਪਣੇ ਵੱਲੋਂ ਹਾਰ ਚੁੱਕਾ ਸੀ। ਮੈਂ ਫਾਈਨਲ ਪਰਫਾਰਮੈਂਸ ਮੈਂ ਪਹਿਲਾਂ ਹੀ ਹਾਰ ਗਿਆ ਸੀ ਕਿ ਮੈਂ ਕਿਹਾ ਨਹੀਂ ਮੈਂ ਹਾਰ ਗਿਆ। ਪਰ ਉਹ ਦੇਖੋ ਐਨ ਆਖਰੀ ਟਾਈਮ ਜਦੋਂ ਏਦਾਂ ਹੋਇਆ, ਉਹ ਤੋਂ ਬਾਅਦ ਮੈਂ ਗਲਾ ਛੱਡ ਵੀ ਦਿੱਤਾ ਯਾਰ ਮੇਰਾ ਹੋਣਾ ਨਹੀਂ। ਹੁਣ ਮੈਨੂੰ ਲੱਗਦਾ 10 ਸੈਕਿੰਡ ਰਹਿ ਗਏ ਸੀ ਕਿਉਂਕਿ ਹਾਲੇ ਪਿੱਛੇ ਪਈਆਂ ਸੀ ਵੋਟਾਂ। ਉਹ 10 ਸੈਕਿੰਡ ਵੈਸੇ ਹੀ ਮੇਰੇ ਥਾਟ ਆ ਗਿਆ ਕਿ ਯਾਰ ਹੁਣ ਜਿੱਤਣਾ ਤਾਂ ਹੈ ਨਹੀਂ, ਕਿ ਮੈਂ ਉਹਨੂੰ ਪੂਰੀ ਕਰ ਦਵਾਂ ਲੈਣ ਨੂੰ। ਮੈਂ ਛੱਡਣ ਲੱਗਾ ਸੀ, ਇਹ ਲਿਟਰਲੀ ਕਿਸੇ ਨੂੰ ਨਹੀਂ ਪਤਾ ਗੱਲ। ਮੈਂ ਕੁਇਟ ਕਰਨ ਲੱਗਾ, ਮੈਂ ਛੱਡ ਯਾਰ ਹੁਣ ਹੋ ਗਿਆ ਜੋ ਹੋਣਾ। ਉਹ ਮੈਂ ਨਾ ਕਰਦੇ ਤੇਰੀ ਯਾਦ ਸਾਥ ਹੈ ਏਦਾਂ ਕੁਛ ਬੋਲਣਾ ਸੀ, ਉਹ ਮੈਂ ਬੋਲ ਦਿੱਤਾ ਤੇ ਮੈਂ ਤਾਂ ਛੱਡ ਦਿੱਤਾ। ਮੈਂ ਕਿਹਾ ਨੀਵੀਂ ਪਾਈ ਤੇ ਉਹ ਚੱਕ ਹੋ ਗਈ ਦੀਵਾਰ। ਏਦਾਂ ਦਾ ਹਸੀਨ ਹੋਇਆ। ਤੇ ਦਲਜੀਤ ਭਾਜੀ ਦੀਵਾਰ ਮੋਹਰੇ ਖੜਾ ਸੀ, ਹਨਾ, ਖੜੇ ਸੀ। ਉਹਨਾਂ ਨੇ ਆਏ, ਦੀਵਾਰ ਚੱਕ ਹੋਈ ਤੇ ਉਹਨਾਂ ਨੇ ਮੈਨੂੰ ਚੱਕ ਲਿਆ ਨਾਲੇ ਆ ਜੀ। ਉਹ ਮੈਂ ਹਾਲੇ ਉਹਦੇ ਵਿੱਚ ਟੀਜ਼ਰ ਵਿੱਚ ਵੀ ਸ਼ੇਅਰ ਕੀਤਾ ਕਿ ਉਹ ਸਾਰੀ ਪਰਫਾਰਮੈਂਸ ਜਦੋਂ ਆਉਂਦੇ ਆ ਸਾਰੇ ਇਕੱਠੇ ਹੋ ਕੇ, ਮੇਰੀ ਮੰਮੀ ਏਦਾਂ ਦੁਆਵਾਂ ਕਰ ਰਹੇ ਆ, ਫਾਦਰ ਸਾਹਿਬ ਦਾ ਰੋ ਰਹੇ ਸਾਰੇ, ਕਿਉਂਕਿ ਸਾਰੀ ਮੈਂ ਈਵਨ ਬਾਅਦ ਚ ਜਿਹੜੀਆਂ ਵੀਡੀਓਜ਼ ਵੀ ਦੇਖੀਆਂ ਨਾ, ਲੋਕਾਂ ਦੀਆਂ ਫੈਮਿਲੀ ਰੋ ਰਹੀਆਂ ਸੀ। ਉਹ ਇੰਨਾ ਕੁ ਕਰੇਜ਼ ਬਣ ਜਾਂਦਾ, ਇੰਨਾ ਕੁ ਪਿਆਰ ਬਣ ਜਾਂਦਾ ਕਿ ਤੁਸੀਂ ਪਰਸਨਲੀ ਜੁੜ ਜਾਂਦੇ ਹੋ, ਇਮੋਸ਼ਨਲੀ ਕਨੈਕਟ ਹੋ ਜਾਂਦੇ ਹੋ। ਹਾਂਜੀ, ਤੇ ਉਹ ਇਮੋਸ਼ਨਲੀ ਇੰਨਾ ਕੁ ਮਤਲਬ ਸਟਰੋਂਗ ਬੌਂਡ ਹੁੰਦਾ ਸਾਡੀਆਂ। ਜਿਹੜੇ ਤੁਹਾਨੂੰ ਸਪੋਰਟ ਕਰਦੇ ਨੇ ਉਹਨਾਂ ਦੀ ਫੈਮਲੀਆਂ ਵੀ ਏਦਾਂ ਕਹਿੰਦੇ ਕਿ ਬੈਨੇਟ ਨੂੰ ਜਿਤਾਉਣਾ। ਤੇ ਹੁੰਦੇ ਨੀ, ਮੈਂ ਜਦੋਂ ਤੁਸੀਂ ਆਏ ਸੀ ਜਦੋਂ ਫਗਵਾੜੇ, ਮੈਂ ਉਹ ਜਦੋਂ ਉੱਥੇ ਆਇਆ ਤੇ ਮੈਂ ਮਤਲਬ 100 ਲੱਡੂ ਖਾਧਾ ਹੋਣਾ ਉੱਦਾਂ।
ਕਿਉਂਕਿ ਮੈਂ ਨਾ ਕਰਦੇ ਕਰਾਉਂਦੇ ਵੀ ਇਦਾਂ ਹੁਣ ਮੇਰਾ ਗਲਾ ਪੱਕ ਗਿਆ ਸਾਰਾ ਮਿੱਠੇ ਨਾਲ ਦੂਜੇ ਦਿਨ, ਪਰ ਮੈਂ 100 ਕੁ ਲੱਡੂ ਖਾਦਾ ਮੈਂ ਉਦੋਂ, ਮੈਨੂੰ ਯਾਦ ਆ ਪੂਰੀ ਪਰਾਤ ਵਿੱਚੋਂ ਮੈਨੂੰ ਲੱਗਦਾ ਮੈਂ ਹਰ ਲੱਡੂ ਖਾਦਾ ਹੋਣਾ ਜੀ। ਤੇ ਉਹ ਇੰਨਾ ਕੁ ਪਿਆਰ ਦੇਖ ਕੇ ਉਹ ਮਤਲਬ ਉਹ ਮੈਨੂੰ ਲੱਗਦਾ ਕਿ ਜਿਹੜਾ ਵਾਈਬ ਜਿਹੜੀ ਕਨੈਕਟੀਵਿਟੀ ਸੀ ਸਟੇਜ ਦੇ ਨਾਲ, ਉਦਾਂ ਦੀ ਕਨੈਕਟੀਵਿਟੀ ਕਦੇ ਨਹੀਂ ਹੋਈ। ਮਤਲਬ ਮੈਨੂੰ ਲੱਗਦਾ ਕਿ ਇੱਥੇ ਤਾਂ ਉਹ ਗੱਲ ਬਣਦੀ ਹੈ ਨਾ ਵੀ ਹਾਰ ਕੇ ਜੀਤਨੇ ਵਾਲੇ ਕੋ ਬਾਜ਼ੀਗਰ। ਬਿਲਕੁਲ ਮੈਨੂੰ ਇਦਾਂ ਲੱਗਦਾ ਕਿ ਜੀ ਉਹ ਹਾਰਨਾ, ਤੁਸੀਂ ਹਾਰ ਜਾਓ, ਹਾਰਨ ਦਾ ਡਰ ਹੀ ਛੱਡ ਜਾਂਦਾ। ਡਰ, ਹਾਂ ਬਿਲਕੁਲ, ਮੈਨੂੰ ਇਹ ਲੱਗਦਾ ਕਿ ਡਰ ਸਭ ਤੋਂ ਵੱਡੀ ਚੀਜ਼। ਜਦੋਂ ਤੁਸੀਂ ਖੁਦ ਨੂੰ ਹਾਰਿਆ ਹੋਇਆ ਮੰਨ ਲਿਆ ਫਿਰ ਤੁਹਾਨੂੰ ਕੌਣ ਹਰਾ ਸਕਦਾ। ਅੱਛਾ ਮੈਨੂੰ ਇੱਕ ਗੱਲ ਦੱਸੋ, ਤੁਸੀਂ ਰਿਐਲਿਟੀ ਸ਼ੋਅ ਜਿੱਤੇ ਹੋ, ਤੁਹਾਨੂੰ ਪਛਾਣ ਮਿਲੀ ਹੈ, ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਪਤਾ ਹੈ ਕਿ ਹਾਂ ਇਹ ਰਾਈਜ਼ਿੰਗ ਸਟਾਰ ਸੀਗੇ, ਇੰਨੀ ਵੱਡੀ ਜਰਨੀ ਦੇ ਵਿੱਚ ਤੁਹਾਨੂੰ ਕਿੱਥੇ ਕਿੱਥੇ ਉਸ ਚੀਜ਼ ਦਾ ਫਾਇਦਾ ਮਿਲਿਆ ਹੈ? ਸਭ ਤੋਂ ਪਹਿਲਾਂ ਜੀ ਮੈਨੂੰ ਇਦਾਂ ਲੱਗਦਾ ਕਿ ਉਹ ਚੀਜ਼ ਦਾ ਫਾਇਦਾ ਉਹਦੇ ਕਰਕੇ ਹੀ ਮੈਂ ਅੱਜ ਤੱਕ ਅਗਰ ਜੇ ਮੈਨੂੰ ਲੋਕ ਸੁਣਦੇ ਨੇ, ਪਿਆਰ ਕਰਦੇ ਨੇ, ਮੇਰੇ ਨਾਲ ਜੁੜੇ ਹੋਏ ਨੇ, ਉਹ ਪਲੇਟਫਾਰਮ ਦੇ ਕਰਕੇ, ਹਨਾ। ਤੇ ਕਈ ਵੇਲੇ ਮੈਨੂੰ ਇਦਾਂ ਵੀ ਲੱਗਦਾ ਹੁੰਦਾ ਸੀ, ਇੱਕ ਦੌਰ ਇਦਾਂ ਦਾ ਵੀ ਆਇਆ ਕਿ ਮੈਂ ਕਿਉਂ ਬਣਿਆ, ਮੈਂ ਖੁਦ ਫੇਸ ਕੀਤਾ ਕਿ ਕਾਹਦੇ ਬਣ ਗਏ ਯਾਰ, ਕਿਉਂ ਐਗਰੀਮੈਂਟ ਕਰ ਲਿਆ ਜਾਂ ਬੈਕ ਹੈਂਡ ਤੇ ਆਹ ਕੀ ਹੁੰਦਾ ਯਾਰ, ਮੈਂ ਖੁੱਲ ਕੇ ਕੰਮ ਕਰ ਸਕਦਾ ਸੀ। ਫਿਰ ਲੱਗਾ ਕਿ ਇਹ ਮਾਲਕ ਦਾ ਪਾਰਟ ਆ, ਕਿਉਂਕਿ ਨੈਗੇਟਿਵ ਪੋਜ਼ਿਟਿਵ ਤੁਹਾਨੂੰ ਦੋਨੇ ਤਰ੍ਹਾਂ ਦੇ, ਇਦਾਂ ਨਹੀਂ ਕਹਿ ਸਕਦਾ ਕਿ ਬੰਦਾ ਬਹੁਤ ਪੋਜ਼ਿਟਿਵ ਰਹਿ ਸਕਦਾ ਕਿ ਮੈਂ ਬਹੁਤ ਜੀ ਇਦਾਂ ਮੰਨਦਾ ਜਾਂ ਧਰਮ ਨੂੰ ਬਹੁਤ ਮੰਨਦਾ। ਇਹ ਵਾਲੇ ਇੱਕ ਅਲੱਗ ਮਤਲਬ ਪ੍ਰੋਸਪੈਕਟਸ ਆ। ਤੁਸੀਂ ਆਪਣਾ ਦਿਮਾਗ ਦੇ ਵਿੱਚ ਲੈ ਕੇ ਚੱਲਦੇ ਹੋ ਚੀਜ਼ਾਂ, ਕਿ ਤੁਹਾਡੇ ਦਿਮਾਗ ਦੇ ਵਿੱਚ ਦੋਨੀਆਂ ਚੀਜ਼ਾਂ ਇਕੱਠੀਆਂ ਹੀ ਚੱਲਣੀਆਂ। ਐਟ ਦੀ ਐਂਡ ਤੁਸੀਂ ਜੇ ਗਾਣਾ ਮੈਂ ਅੱਜ ਕਹੂੰਗਾ ਕਿ ਮੈਂ ਅੱਜ ਗਾਣਾ ਮੇਰਾ ਚੱਲੂਗਾ ਨਹੀਂ, ਇਹ ਨੈਗੇਟਿਵ ਆਉਣਾ ਹੀ ਆਉਣਾ, ਜਿੱਦਾਂ ਮਰਜ਼ੀ ਕਰ ਲਓ, ਤੁਸੀਂ ਜਿੰਨਾ ਮਰਜ਼ੀ ਪੋਜ਼ਿਟਿਵ ਲੈ ਲਓ। ਬਿਲਕੁਲ, ਉਹ ਤਾਂ ਤੁਹਾਡੇ ਬਹੁਤ ਏਦਾਂ ਹੈ ਕਿ ਤੁਸੀਂ ਜੋ ਸੋਚੋਗੇ ਉਹ ਹੋ ਜਾਊ, ਹਨਾ। ਪਰ ਗੱਲ ਇਹ ਹੈ ਕਿ ਤੁਹਾਨੂੰ ਪੋਜ਼ਿਟਿਵ ਨਾਲ ਦੀ ਨਾਲ ਹੀ ਹੋਣਾ ਪੈਣਾ, ਨਹੀਂ ਤਾਂ ਤੁਹਾਡੀ ਨੇਚਰ ਨੈਗੇਟਿਵਿਟੀ ਨੇ ਇੰਨੀ ਕੁ ਖਰਾਬ ਕਰ ਦੇਣੀ ਆ ਕਿ ਤੁਸੀਂ ਹਰ ਚੀਜ਼ ਨਾਲ ਨੈਗੇਟਿਵ ਹੁੰਦੇ ਰਹਿੰਦੇ। ਬਿਲਕੁਲ, ਮੈਨੂੰ ਇਨਸਿਕਿਉਰਿਟੀ ਬਹੁਤ ਹੁੰਦੀ ਆ ਅੱਜ ਦੇ ਟਾਈਮ 'ਚ, ਕਿਉਂਕਿ ਮੈਂ ਆਲਰੇਡੀ ਬਹੁਤ ਕੁਝ ਫੇਸ ਕਰ ਚੁੱਕਾ, ਆਲਰੇਡੀ ਮੇਰੇ ਨਾਲ ਇੰਨਾ ਕੁ ਚੀਜ਼ਾਂ ਹੋ ਚੁੱਕੀਆਂ, ਗਾਣੇ ਨੂੰ ਲੈ ਕੇ, ਰਿਲੀਜ਼ ਨੂੰ ਲੈ ਕੇ, ਪੋਸਟਰ ਨੂੰ ਲੈ ਕੇ। ਹੋਰ ਦੱਸੋ, ਮੈਂ ਬੜਾ ਇਨਸਿਕਿਉਰ ਕਿ ਨਹੀਂ ਮੈਨੂੰ ਆਹ ਪਸੰਦ ਨਹੀਂ, ਆਹ ਏਦਾਂ ਕਰ ਲਓ, ਏਦਾਂ ਕਰ ਲਓ, ਕਿਉਂਕਿ ਖੁਦ ਵੀ ਦੇਖਿਆ, ਖੁਦ ਐਕਸਪੀਰੀਅੰਸ ਵੀ ਕੀਤਾ। ਹੁਣ ਮੈਨੂੰ ਉਹਦਾ ਕਹਿੰਦੇ ਹੁੰਦੇ ਆ, ਮੇਰਾ ਇੱਕ ਫਰੈਂਡ ਕਹਿੰਦਾ ਯਾਰ ਤੇਰੀ ਪ੍ਰੋਬਲਮ ਪਤਾ ਕੀ ਹੈ, ਤੈਨੂੰ ਸਾਰਾ ਆਉਂਦਾ, ਤੈਨੂੰ ਪਤਾ, ਤੈਨੂੰ ਇਹ ਚੀਜ਼ ਪਤਾ। ਹੁਣ ਮੈਂ 9-10 ਸਾਲ ਫੋਟੋਸ਼ਾਪ ਕੀਤੀ ਖੁਦ, ਸਾਡਾ ਆਪਣਾ ਸਟੂਡੀਓ ਸੀ। ਫਿਰ ਨਾ ਮੈਂ ਐਡੀਟਿੰਗ, ਮੈਂ ਆਪਣਾ ਮਿਊਜ਼ਿਕ ਡਾਇਰੈਕਸ਼ਨ ਸਿੱਖੀ ਲੋਕਡਾਊਨ ਦੇ ਵਿੱਚ। ਮੈਂ ਪੂਰਾ 1 ਸਾਲ YouTube ਦੇ ਉੱਤੇ ਸਾਰਾ ਖੁਦ ਬਣਾਉਣਾ ਕ੍ਰੀਏਟ ਕੀਤੇ, ਕਵਰਸ ਬਣਾਉਣੇ ਸ਼ੁਰੂ ਕੀਤੇ। ਤੇ ਉਹ ਚੀਜ਼ਾਂ ਨਾ ਜਦੋਂ ਤੁਸੀਂ ਆਪ ਹੰਢਾ ਲੈਂਦੇ ਹੋ, ਐਕਸਪੀਰੀਅੰਸ ਕਰ ਲੈਂਦੇ ਹੋ, ਫਿਰ ਤੁਸੀਂ ਦੱਸ ਪਾਉਣੇ ਕਿਸੇ ਨੂੰ। ਪਰ ਅਗਲਾ ਬੰਦਾ ਕਈ ਵੇਲੇ ਉਹ ਤੁਹਾਡੀ ਇੱਕ ਮਾਈਨਸ ਪੁਆਇੰਟ ਵੀ ਹੋ ਜਾਂਦਾ। ਅਗਲਾ ਕਹਿੰਦਾ ਯਾਰ ਐਵੇਂ ਮਾਰੀ ਜਾਂਦਾ, ਐਵੇਂ ਟੰਗ ਅੜਾਈ ਜਾਂਦਾ, ਕਿਉਂਕਿ ਟੰਗ ਹੁਣ ਆਪਾਂ ਨੂੰ ਤਾਂ ਅੜਾਉਣੇ ਆ ਕਿ ਚੀਜ਼ ਬੈਸਟ ਹੋ ਜਾਏ। ਇੱਕ ਜਦੋਂ ਸਾਨੂੰ ਪਤਾ ਵੀ ਹੁੰਦਾ, ਜੇ ਦੂਜੇ ਬੰਦੇ ਨੂੰ ਜੇ ਤੁਹਾਨੂੰ ਅੰਡਰਸਟੈਂਡ ਕਰਦਾ ਨਾ, ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਤਾਂ ਬੋਲ ਰਿਹਾ ਕਿ ਆਪਾਂ ਚੀਜ਼ ਬੈਸਟ ਕਰਨੀ। ਆਪਾਂ ਕਿਸੇ ਨਾਲ ਬਹਿਸ ਕਰਨੀ ਹੈ, ਆਪਾਂ ਬੈਸਟ ਕੰਮ ਕਰਨਾ, ਕੁਆਲਿਟੀ ਵਾਈਜ਼ ਕੰਮ ਕਰਨਾ, ਇਹ ਕੁਆਲਿਟੀ ਆਵੇ ਤਾਂ ਜਾ ਕੇ ਕਿਤੇ। ਮੈਨੂੰ ਲੱਗਦਾ ਛੋਟੀ ਚੀਜ਼ ਬਹੁਤ ਮੈਟਰ ਕਰਦੀ ਹੈ। ਤੁਹਾਨੂੰ ਹੋਣਾ ਵੀ ਚਾਹੀਦਾ, ਤੁਹਾਨੂੰ ਕੰਮ ਪ੍ਰਤੀ ਹੋਣਾ ਚਾਹੀਦਾ। ਤੁਸੀਂ ਜਿੰਨੀ ਮਰਜ਼ੀ ਬਹਿਸ ਕਰੋ, ਫਾਲਤੂ ਬਹਿਸ ਕਰਨ ਨਾਲੋਂ ਤਾਂ ਵਧੀਆ ਕੰਮ ਲਈ ਬਹਿਸ ਕਰ ਰਹੇ ਹੋ। ਅੱਛਾ, ਇੱਕ ਚੀਜ਼ ਮੈਂ ਫੀਲ ਕਰਦੀ ਹਾਂ, ਜਦੋਂ ਤੁਸੀਂ ਕਿਹਾ ਕਿ ਤੁਸੀਂ ਕੁਝ ਟਾਈਮ ਲਈ ਇੰਡਸਟਰੀ ਤੋਂ ਕੱਟ ਆਫ ਹੋ ਗਏ, ਫਿਰ ਤੁਸੀਂ ਖੁਦ ਕੰਮ ਸਿੱਖਣਾ ਸ਼ੁਰੂ ਕੀਤਾ, ਫਿਰ ਲੋਕਡਾਊਨ ਵਰਗੀ ਬਿਮਾਰੀ ਨੇ ਸਭ ਨੂੰ ਘੇਰ ਲਿਆ, ਹੈ ਨਾ। ਬੈਨੇਟ ਕਲਾਕਾਰ ਦੇ ਤੌਰ ਤੇ ਕਿੰਨਾ ਕੁ ਡਿਪਰੈਸਡ ਤੇ ਕਿੰਨਾ ਕੁ ਚੁੱਪ ਹੋ ਗਿਆ ਅੰਦਰੋਂ? ਕਿਉਂਕਿ ਮੈਨੂੰ ਲੱਗਦਾ ਹਰ ਕਲਾਕਾਰ ਨੇ ਕਿਤੇ ਨਾ ਕਿਤੇ ਡਿਪਰੈਸ਼ਨ ਫੇਸ ਕੀਤਾ ਹੈ। ਮੈਨੂੰ ਲੱਗਦਾ ਜੀ ਹਰ ਕਲਾਕਾਰ ਅੱਜ ਦੇ ਦੌਰ ਵਿੱਚ ਵੀ ਡਿਪਰੈਸ਼ਨ 'ਚ ਹੀ ਹੈ। ਜਿਹੜਾ ਫੇਮ ਦੀ ਦੁਨੀਆ ਨਾ, ਉਹ ਡਿਪਰੈਸ਼ਨ ਦੀ ਦੁਨੀਆ ਮੈਨੂੰ ਲੱਗਦਾ ਕਿ ਜਿੰਨਾ ਮਰਜ਼ੀ ਕਹਿ ਲਓ, ਜਿੰਨੇ ਚਕਾਚੌਂਦ ਵਧੀਆ ਲੱਗਦੀ ਹੈ ਨਾ, ਉਹਦੇ ਪਿੱਛੇ ਕਾਲਾ ਸੱਚ ਬਹੁਤ ਵੱਡੇ ਕਾਲੇ ਸੱਚ ਨੇ। ਮੈਂ ਤਾਂ ਮਤਲਬ ਜਾਣੀ ਕਿ ਇੰਨਾ ਕੁਛ ਦੇਖ ਚੁੱਕਾ, ਇੰਨਾ ਕੁਛ ਫੇਸ ਕਰ ਚੁੱਕਾ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕੁਛ ਹੋਰ ਹੁੰਦੇ ਹੋ ਤੇ ਤੁਸੀਂ ਆਪ ਕੁਛ ਹੋਰ ਹੁੰਦੇ ਹੋ। ਇਹ ਲਿਟਰਲੀ ਇਦਾਂ ਦੀ ਸਿਚੁਏਸ਼ਨ ਬਣ ਜਾਂਦੀ ਆ ਤੁਹਾਨੂੰ, ਹਨਾ। ਜਿੱਥੇ ਰੋਣਾ ਆਉਂਦਾ ਤੁਸੀਂ ਹੱਸਣਾ ਪੈਂਦਾ। ਤੇ ਸਾਨੂੰ ਇਹ ਬੜੀ ਦਿਲ ਤੋਂ ਮੈਂ ਗੱਲ ਕਹਿ ਰਿਹਾ ਕਿ ਜਿੱਥੇ ਤੁਸੀਂ ਸੱਚੀ ਰੋਣਾ ਹੁੰਦਾ ਨਾ, ਜਿੱਥੇ ਦਿਲ ਕਰਦਾ ਰੋਣ ਨੂੰ, ਸਾਨੂੰ ਉੱਥੇ ਵੀ ਹੱਸਣਾ ਪੈਂਦਾ ਜਾ ਕੇ ਕਿ ਨਹੀਂ ਯਾਰ ਕੁਛ ਵੀ ਨਹੀਂ ਹੈਗਾ। ਫਿਰ ਤੁਸੀਂ ਦਬੇ ਮਹਿਸੂਸ ਕਰਦੇ ਹੋ, ਤੁਸੀਂ ਕਿਤੇ ਅੰਡਰ ਕੰਮ ਕਰਦੇ ਹੋ, ਉੱਥੇ ਦਬੇ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਨੂੰ ਖੁੱਲ ਕੇ ਕੰਮ ਕਰਨਾ ਹੁੰਦਾ, ਖੁੱਲ ਕੇ ਜੀਣਾ ਹੁੰਦਾ। ਤੁਸੀਂ ਖੁੱਲ ਕੇ ਜੀ ਨਹੀਂ ਪਾਉਂਦੇ। ਫੇਮ ਮਿਲਦਾ, ਤੁਸੀਂ ਖੁੱਲ ਕੇ ਜਾ ਨਹੀਂ ਸਕਦੇ। ਕਿਤੇ ਹੋ ਜਾਂਦਾ ਨਾ ਕਈ ਵੇਲੇ ਕਿ ਨਹੀਂ ਯਾਰ ਮਾਸਕ ਲਾ ਲਓ ਜਾਂ ਉਹ ਕਰ ਲਓ। ਇਹ ਫੇਮ ਦੇ ਮਤਲਬ ਤੁਹਾਨੂੰ ਜਿੰਨੀ ਪਿਆਰੀ ਲੱਗਦੀ ਨਾ ਫੇਮ, ਉਹ ਉਹਨਾਂ ਮਤਲਬ ਡਿਪਰੈਸਿੰਗ ਭਰੀ ਵੀ ਹੈ। ਅੱਛਾ, ਇਹ ਸਾਰਿਆਂ ਲਈ ਨਹੀਂ ਹੈ। ਬਹੁਤ ਸਾਰੇ ਆਰਟਿਸਟ ਨੇ ਜਿਹੜੇ ਬ੍ਰਾਂਡਡ ਕੱਪੜੇ ਨਹੀਂ ਪਾਉਂਦੇ, ਆਪਣੇ ਕੱਪੜੇ ਹਰ ਤੀਜੇ ਦੂਜੇ ਦਿਨ ਰਿਪੀਟ ਵੀ ਕਰਦੇ ਨੇ, ਐਨਕਾਂ ਨਹੀਂ ਲਾਉਂਦੇ, ਵੱਡੀਆਂ ਗੱਡੀਆਂ ਨਹੀਂ ਹੈਗੀਆਂ, ਯਾਰਾਂ ਦੋਸਤਾਂ ਤੋਂ ਹੈਲਪ ਮੰਗਦੇ ਨੇ, ਪਰ ਅੱਛਾ ਨਾਮ ਬਣਾ ਚੁੱਕੇ ਨੇ। ਲੇਕਿਨ
ਕਿ ਇਹ ਵੀ ਇੱਕ ਡਿਪਰੈਸ਼ਨ ਦਾ ਪਾਰਟ ਬਣ ਚੁੱਕਿਆ ਆਰਟਿਸਟ ਦੇ ਲਾਈਫ ਦੇ ਵਿੱਚ ਕਿ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਤੁਸੀਂ ਰੈਂਟ ਤੇ ਰਹਿੰਦੇ ਹੋ, ਤੁਸੀਂ ਆਪਣੇ ਫਾਈਨੈਂਸਿਸ ਨੂੰ ਕਿਸੇ ਤਰੀਕੇ ਦੇ ਨਾਲ ਮੇਨਟੇਨ ਕਰਨਾ ਹੁੰਦਾ ਹੈ, ਕੱਪੜੇ ਪਾਣੇ ਆ, ਬਾਹਰ ਜਾਣਾ ਹੈ ਤੇ ਕੱਪੜੇ ਵੀ ਬਰਾਬਰੀ ਦੇ ਹੋਣੇ ਚਾਹੀਦੇ ਆ, ਬੂਟ ਵੀ ਐਕਸਪੈਂਸਿਵ ਹੋਣੇ ਚਾਹੀਦੇ ਆ, ਐਨਕਾਂ ਵੀ ਹੋਣੀਆਂ ਚਾਹੀਦੀਆਂ, ਤੇ ਗੱਡੀ ਕਿੰਨੀ ਕੁ ਵੱਡੀ ਹੈ ਇਹ ਵੀ ਬਹੁਤ ਇੰਪੋਰਟੈਂਸ ਰੱਖਦਾ ਹੈ। ਇਹ ਵੀ ਇੱਕ ਆਰਟਿਸਟ ਦੀ ਲਾਈਫ ਦਾ ਡਿਪਰੈਸਿੰਗ ਪਾਰਟ ਹੈ। ਦੇਖੋ ਜੀ, ਮੈਂ ਇਹ ਕਹਿੰਦਾ ਜਦੋਂ ਤੁਸੀਂ ਕੰਪੇਅਰ ਕਰਦੇ ਹੋ ਨਾ ਕਿਸੇ ਹੋਰ ਨਾਲ, ਫਿਰ ਡਿਪਰੈਸ਼ਨ। ਕਈ ਵਾਰ ਅਸੀਂ ਕੰਪੇਅਰ ਨਹੀਂ ਕਰਦੇ, ਪਰ ਨਾਲ ਦੇ ਕੰਪੇਅਰ ਇੰਨਾ ਜ਼ਿਆਦਾ ਕਰ ਦਿੰਦੇ ਕਿ ਅਸੀਂ ਪ੍ਰੈਸ਼ਰਾਈਜ਼ਡ ਹੋ ਜਾਂਦੇ ਹਾਂ। ਪ੍ਰੈਸ਼ਰਾਈਜ਼ ਹੁੰਦਾ ਬੰਦਾ ਜਦੋਂ ਤੁਹਾਨੂੰ ਕੋਈ ਕਹਿੰਦਾ ਯਾਰ ਮੈਂ ਹੁਣ ਕਈ ਵੇਲੇ ਇਦਾਂ ਹੁੰਦਾ ਜਦੋਂ 10 ਆਰਟਿਸਟ ਬਹਿ ਜਾਂਦੇ ਨਾ, ਮੈਂ ਮੱਲੇ ਉੱਠ ਕੇ ਚਲ ਜਾਂਦਾ। ਕਈ ਵੇਲੇ ਇਹ ਮੈਂ ਖੁਦ ਨਹੀਂ ਕਹਿ ਰਿਹਾ, ਪਰ ਮੈਨੂੰ ਇਹ ਪਤਾ ਕਿ ਮੈਂ ਜੋ ਅਚੀਵ ਕੀਤਾ ਇਹਨਾਂ ਨੂੰ ਮੈਂ ਹੁਣ ਦੱਸ ਵੀ ਨਹੀਂ ਸਕਦਾ, ਜਾਂ ਉਹਨਾਂ ਨੂੰ ਵੀ ਨਹੀਂ ਪਤਾ ਹੋ ਸਕਦਾ ਕਿ ਮੈਂ ਕੀ ਅਚੀਵ ਕੀਤਾ, ਮੈਂ ਕਿੱਥੋਂ ਆਇਆ, ਰਾਈਟ, ਹਨਾ। ਪਰ ਕਈ ਵੇਲੇ ਹੁੰਦਾ ਜਿੱਦਾਂ ਹੁਣ ਲੇਟੈਸਟ ਹੋ ਗਿਆ, ਹੁਣ ਕਿਹਦਾ ਗਾਣਾ ਚੱਲਿਆ, ਉਹ ਨੈਚੁਰਲ ਗੱਲ ਆ, ਤੁਸੀਂ ਅੰਡਰਸਟੈਂਡ ਕਰੋ ਉਸ ਚੀਜ਼ ਨੂੰ, ਤੁਸੀਂ ਖੁਸ਼ ਹੋ ਜਾਓ। ਅਗਰ ਤੁਸੀਂ ਕਿਸੇ ਦੂਸਰੇ ਦੀ ਸਕਸੈਸ ਨੂੰ ਦੇਖ ਕੇ ਖੁਸ਼ ਨਹੀਂ ਹੋ ਸਕਦੇ ਨਾ, ਤੁਹਾਨੂੰ ਕਦੀ ਮਿਲਣੀ ਨਹੀਂ ਸਕਸੈਸ। ਇਹ ਲਿਟਰਲੀ ਇਹ ਇੱਕ ਪਲਾਨ ਕੀਤਾ ਜਾਂ ਐਕਸਪੀਰੀਅੰਸ ਕੀਤੀ ਹੋਈ ਚੀਜ਼ ਆ। ਅਗਰ ਤੁਸੀਂ ਦੂਸਰੇ ਦਾ ਗਾਣਾ ਚੱਲ ਰਿਹਾ, ਤੁਸੀਂ ਖੁਸ਼ ਹੋ ਰਹੇ ਹੋ ਕਿ ਵੀਰੇ ਗਾਣਾ ਚੱਲਿਆ ਯਾਰ ਉਹਦਾ, ਕਿੰਨਾ ਵਧੀਆ ਗਾਣਾ, ਇਹ ਤੁਹਾਡੇ ਮੂੰਹ ਚੋਂ ਇਹ ਨਹੀਂ ਨਿਕਲਦਾ ਜਾਂ ਦਿਲ ਚੋਂ ਨਹੀਂ ਨਿਕਲਦਾ ਨਾ, ਮੂੰਹ ਤੋਂ ਤਾਂ ਨਿਕਲ ਹੀ ਜਾਂਦਾ ਕਿ ਬਹੁਤ ਵਧੀਆ, ਮੂੰਹ ਤੋਂ ਸਾਨੂੰ ਕਹਿੰਦੇ ਬੋਲ ਦਿੰਦੇ, ਪਰ ਜੇ ਤੁਹਾਡੇ ਦਿਲ ਚੋਂ ਨਹੀਂ ਨਿਕਲਦਾ ਨਾ, ਤੁਹਾਨੂੰ ਸਕਸੈਸ ਨਹੀਂ ਮਿਲਣੀ, ਰਾਈਟ, ਕਿਉਂਕਿ ਤੁਹਾਨੂੰ ਉਹ ਚੀਜ਼ ਪਸੰਦ ਹੀ ਨਹੀਂ। ਜਿਹੜੀ ਚੀਜ਼ ਸਕਸੈਸ ਆ, ਉਹਦੀ ਸਕਸੈਸ ਨੂੰ ਤੁਸੀਂ ਅਗਰ ਪਸੰਦ ਕਰੋਗੇ, ਤੁਹਾਨੂੰ ਸਕਸੈਸ ਪਸੰਦ ਕਰੋਗੇ। ਇਹ ਲਿਟਰਲੀ ਹੈ, ਇਹ ਲਾਅ ਆਫ ਅਟਰੈਕਸ਼ਨ ਕਹਿ ਲਓ ਜਾਂ ਕੋਈ ਵੀ ਥਿਊਰੀ ਕਹਿ ਲਓ ਜੀ, ਤੁਹਾਨੂੰ ਦੂਜੇ ਦੀ ਚੀਜ਼ ਪਸੰਦ ਆਉਣੀ ਚਾਹੀਦੀ, ਚਾਹੇ ਉਹ ਗਲਤੀ ਹੈ, ਉਹ ਉਹਦੇ ਹਿਸਾਬ ਨਾਲ ਤਾਂ ਸਹੀ ਹੋਣੀ ਨਾ। ਆਪਾਂ ਆਪਣੇ ਹਿਸਾਬ ਨਾਲ ਤਾਂ ਕਹਿ ਰਹੇ ਕਿ ਉਹ ਗਲਤ ਜੀ, ਪਰ ਉਹ ਉਹਦੇ ਹਿਸਾਬ ਨਾਲ, ਉਹਦੀ ਮੈਂਟੈਲਿਟੀ ਦੇ ਹਿਸਾਬ ਨਾਲ ਜੋ ਅਚੀਵ ਕਰ ਰਿਹਾ, ਜੋ ਚੀਜ਼ ਉਹਨੇ ਸਟਰਗਲ ਕੀਤੀ, ਹਸਲ ਕੀਤੀ ਉਹਦੇ ਲਈ, ਉਹ ਚੀਜ਼ ਪਾਉਣ ਦੇ ਲਈ ਉਹਨੇ ਪਤਾ ਨਹੀਂ ਕੀ ਫੇਸ ਕੀਤਾ। ਆਪਣੇ ਲਈ ਨਹੀਂ ਹੋ ਸਕਦਾ, ਸਾਡੇ ਲਈ ਹੋਰ ਸਟਰਗਲ ਆ ਗਿਆ, ਬਹੁਤ ਗਾਇਆ, ਉਹ ਕੀਤਾ, ਜਿਨ੍ਹਾਂ ਨੂੰ ਹੁਣ ਆਪਾਂ ਕਹਿ ਦਿੰਦੇ ਕਈ ਇਹਨੂੰ ਗਾਉਣਾ ਨਹੀਂ ਆਉਂਦਾ ਇਹਨਾਂ ਨੂੰ, ਪਰ ਉਹਨਾਂ ਦੀ ਕੋਈ ਆਪਣੀ ਸਟਰਗਲ ਹੋਣੀ ਹੈ। ਕੀ ਇਹ ਤੁਸੀਂ ਵੀ ਸੁਣਿਆ? ਹਾਂਜੀ, ਇਹ ਤੁਸੀਂ ਵੀ ਸੁਣਿਆ? ਮੈਂ ਵੀ ਸੁਣਿਆ ਕਿ ਯਾਰ ਇਹ ਤਾਂ ਗਾਣਾ ਪਿੱਛੇ ਕਾਹਦਾ ਰਾਈਜ਼ਿੰਗ ਸਟਾਰ ਹੈ, ਪਿੱਛੇ ਕਰ ਦੋ ਆ ਯਾਰ, ਇਹਨੂੰ ਰਹਿਣ ਦੇ ਯਾਰ, ਏਦਾਂ ਮਤਲਬ ਮੈਂ ਬਹੁਤ ਵਾਰੀ ਦੇਖਿਆ ਯਾਰ ਇਹਦਾ ਗਾਣਾ ਨਹੀਂ ਯਾਰ ਪਲੀਜ਼, ਮੈਨੂੰ ਨਹੀਂ, ਮਤਲਬ ਮੇਰੇ ਨਾਲ ਦੇ ਨੂੰ ਕਹਿ ਤਾਂ ਪਤਾ ਤਾਂ ਲੱਗੇ ਜਾਂਦਾ। ਹੁਣ ਕਿਵੇਂ ਇਨਸਪਾਇਰ ਹੁੰਦੇ ਹੋ ਬੈਨੇਟ? ਆਬਵੀਅਸਲੀ ਉਹ ਸਮਾਂ ਬਹੁਤ ਜ਼ਿਆਦਾ ਕੌੜਾ ਘੁੱਟ ਭਰਨ ਵਾਲਾ ਹੁੰਦਾ ਹੈ। ਕੌੜਾ ਘੁੱਟ ਵੀ ਹੁੰਦਾ, ਮੈਨੂੰ ਏਦਾਂ ਲੱਗਦਾ ਫਿਰ ਮੈਨੂੰ ਉਹਦਾ ਹਾਸਾ ਆ ਜਾਂਦਾ, ਮੈਂ ਸੱਚੀ ਹੱਸਣ ਲੱਗ ਜਾਂਦਾ। ਸੱਚੀ ਹੱਸਦੇ ਹੋ? ਹਾਂ, ਮੈਂ ਸੱਚੀ ਹੱਸਦਾ, ਕਿ ਮੈਂ ਦਿਲ ਵੀ ਭਰਦਾ ਕਿ ਹਾਂ ਠੀਕ ਆ ਯਾਰ, ਇਹਨਾਂ ਨੂੰ ਕਹਿੰਦਾ ਕੀ ਪਤਾ ਯਾਰ, ਹਨਾ। ਹੁਣ ਆਪਾਂ ਕਿਸੇ ਨੂੰ ਕੀ ਸਮਝਾ ਸਕਦੇ ਹਾਂ? ਤੁਸੀਂ ਕਦੀ ਕਿਸੇ ਨੂੰ, ਮੈਂ ਜਿੰਨਾ ਮਰਜ਼ੀ ਦਿਲ ਖੋਲ ਕੇ ਰੱਖ ਦੋ ਸਾਹਮਣੇ, ਕਹਿ ਦੇ ਨਹੀਂ ਸਮਝਾ ਸਕਦੇ, ਅਗਲੇ ਨੇ ਹੱਸ ਕੇ ਚੱਲ ਜਾਣਾ ਵੀ ਸਾਡੇ ਫੁੱਦੂ ਗੱਲ ਕਰਦਾ ਜਾਂ ਕੋਈ ਪਾਗਲ ਹੀ ਹੈ, ਜਾਂ ਐਵੇਂ ਗੱਲ ਕਰਦਾ, ਇਮੋਸ਼ਨਲੀ ਕਰਦਾ ਜਾਂ ਕੁਛ। ਕਈ ਵੇਲੇ ਤੁਸੀਂ ਖੁਦ ਨਹੀਂ ਕਰਦੇ, ਤੁਹਾਨੂੰ ਸਿਚੁਏਸ਼ਨ ਉਦਾਂ ਦੀ ਸਿਖਾ ਦਿੰਦੀ ਹੈ, ਬਿਲਕੁਲ ਸਿਖਾਉਂਦੀ ਹੈ। ਮੈਂ ਜਾਣੀ ਕਿ ਜਿੰਨਾ ਟਾਈਮ ਮਾੜਾ ਟਾਈਮ ਜਿਹੜਾ ਲੋਕੀ ਕਹਿੰਦੇ ਜਿਹਦਾ ਮਾੜਾ ਟਾਈਮ, ਉਹਦੇ ਵਿੱਚ ਤੁਸੀਂ ਸਿੱਖਦੇ ਹੋ ਨਾ, ਉਹ ਤੋਂ ਜ਼ਿਆਦਾ ਤੁਸੀਂ ਕਿਤੇ ਨਹੀਂ ਸਿੱਖਦੇ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਲਾ ਨਾਲੋਂ ਜ਼ਿਆਦਾ ਵੱਡਾ ਪੈਸਾ ਹੋ ਚੁੱਕਿਆ? ਪੈਸਾ ਵੀ ਵੱਡਾ ਹੈ, ਮੈਨੂੰ ਏਦਾਂ ਲੱਗਦਾ ਕਿਸਮਤ ਤੋਂ ਵੱਡਾ ਨਹੀਂ ਹੈ ਕੋਈ। ਮੈਨੂੰ ਲੱਗਦਾ ਕਿਸਮਤ ਤੋਂ ਵੱਡਾ ਕੋਈ ਨਹੀਂ ਹੈਗਾ ਜੀ। ਤੁਸੀਂ ਜਿੰਨਾ ਮਰਜ਼ੀ ਕਰ ਲਓ, ਜੇ ਤੁਹਾਨੂੰ ਕਿਸਮਤ 'ਚ ਲਿਖਿਆ ਹੋਇਆ ਨਾ, ਤੁਹਾਡੀ ਗੱਲ ਵੀ ਵਾਇਰਲ ਹੋ ਜਾਣੀ, ਚਾਹੇ ਫਿਰ ਤੁਸੀਂ ਭਾਵੇਂ ਜੇ ਤੋਂ ਮਰਜ਼ੀ ਵੀਡੀਓ ਕਰਾ ਲਓ, ਚਾਹੇ ਜੇ ਤੋਂ ਮਰਜ਼ੀ ਮਿਊਜ਼ਿਕ ਲੈ ਲਓ, ਗਾਣਾ ਜੇ ਤੋਂ ਮਰਜ਼ੀ ਲੈ ਲਓ, ਭਾਵੇਂ ਟ੍ਰੈਂਡ ਵਾਲੇ ਬੰਦੇ ਤੋਂ ਲੈ ਲਓ ਜੀ, ਕਰੋੜ ਰੁਪਈਆ ਲਾ ਦੋ ਤਾਂ ਵੀ ਚੱਲਣਾ। ਲੋਕਾਂ ਦੇ ਕਿੱਦਾਂ ਪਹੁੰਚ ਜੂਗਾ ਜਦ ਤੱਕ ਉਹਦੀ ਕਰਮਨਵਾਜ਼ੀ ਨਹੀਂ ਹੋਣੀ ਨਾ। ਮੈਨੂੰ ਏਦਾਂ ਲੱਗਦਾ ਜੇ ਉੱਪਰੋਂ ਇਜਾਜ਼ਤ ਹੋਊਗੀ ਤੁਹਾਡਾ ਗਾਣਾ ਚੱਲਣਾ ਤਾਂ ਚੱਲੇ ਜਾਣਾ। ਫਿਰ ਤਾਂ ਅੱਜ ਦੀ ਡੇਟ ਤੁਸੀਂ ਦੇਖੋ, ਗਾਣੇ ਜਿੰਨੇ ਮਰਜ਼ੀ ਕਰ ਲਓ, ਜਿਹੜੇ ਵਾਇਰਲ ਗਾਣੇ ਨੇ ਉਹ ਸਾਰੇ ਅੱਜ ਕੱਲ ਕੀ ਹੋ ਰਹੇ, ਜਾਂ ਤਾਂ ਰੀਕ੍ਰੀਏਟ ਕਰਕੇ, ਜਾਂ ਲੋਕੀ ਨੋਰਮਲ ਗੱਡੀ 'ਚ ਗਾਉਂਦੇ ਨੇ। ਹੁਣ ਅੱਜ ਕੱਲ ਦਾ ਪਲੇਟਫਾਰਮ ਵੀ ਬਹੁਤ ਵਧੀਆ, ਤੇ ਚਲੋ ਅਸੀਂ ਉਹ ਚੀਜ਼ ਨੂੰ, ਮੈਂ ਬੰਦਾ ਇਹ ਸੋਚ ਲੈਂਦਾ ਕਿ ਹੁਣ ਆਪਾਂ ਇੱਕ ਆਪਣੇ ਪਲੇਟਫਾਰਮ ਤੇ ਪਹੁੰਚ ਗਏ, ਇੱਕ ਲੈਵਲ ਤੇ ਪਹੁੰਚ ਗਏ, ਆਪਾਂ ਉਹ ਚੀਜ਼ਾਂ ਵੀ ਨਹੀਂ ਕਰ ਸਕਦੇ ਜਿਹੜੇ ਸਾਰੇ ਕਰਦੇ। ਕਿਉਂਕਿ ਆਪਾਂ ਉੱਥੇ ਸੋਚ ਲੈਂਦੇ ਹਾਂ ਕਿ ਯਾਰ ਅਸੀਂ ਇੰਨਾ ਕੁਝ ਅਚੀਵ ਕਰ ਲਿਆ, ਅਸੀਂ ਉਸ ਚੀਜ਼ ਨੂੰ ਹੁਣ ਏਦਾਂ ਕਿਵੇਂ ਜਾਇਆ ਕਰਦੀ ਆਪਣਾ ਟੈਲੈਂਟ ਨਾ। ਹੁਣ ਵੈਲਿਊ ਕਰਾਉਣੀ ਵੀ ਹੋਣੀ, ਜਦੋਂ ਵਿੱਚ ਰਹਿੰਦਾ ਨਾ ਬੰਦਾ, ਨਾ ਉੱਪਰ ਜਾ ਪਾਉਂਦਾ ਨਾ ਥੱਲੇ। ਹੁਣ ਥੱਲੇ ਜਾ ਕੇ ਤੁਸੀਂ ਏਦਾਂ ਕਰੋਗੇ, ਹੁਣ ਤਾਂ ਸਾਰੀਆਂ ਵੀਡੀਓ ਪਾਉਣ ਲੱਗ ਪਈਏ ਗਾ ਕੇ। ਹੁਣ ਉਹ ਦੌਰ ਸੀਗਾ ਪਹਿਲਾਂ ਵਾਲਾ। ਹੁਣ ਜਦੋਂ ਆਪਾਂ ਇੱਕ ਅਚੀਵ ਕਰ ਲਿਆ, ਗੱਭੇ ਆ ਗਏ, ਹੁਣ ਤੁਸੀਂ ਉਹਨਾਂ ਵਾਂਗੂ ਉੱਪਰਾਂ ਨੂੰ ਕਰ ਨਹੀਂ ਸਕਦੇ ਕਿ ਰੀਲਾਂ ਦੇ ਪ੍ਰਮੋਸ਼ਨ ਲਾ ਦੋ। ਹੁਣ ਬੈਨੇਟ ਆਪਣੇ ਆਪ ਨੂੰ ਕਿੱਥੇ ਵੇਖਦੇ ਨੇ? ਮੈਨੂੰ ਲੱਗਦਾ ਜੀ, ਮੈਂ ਤਾਂ ਰਿਐਲਿਟੀ 'ਚ ਦੇਖਦਾ, ਸੱਚੀ ਕਹਿ ਰਿਹਾ, ਮੈਂ ਰਿਐਲਿਟੀ 'ਚ ਦੇਖਦਾ ਕਿ ਹਾਂ ਇੱਕ ਬਹੁਤ ਵਧੀਆ ਨਾਮ ਦਿੱਤਾ ਮਾਲਕ ਨੇ, ਜਿੱਥੇ ਤੱਕ ਹੈਗਾ ਹਾਲੇ ਤੱਕ ਵੀ, ਮਤਲਬ ਜਾਣੀ ਕਿ ਕਦੀ ਏਦਾਂ ਨਹੀਂ ਲੱਗਾ ਕਿ ਮੈਨੂੰ ਲੋਕਾਂ ਨੇ ਨਹੀਂ ਸਰਾਇਆ ਜੀ। ਆਪਣਾ ਸਰਕਲ ਨਹੀਂ, ਜਿਨ੍ਹਾਂ ਨੇ ਵੀ ਗਾਣਾ ਸੁਣਿਆ ਵੀ ਗਾਣਾ ਬਹੁਤ ਵਧੀਆ ਰਿਸਪੌਂਸ ਆਇਆ। ਰੀਲਸ ਤੇ ਵੀ ਅੱਜ ਕੱਲ੍ਹ ਹੁਣ ਟਰੈਂਡਿੰਗ ਚੱਲ ਰਿਹਾ, ਤੇ ਜਿੰਨਾ ਵੀ ਸਪੋਰਟ ਕਰ ਰਹੇ ਨੇ ਸਾਰੇ, ਆਪਣੇ ਯਾਰ ਦੋਸਤ ਸਪੋਰਟ ਕੀਤੀ ਹੈ ਨਾ, ਤੇ ਇੰਡਸਟਰੀ ਵਾਲੇ ਬੰਦਿਆਂ ਨੇ ਵੀ ਸਪੋਰਟ ਕੀਤਾ, ਇੱਦਾਂ ਨਹੀਂ ਕਿ ਨਹੀਂ ਕੀਤਾ। ਤੇ ਕਹਿਣਾ ਤਾਂ ਪੈਂਦਾ ਜੀ, ਤੁਹਾਨੂੰ ਪਤਾ ਸਾਰਿਆਂ ਨੂੰ ਕਹਿਣਾ ਹੀ ਪੈਂਦਾ। ਪਰ ਗੱਲ ਇਹ ਹੈ ਕਿ ਹੁਣ ਮੈਨੂੰ ਇਹ ਇੱਕ ਗੋਲ ਲੈ ਕੇ ਚੱਲ ਰਹੇ ਹਾਂ ਕਿ ਆਪਣਾ ਵੱਲੋਂ ਅਸੀਂ ਬੈਸਟ ਦੇਣਾ,
ਉਹਨਾਂ ਦਾ ਰਿਸਪੌਂਸ ਅਸੀਂ ਦੇਖਣਾ ਹੀ ਨਹੀਂ। ਆਪਾਂ ਰਿਸਪੌਂਸ ਕਾਹਤੇ ਨਹੀਂ ਦੇਖਣਾ, ਕਿਉਂਕਿ ਸਾਨੂੰ ਰਿਸਪੌਂਸ ਦੇ ਨਾਲ ਆਪਣੀ ਅੰਦਰਲੀ ਭਾਵਨਾ ਨਹੀਂ ਜੋੜਨੀ ਕਿ ਸਾਡੀ ਡਿਪਰੈਸ ਹੋ ਜਾਈਏ। ਅਸੀਂ ਕੰਮ ਕਰਨਾ ਕੰਟੀਨਿਊਟੀ। ਪਹਿਲਾਂ ਵੀ ਮੈਨੂੰ ਲੱਗਦਾ ਕਿ ਮੇਰੀ ਲਾਈਫ ਦੇ ਵਿੱਚ ਇੱਕ ਜਿਹੜੀ ਪ੍ਰੋਬਲਮ ਰਹੀ ਆ, ਉਹ ਮੈਂ ਕੰਟੀਨਿਊਟੀ ਤਾਂ ਨਹੀਂ ਕਰ ਪਾਇਆ ਕਿਉਂਕਿ ਮੈਂ ਬਾਉਂਡ ਸੀ ਕਿਸੇ ਦੇ ਨਾਲ, ਉਹਨਾਂ ਦੇ ਹਿਸਾਬ ਨਾਲ ਕੰਮ ਕਰਨਾ। ਇਹ ਵੀ ਨਹੀਂ ਮੈਂ ਹੁਣ ਇਹਨਾਂ ਦੀ ਰਿਸਪੌਂਸਿਬਿਲਿਟੀ ਤਾਂ ਨਹੀਂ ਦੇ ਰਿਹਾ ਕਿਉਂਕਿ ਮੈਂ ਹੋਰ ਵੀ ਜ਼ਰੀਏ ਬਣਾ ਸਕਦਾ ਸੀ, ਪਰ ਉਹ ਉਦੋਂ ਧਿਆਨ ਨਹੀਂ ਆਉਂਦਾ। ਜਦੋਂ ਆਪਾਂ ਇੱਕ ਫੇਸ ਕਰ ਜਾਂਦੇ ਹਾਂ ਜਾਂ ਇੱਕ ਚੀਜ਼ ਨੂੰ ਨਿਕਲ ਜਾਂਦੇ ਹਾਂ, ਉਦੋਂ ਪਤਾ ਲੱਗਦਾ ਕਿ ਇੱਥੋਂ ਆਪਾਂ ਏਦਾਂ ਵੀ ਚੱਲ ਸਕਦੇ ਸੀ। ਕਈ ਵੇਲੇ ਗੁੱਸਾ ਕਰ ਜਾਂਦੇ ਹਾਂ, ਨਹੀਂ ਕਰਨਾ ਕਾ ਮੂਡ ਖਰਾਬ ਹੋ ਜਾਂਦਾ। ਪਰ ਬਹੁਤ ਸਾਰੀਆਂ ਚੀਜ਼ਾਂ ਤਾਂ ਮੈਨੂੰ ਲੱਗਦਾ ਮੇਰੇ ਗੁੱਸੇ ਨੇ ਖਰਾਬ ਕਰਤੀਆਂ ਕਿਉਂਕਿ ਆਲਰੇਡੀ ਇਦਾਂ ਦਾ ਇੱਕ ਫਰਸਟ੍ਰੇਸ਼ਨ ਇਰੀਟੇਟ ਹੋ ਕੇ। ਮੈਨੂੰ ਲੱਗਦਾ ਕੋਈ ਟਾਈਮ ਵੀ ਇਹੋ ਜਿਹਾ ਹੁੰਦਾ, ਤੁਸੀਂ ਹੌਲੀ ਹੌਲੀ ਠਹਿਰਾਵ ਲਿਆਉਂਦੇ ਹੋ। ਹਾਂਜੀ, ਉਹ ਹੌਲੀ ਹੌਲੀ ਚੀਜ਼ਾਂ ਤੁਹਾਡੇ ਸਾਹਮਣੇ ਆਉਣ ਲੱਗ ਜਾਂਦੀਆਂ ਨੇ, ਕੋਈ ਤੁਹਾਨੂੰ ਸਕੂਨ ਆਉਣ ਲੱਗ ਜਾਂਦਾ, ਚੀਜ਼ਾਂ ਦੇ ਵਿੱਚ ਸਬਰ ਆਉਣ ਲੱਗ ਜਾਂਦਾ ਕਿ ਹਾਂ ਠੀਕ ਹੈ, ਕੋਈ ਗੱਲ ਨਹੀਂ, ਹੁਣ ਸਕੂਨ ਆ ਰਿਹਾ। ਹਾਂਜੀ, ਓਕੇ, ਬਿਲਕੁਲ। ਹੁਣ ਕੀ ਸੁਪਨਾ ਹੈ? ਸੁਪਨਾ ਇਹੀ ਹੈ ਕਿ ਬਸ ਗਾਣੇ ਵਧੀਆ ਕਰੀਏ, ਆਪਣੇ ਅੰਦਰੋਂ ਮਤਲਬ ਜਾਣੀ ਕਿ ਸੈਟਿਸਫੈਕਸ਼ਨ ਚਾਹੀਦੀ ਹੈ ਕਿ ਹਾਂ ਮੈਂ ਗਾਣਾ ਕੀਤਾ, ਮੈਨੂੰ ਪਸੰਦ ਆ। ਅੱਛਾ, ਮਾਂ ਦਾ ਸੁਪਨਾ ਕੀ ਹੈ? ਮਾਂ ਦਾ ਸੁਪਨਾ ਤਾਂ ਹਾਲੇ ਏਦਾਂ ਆ ਕਿ ਮੈਨੂੰ ਲੱਗਦਾ ਮਾਂ ਦੇ ਸੁਪਨੇ ਦੇ ਵਿੱਚ ਆਪਾਂ ਕੁਛ ਕਹਿ ਨਹੀਂ ਸਕਦੇ। ਉਹਨਾਂ ਨੂੰ ਇਹ ਹੈ ਕਿ ਮੇਰੇ ਕੋਲ ਆਵੇ, ਰੋਟੀ ਖਾਧੀ ਹੋਵੇ ਨੇ, ਕੋਲ ਬੈਠਾ ਹੋਵੇ, ਗੱਲਾਂ ਕਰੇ। ਉਹਨਾਂ ਦਾ ਸੁਪਨਾ ਇੰਨਾ ਹੀ ਹੈ। ਕੀ ਉਹ ਤੁਹਾਡੀ ਸਟਾਰਡਮ ਨੂੰ ਇੰਜੋਏ ਕਰਦੇ ਨੇ ਜਾਂ ਉਹ ਪਿੰਡ ਦੇ ਉਹੀ ਸਿੰਪਲ ਲੋਕ ਨੇ ਜਿਹਨਾਂ ਨੂੰ ਇਹ ਲੱਗਦਾ ਠੀਕ ਹੈ ਮੁੰਡਾ ਵਧੀਆ ਕੰਮ ਕਰ ਰਿਹਾ? ਹਾਂਜੀ, ਉਹਨਾਂ ਨੂੰ ਬਸ ਏਦਾਂ ਹੀ ਆ। ਉਹਨਾਂ ਨੂੰ ਇਹ ਕਿ ਬਈ ਬਹੁਤ ਬਿਜ਼ੀ ਆ। ਮੇਰੇ ਤਾਂ ਅੱਖ ਭਰ ਜਾਂਦੀ ਕਈ ਵੇਲੇ, ਕਈ ਵੇਲੇ ਮੈਂ ਸੱਚੀ ਬਿਜ਼ੀ ਨਹੀਂ ਹੁੰਦਾ, ਵੈਸੇ ਏਦਾਂ ਕਹਿ ਹੁੰਦਾ ਕਿ ਮੰਮੀ ਬਾਅਦ ਚ ਕਰਦਾ। ਕਈ ਵੇਲੇ ਬੰਦੇ ਨੂੰ ਓਦਾਂ ਮਨ ਭਰ ਜਾਂਦਾ ਕਿ ਨਹੀਂ ਗੱਲ ਕਰਨੀ ਉਹਨਾਂ ਨਾਲ, ਹਨਾ। ਤੇ ਉਹ ਜਦੋਂ ਕਹਿ ਕੇ ਉਸ ਤੋਂ ਬਾਅਦ ਅਸੀਂ ਆਪ ਫੀਲ ਕਰੀਦਾ ਯਾਰ ਮੈਂ ਕੀ ਕਰ ਰਿਹਾ ਯਾਰ, ਮੰਮੀ ਨੂੰ ਕਾਹਦੇ ਕਹਿ ਦਿੱਤਾ ਨਾ, ਮੈਂ ਜਾ ਵੀ ਸਕਦਾ ਸੀ ਜਾਂ ਉੱਥੇ ਜਾ ਕੇ ਉਹਨਾਂ ਨਾਲ ਬਹਿ ਕੇ ਗੱਲ ਵੀ ਕਰ ਸਕਦਾ ਸੀ, ਹੋਰ 2 ਦਿਨ ਮੈਂ ਰਹਿ ਸਕਦਾ ਸੀ। ਇਹ ਚੀਜ਼ਾਂ ਮੈਂ ਹੁਣ 4 ਕੁ ਮਹੀਨੇ ਤੋਂ ਮੈਂ ਮੰਮੀ ਉਹਨਾਂ ਨਾਲ ਹੀ ਰਿਹਾ। ਫਿਰ ਉਹਨਾਂ ਨੇ ਗੱਲ ਕੀਤੀ, ਮੈਂ ਤੁਹਾਨੂੰ ਕਿੱਦਾਂ ਦੱਸਾਂ, ਮਤਲਬ ਪਿੰਡ ਦਾ ਘਰ ਸੀਗਾ, ਉਹ ਪਿੰਡ ਦੇ ਘਰ ਜਿੱਦਾਂ ਹੁਣ ਕਈ ਵੇਲੇ ਬਾਲਿਆਂ ਦੀ ਛੱਤ ਨਹੀਂ ਹੁੰਦੀ, ਉਹ ਸੀਗੀ। ਤੇ ਹੁਣ ਮੈਂ ਇੱਕ ਦਿਨ ਬੈਠਾ, ਥੋੜੇ ਦਿਨ ਪਿਛਲੇ ਸਾਲ ਦੀ ਗੱਲ ਆ, ਤੇ ਮੰਮੀ ਏਦਾਂ ਬੈਠੇ ਮੇਰੇ ਨਾਲ, ਮੈਂ ਥੱਲੇ ਸੌਂ ਗਿਆ। ਮੈਂ ਨਾ ਉੱਥੇ ਚਾਦਰ ਵਿਛਾਈ, ਮੰਮੀ ਏਦਾਂ ਉੱਪਰ ਮੰਜੇ ਤੇ ਪਈ ਸੀ, ਮੈਂ ਥੱਲੇ ਵਿਛਾ ਲਈ, ਤੇ ਮੰਮੀ ਮੇਰੇ ਨਾਲ ਗੱਲ ਕਰਨ ਲੱਗ ਪਈ। ਉਦਣ ਵੈਸੇ ਮੰਮੀ ਸੌਂ ਜਾਂਦੇ 9-10 ਵਜੇ ਕਿਉਂਕਿ ਥੱਕੇ ਹਾਰੇ ਹੁੰਦੇ, ਸਵੇਰੇ 5 ਵਜੇ ਉੱਠਦੇ, ਉਹ ਤੁਹਾਨੂੰ ਪਿੰਡਾਂ ਵਾਲਾ ਹਿਸਾਬ, ਹਨਾ। ਤੇ ਉਹ ਉਦਣ ਗੱਲ ਕੀਤੀ ਮੰਮੀ, ਉਦਣ ਨਾ ਮਿੱਟੀ ਡੇਪੀ ਬਾਲੇ ਤੋਂ ਮੇਰੇ ਉੱਪਰ। ਮੈਂ ਕਿਹਾ ਮੰਮੀ, ਤੇ ਮੰਮੀ ਕਹਿੰਦੀ ਹੁਣ ਤਾਂ ਬਾਲੇ ਵੀ ਟੁੱਟਣ ਵਾਲੇ ਆ। ਉਦਾਂ ਹੀ ਕਹਿਤਾ, ਮਤਲਬ ਜਿਹੜੀ ਮੇਰੇ ਧਿਆਨ ਨਹੀਂ ਗਿਆ, ਮਤਲਬ ਕਈ ਵੇਲੇ ਨਹੀਂ ਜਾਂਦਾ ਧਿਆਨ, ਯਾਨੀ ਕੋਈ ਇੱਕ ਕਮਰਾ ਸੀ ਉਹ ਬਾਲਿਆਂ ਵਾਲਾ ਸੀ। ਤੇ ਮੇਰੇ ਤਾਂ ਦਿਲ ਚ ਆਇਆ ਕਿ ਯਾਰ ਮੈਂ ਉੱਥੇ ਹੁਣ ਜਿੱਥੇ ਰਹਿੰਦੇ ਆਪਾਂ, ਉੱਥੇ ਕਈ ਵੇਲੇ ਏਸੀ ਵੀ ਲੱਗਾ ਹੁੰਦਾ, ਘਰ ਨਹੀਂ ਵੀ ਲਾਉਂਦੇ ਆਪਾਂ, ਚੱਲ ਜਾਂਦਾ ਕਿਉਂਕਿ ਪਿੰਡ ਦਾ ਮਾਹੌਲ ਆ, ਨਹੀਂ ਕਰਦਾ ਕਈ ਵੇਲੇ ਹੁੰਦਾ ਕਿ ਨਹੀਂ, ਹਨਾ। ਤੇ ਜਦੋਂ ਉਹਨਾਂ ਨੇ ਕਿਹਾ, ਮੇਰੇ ਉਦੋਂ ਧਿਆਨ ਗਿਆ ਕਿ ਆਪਾਂ ਯਾਰ ਘਰ ਸ਼ੁਰੂ ਕਰੀਏ ਜਾਂ ਰਿਸਪੌਂਸਿਬਿਲਿਟੀ ਲਈਏ ਘਰ ਦੀ, ਕਿ ਬਾਹਰਲੀ ਰਿਸਪੌਂਸਿਬਿਲਿਟੀ ਕਦੋਂ ਤੱਕ ਚੱਕੀ ਜਾਵਾਂਗੇ? ਇਹ ਤਾਂ ਚੱਲੀ ਜਾਣਾ, ਆਪਣਾ ਤਾਂ ਚੱਲੀ ਜਾਣੇ, ਪਰ ਆਪਾਂ ਤੁਸੀਂ ਘਰ ਦੀ ਰਿਸਪੌਂਸਿਬਿਲਿਟੀ ਚੱਕ ਸਕਦੇ। ਉਦੋਂ ਮੈਂ ਖੁੱਲ ਕੇ ਗੱਲ ਕੀਤੀ ਮੰਮੀ ਨਾਲ 1-2 ਵਜੇ ਤੱਕ। ਮੰਮੀ ਨੇ ਬੜੀਆਂ ਗੱਲਾਂ ਕੀਤੀਆਂ ਮੇਰੇ ਨਾਲ, ਤੇ ਬੜਾ ਦਿਲ ਵੀ ਭਰਿਆ। ਫਿਰ ਮੰਮੀ ਮੈਂ ਕਿਹਾ ਮੈਂ 1 ਮਹੀਨਾ ਦੋ, ਮੈਂ ਮਾੜਾ ਕੰਪਲੀਟ ਕਰ ਲਾ, ਫਿਰ ਮੈਂ ਇੱਥੋਂ ਛੱਡ ਕੇ ਫਿਰ ਮੈਂ ਪੂਰਾ 4 ਮਹੀਨੇ ਘਰੇ ਰਿਹਾ, ਆਪ ਦਿਹਾੜੀਆਂ ਕੀਤੀਆਂ ਨਾਲ, ਸਾਰਾ ਕੁਛ ਆਪ ਕੀਤਾ ਨਾਲ, ਤੇ ਖੁਸ਼ੀ ਵੀ ਹੁੰਦੀ। ਫਿਰ ਮੰਮੀ ਨੂੰ ਪਹਿਲਾਂ ਉਹਨਾਂ ਨੂੰ ਲੱਗਾ ਕਿ ਯਾਰ ਤੂੰ ਇੱਥੇ ਨਾ ਆ, ਯਾਨੀ ਕਿ ਤੈਨੂੰ ਲੋਕਾਂ ਨੇ ਕਹਿਣਾ ਆਪਣਾ ਕਿ ਏਦਾਂ ਪਤਾ ਨੀ ਘਰ ਛੱਡ ਕੇ ਆ ਗਿਆ, ਹਨਾ, ਜਾਂ ਇੰਡਸਟਰੀ ਛੱਡ ਕੇ ਆ ਗਿਆ, ਕੀ ਹੋ ਗਿਆ, ਇੱਥੇ ਪਿੰਡ ਕਾਹਦੇ ਰਹਿਣ ਲੱਗ ਗਿਆ। ਹੁਣ ਗੱਲ ਇਹ ਹੁੰਦੀ ਹੈ ਕਿ ਜਦੋਂ ਆਪਾਂ ਨਾ ਲੋਕਾਂ ਨੂੰ ਸੋਚਣਾ, ਮੈਂ ਉਹਨਾਂ ਨੂੰ ਇਹੀ ਕਿਹਾ, ਪਹਿਲਾਂ ਮੈਂ ਖੁਦ ਆਪਣਾ ਮੈਂ ਮਾਈਂਡ ਬਣਾਇਆ ਕਿ ਮੈਨੂੰ ਜੋ ਮਰਜ਼ੀ ਕਹਿ ਦੇ, ਆ ਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੀ ਖੁਸ਼ੀ ਦੇਖਣੀ ਹੈ, ਮੈਂ ਆਪਣੇ ਮਾਂ-ਬਾਪ ਦੀ ਖੁਸ਼ੀ ਦੇਖਣੀ, ਮੈਂ ਹੋਰ ਕਿਸੇ ਦੀ ਕਿਉਂ ਦੇਖਾਂ। ਇੱਕ ਸਰਕਲ ਜਿਹਾ ਬਣ ਜਾਂਦਾ, ਤੁਹਾਡੀ ਸੋਚ, ਤੁਹਾਨੂੰ ਲੋਕੀ ਕਹਿਣ ਲੱਗ ਪੈਂਦੇ ਜਿੱਥੇ ਉੱਥੇ ਰਹੋਗੇ ਤਾਂ ਸਾਡਾ ਕੰਮ ਚੱਲਣਾ। ਕੋਈ ਐਵੇਂ ਮਿੱਥ ਆ, ਕੋਈ ਨਹੀਂ ਹੈਗਾ ਏਦਾਂ। ਤੁਸੀਂ ਘਰ ਰਹੋ, ਜਿੱਥੇ ਮਰਜ਼ੀ ਰਹੋ, ਦੁਨੀਆ ਦੇ ਕੋਨੇ 'ਚ ਰਹੋ। ਅਗਰ ਤੁਹਾਡੇ ਟੈਲੈਂਟ ਹੈਗਾ, ਤੁਹਾਡੀ ਕਿਸਮਤ 'ਚ ਹੈਗਾ, ਤੁਹਾਡੀ ਮਿਹਨਤ ਬੋਲਦੀ ਹੈ ਨਾ, ਤੁਸੀਂ ਅੱਗੇ ਆਉਣਾ ਹੀ ਆਉਣਾ। ਬਿਲਕੁਲ। ਅੱਜ ਕੱਲ੍ਹ ਦਾ ਨਾਲੇ ਹਰ ਇੱਕ ਕੋਲ ਫੋਨ ਆ, ਹਰ ਇੱਕ ਕੋਲ ਇੰਸਟਾਗ੍ਰਾਮ, ਆਪਣਾ ਪੇਜ, ਤੁਸੀਂ ਆਪਣਾ ਸ਼ੇਅਰ ਕਰ ਸਕਦੇ ਹੋ। ਰੀਲਾਂ ਤੇ ਤੁਹਾਨੂੰ ਪਤਾ ਕਿੰਨਾ ਗਾਹ ਪਾਇਆ ਹੋਇਆ ਨਾ ਲੋਕਾਂ ਨੇ, ਤੇ ਕੋਈ ਤੋੜ ਨਹੀਂ ਹੈਗਾ। ਤੁਸੀਂ ਮਿਹਨਤ ਕਰੋ, ਬੜੇ ਵਧੀਆ ਦਿਲ ਨਾਲ ਕਰੋ, ਰਿਸਪੌਂਸਿਬਿਲਿਟੀ ਲਓ ਸਾਰੀਆਂ ਚੀਜ਼ਾਂ ਦੀ। ਮੈਨੂੰ ਇਹਦਾ ਲੱਗਦਾ ਬਹੁਤ ਜ਼ਰੂਰੀ ਹੈ, ਬੈਲੈਂਸ ਬਹੁਤ ਜ਼ਰੂਰੀ ਹੈ। ਤੁਹਾਨੂੰ ਫੈਮਿਲੀ ਬਹੁਤ ਜ਼ਰੂਰੀ ਹੈ। ਤੁਹਾਡੀਆਂ ਸ਼ਾਇਦ ਜਿਹੜਾ ਕੰਮ ਤੁਸੀਂ ਆਪਣੀਆਂ ਮਿਹਨਤ ਨਾਲ ਨਹੀਂ ਬਣਾ ਸਕਦੇ, ਤੁਹਾਡੀ ਮਾਂ ਦੀਆਂ ਦੁਆਵਾਂ ਨਾਲ ਬਣ ਜਾਂਦਾ। ਹੁਣ ਘਰ ਬਣ ਗਿਆ, ਹਾਲੇ ਵੀ ਰਹਿੰਦਾ ਥੋੜਾ ਜਿਹਾ। ਮੰਮੀ ਕਹਿੰਦੇ ਮੈਂ ਨਾ ਟੈਲਾਂ ਰਹਿ ਗਈਆਂ ਥੋੜੀਆਂ ਲੱਗਣ, ਤੇ ਉਹ ਥੁੜ ਗਈਆਂ, ਮੈਂ ਹੀ ਲੈ ਕੇ ਜਾਣੀਆਂ ਕਿਉਂਕਿ ਮੰਮੀ ਤੈਂ ਆਉਣਾ, ਤੈਂ ਹੁਣ ਤੈਂ ਕਰਨਾ ਕੰਮ, ਮੈਂ ਨਹੀਂ। ਹੁਣ ਬੜਾ ਸਕੂਨ ਆਉਂਦਾ ਘਰ ਜਾ ਕੇ ਵੀ ਨਾ। ਡੈਡ ਦਾ ਰਿਐਕਸ਼ਨ ਕੀ ਹੈ ਹੁਣ? ਉਹਨਾਂ ਨੇ ਦਿਲ ਬੱਕੜੀ ਚ ਲਿਆ ਨੇ? ਮੈਨੂੰ ਲੱਗਦਾ ਉਹਨਾਂ ਨੂੰ ਹੁਣ ਉਹਦਾ ਪਤਾ ਲੱਗਾ ਕਿ ਹੁਣ ਥੋੜਾ ਰਿਸਪੌਂਸਿਬਲ ਹੋਇਆ। ਅੱਛਾ, ਹੁਣ ਉਹਨਾਂ ਨੂੰ ਯਕੀਨ ਆਇਆ। ਹਾਂ, ਕਿਉਂਕਿ ਮੈਂ ਫੈਮਿਲੀ ਥੋੜਾ ਜਿਹਾ, ਮੇਰਾ ਪਾਰਟ ਉਹ ਥੋੜਾ ਜਿਹਾ ਮਿਸਟੇਕ ਵੀ ਰੱਖ ਲਓ ਕਿ ਫੈਮਿਲੀ ਵੱਲ ਨੂੰ ਥੋੜਾ ਜਿਹਾ ਘੱਟ ਧਿਆਨ ਦਿੱਤਾ, ਕਿਉਂਕਿ ਰੁਝੇਵੇਂ ਵਧਾ ਲਏ।
ਸਰਕਲ ਵੱਧ ਗਿਆ ਹਾਂ ਤੇ ਚੀਜ਼ਾਂ ਨੂੰ ਇਦਾਂ ਲੱਗਣ ਲੱਗ ਪਿਆ ਕਿ ਆਪਾਂ ਆਹ ਚੀਜ਼ ਦੀ ਕਰਨੀ ਆ, ਉਹਨਾਂ ਨੂੰ ਖੋਹ ਪੈਣ ਲੱਗੀ ਆਹ ਚੀਜ਼ਾਂ ਨੇ। ਜਿੰਨਾ ਆਪਾਂ ਉਸ ਚੀਜ਼ ਨੂੰ ਭੱਜਦੇ ਉਨੀ ਚੀਜ਼ ਦੂਰ ਭੱਜਦੀ। ਅੱਛਾ ਬੈਨਟ ਲਾਸਟ ਟਾਈਮ ਆਪਣੇ ਡੈਡ ਨਾਲ ਬੈਠ ਕੇ ਕਦੋਂ ਦਿਲ ਫਰੋਲਿਆ ਜਾਂ ਉਹਨਾਂ ਨੇ ਤੁਹਾਡੇ? ਡੈਡੀ ਥੋੜਾ ਜਿਹਾ ਘੱਟ ਖੋਲਦੇ ਨੇ, ਮੈਂ ਤੁਹਾਨੂੰ ਪਹਿਲਾਂ ਦੱਸਿਆ ਡੈਡੀ ਥੋੜਾ ਘੱਟ ਖੋਲਦੇ, ਪਰ ਉਹਨਾਂ ਨੂੰ ਇਦਾਂ ਹੁਣ ਦੇਖੋ ਫੋਨ ਤੇ ਮੇਰੀ ਫੋਟੋ, WhatsApp DP ਮੇਰੀ, ਅੱਛਾ ਤੇ ਗਾਣੇ ਦਾ ਸਟੇਟਸ ਮੇਰਾ, ਹਨਾ ਮੇਰਾ ਮੁੰਡਾ ਜਾਂ ਮੇਰਾ ਇਦਾਂ ਲਿਖ ਕੇ ਕਿ ਬੇਟਾ ਮੇਰਾ ਇਦਾਂ। ਹੁਣ ਪ੍ਰਾਊਡ ਫੀਲ ਕਰਨ ਲੱਗ ਗਏ ਨੇ। ਆਈਡੀਆਂ ਬਣਾ ਕੇ ਮੈਨੂੰ ਫੋਲੋ ਕਰ ਦੇਣਾ ਜਾਂਦਾ, ਮੈਨੂੰ ਉੱਥੋਂ ਭੇਜੀ ਜਾਣਾ ਕਿ ਆਲ ਦਾ ਬੈਸਟ ਹੈ ਨਾ। ਤੇ ਮੈਂ ਹੁਣ ਉਹ ਚੇਂਜ ਦੇਖਿਆ ਕਿ ਏਦਾਂ ਯਾਰ ਅੱਛਾ ਨਹੀਂ ਹੁੰਦਾ, ਕਈ ਵੇਲੇ ਨਾ ਹਾਸਾ ਵੀ ਹੁੰਦਾ, ਕਈ ਵੇਲੇ ਇਮੋਸ਼ਨਲ ਹੋ ਜਾਂਦਾ। ਮੈਂ ਰਾਤ ਨੂੰ ਕਈ ਵੇਲੇ ਡੈਡੀ ਦੇ ਮੈਸੇਜ ਪੜ੍ਹਦਾ ਹੁੰਦਾ ਕਿ ਏਦਾਂ ਆਹ ਪੜ੍ਹਿਆ, ਜਾਂ ਤਾਂ ਕਹਿੰਦੇ ਗਾਣਾ ਸੈਂਡ ਕਰ ਦੇ, ਜਾਂ ਕਿਸੇ ਦਾ ਵੌਇਸ ਮੈਸੇਜ ਭੇਜ ਦਿੱਤਾ ਪਿੰਡ ਵਾਲੇ ਦਾ ਕਿ ਆਹ ਕਿਆ ਆ ਏਦਾਂ ਕਿਹਾ। ਉਹ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ। ਫਿਰ ਨਾ ਮੈਂ ਨਾ ਅੱਜ ਕੱਲ੍ਹ ਮੈਂ ਬੜਾ ਉਹ ਫੀਲ ਕਰਦਾ ਕਿ ਪੇਰੈਂਟਸ ਕਿਉਂਕਿ ਟਾਈਮ ਬਹੁਤ ਸ਼ਾਰਟ ਆ। ਮੈਨੂੰ ਏਦਾਂ ਲੱਗਦਾ ਕਈ ਵੇਲੇ ਇਨਸਿਕਿਉਰ ਜਾਂ ਮੈਂ ਹੋ ਜਾਂਦਾ ਅੰਦਰੋਂ, ਇਨਸਿਕਿਉਰਿਟੀ ਜਿਹੀ ਹੁੰਦੀ ਰਹਿੰਦੀ ਕਿ ਯਾਰ ਟਾਈਮ ਪਤਾ ਨਹੀਂ ਕਦੋਂ ਮਾਲਕ ਨੇ ਕੋਈ ਲੈ ਜਾਵੇ, ਹਨਾ ਏਦਾਂ ਡਰ ਪੈ ਜਾਣਾ। ਹੁਣ ਮੰਮੀ ਨੇ ਮੈਨੂੰ ਪਰਸੋਂ ਫੋਨ ਕੀਤਾ, ਮੰਮੀ ਕਹਿੰਦੀ ਮੈਨੂੰ ਬੜੀ ਯਾਦ ਆਉਂਦੀ ਸੀ ਤੇਰੀ, ਹਨਾ ਕਿ ਤੇਰੇ ਵੱਡੇ ਭਰਾ ਦੀ, ਤੇਰੀ, ਤੂੰ ਆ ਜਾ ਕਰ ਜਲਦੀ। ਤੇ ਬੜਾ ਮੈਂ ਨਾ ਸੋਚਿਆ ਉਸ ਗੱਲ ਨੂੰ ਕਿ ਮੈਂ ਮੰਮੀ ਏਦਾਂ ਕਿ ਆਪਾਂ ਉਹ ਚੀਜ਼ ਨੂੰ ਜਦੋਂ ਕਿਸੇ ਦੀ, ਜਿੱਦਾਂ ਹੁਣ ਇਹ ਮੈਂ ਮੂੰਹ ਦਾ ਕਹਿਣਾ ਨਹੀਂ ਚਾਹੁੰਦਾ, ਜਦੋਂ ਕਿਸੇ ਪਿੰਡ 'ਚ ਡੈਥ ਹੁੰਦੀ ਹੈ ਜਾਂ ਕਿਸੇ ਦੇ ਮਾਂ-ਬਾਪ ਜਾਂਦਾ ਜਾਂ ਕਿਸੇ ਤਾਂ ਬੜਾ ਇਮੋਸ਼ਨਲ ਹੋ ਜਾਂਦਾ ਕੰਮ, ਕਿ ਏਦਾਂ ਦਿਲ ਕਰਦਾ ਕਿ ਯਾਰ ਛੱਡ ਕੇ ਸਾਰਾ ਕੁਝ ਚੱਲ ਜਾਓ ਉੱਥੇ, ਕਿਉਂਕਿ ਪਤਾ ਨਹੀਂ ਕਿੰਨਾ ਟਾਈਮ, ਲਾਈਫ ਅਨਪ੍ਰੈਡਿਕਟੇਬਲ ਹੈ। ਤੇ ਬਿਮਾਰੀਆਂ ਅੱਜ ਕੱਲ੍ਹ 100 ਬਿਮਾਰੀਆਂ ਹੋ ਜਾਂਦੀਆਂ ਨੇ, ਫਿਰ ਵੀ ਜਦੋਂ ਅਸੀਂ ਛੱਡ ਕੇ ਰੁਝੇਵੇਂ ਇੰਨੇ ਵੱਧ ਜਾਂਦੇ, ਚੇਤਾ ਭੁੱਲ ਜਾਂਦਾ ਕਿ ਦਿਨ 'ਚ ਫੋਨ ਨਹੀਂ ਕੀਤਾ। ਰਾਤ ਨੂੰ 11 ਵਜੇ ਯਾਦ ਆਉਂਦੀ ਹੈ, ਫਿਰ ਉਦੋਂ ਦਿਲ ਨਹੀਂ ਕਰਦਾ ਫੋਨ ਕਰਨ ਨੂੰ ਕਿਉਂਕਿ ਸੁੱਤੇ ਹੋਣ ਦੇ। ਤੇ ਬੜੀਆਂ ਮਤਲਬ ਜਿਹੜੀ ਕਿ ਇਹ ਚੀਜ਼ਾਂ ਹੁਣ ਫੀਲ ਹੋਣ ਲੱਗ ਗਈਆਂ, ਪਹਿਲਾਂ ਨਹੀਂ ਹੁੰਦੀਆਂ। ਹੁਣ ਜਿੱਦਾਂ ਤੁਹਾਡੀ ਏਜ ਵੱਧਦੀ, ਤੁਹਾਨੂੰ ਮੈਚੁਰਿਟੀ ਆਉਂਦੀ ਮਤਲਬ ਜੀ। ਸੋ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਐਂਡ ਆਮ ਸ਼ੋਰ ਕਿ ਤੁਸੀਂ ਵੀ ਓਨਾ ਹੀ ਵਧੀਆ ਮਹਿਸੂਸ ਕੀਤਾ ਹੈ। ਅੱਛਾ ਐਲਬਮ ਤੋਂ ਬਾਅਦ ਕੀ ਪਲਾਨ ਹੈ ਹੁਣ? ਐਲਬਮ ਹਾਲੇ ਇੱਕ ਗਾਣਾ ਆਇਆ ਜੀ, ਸਕੂਨ EP, ਤੇ 3 ਗਾਣੇ ਹੋਰ ਪੈਂਡਿੰਗ ਹਾਲੇ। ਪਹਿਲਾਂ ਉਹ ਆਉਣਗੇ ਬਾਰੀ, ਫਿਰ ਉਹਨਾਂ ਦਾ ਇੱਕ ਹੋਰ ਅਸੀਂ ਉਹਨਾਂ ਦੇ ਰਿਸਪੌਂਸ ਦੇ ਹਿਸਾਬ ਨਾਲ ਉਹਨਾਂ ਦਾ ਵੀਡੀਓ ਸੋਚਾਂਗੇ। ਆਹ ਹਾਲੇ ਗਾਣਾ ਮਤਲਬ ਇੱਕ ਹਫ਼ਤਾ ਅਸੀਂ ਸੋਚਿਆ ਕਿ ਪੂਰਾ ਪ੍ਰਮੋਟ ਕਰੀਏ ਆਪਣੇ ਲੈਵਲ ਤੇ, ਹਨਾ ਸਾਰਿਆਂ ਨਾਲ ਸ਼ੇਅਰ ਕੀਤਾ, ਪ੍ਰਮੋਸ਼ਨ ਚੱਲ ਰਹੀ ਹੈ ਸਾਰੇ ਪਾਸੇ, ਬਹੁਤ ਵਧੀਆ ਰਿਸਪੌਂਸ ਆ ਰਿਹਾ ਸਾਨੂੰ, ਬੜਾ ਮੈਨੂੰ ਵਧੀਆ ਲੱਗ ਰਿਹਾ ਕਿ ਮਤਲਬ ਜਿੰਨਾ ਕਿ ਮੈਂ ਸੋਚਿਆ ਸੀ ਉਹ ਤੋਂ ਵੱਧ ਕੇ ਹੀ ਆ ਰਿਹਾ ਨਾ। ਔਰ ਮੈਂ ਦੇਖਦੀ ਹਾਂ ਤੁਹਾਡੀਆਂ ਵੀਡੀਓਜ਼, ਜਦੋਂ ਤੁਸੀਂ ਕਿਤੇ ਜਾਂਦੇ ਹੋ ਉਹ ਬਹੁਤ ਸੋਹਣਾ ਵੈਲਕਮ ਕਰਦੇ ਆ ਤੁਹਾਡਾ। ਹਾਂਜੀ, ਉਹ ਮਤਲਬ ਇੱਕ ਰਾਈਜ਼ਿੰਗ ਸਟਾਰ, ਮੈਂ ਤੁਹਾਨੂੰ ਦੱਸਿਆ ਉਹ ਪਲੇਟਫਾਰਮ ਦੇ ਨਾਲ ਤੁਹਾਨੂੰ ਬਹੁਤ ਕੁਝ ਮਿਲਦਾ ਜੀ, ਬਹੁਤ ਕੁਝ ਜੁੜ ਜਾਂਦਾ ਹੈ ਨਾਲ, ਬਹੁਤ ਕੁਝ ਚੀਜ਼ਾਂ ਜੁੜ ਜਾਂਦੀਆਂ, ਤੁਹਾਡੀਆਂ ਪੁਰਾਣੀਆਂ ਚੀਜ਼ਾਂ ਹੀ ਤੁਹਾਨੂੰ ਕੰਮ ਆਉਂਦੀਆਂ। ਹਾਂ ਰਾਈਟ। ਤੇ ਕਈ ਵੇਲੇ ਅਸੀਂ ਉਹ ਨੈਗੇਟਿਵ ਜ਼ਰੂਰ ਸੋਚ ਲੈਂਦੇ ਕਿ ਯਾਰ ਮੈਂ ਏਦਾਂ ਨਹੀਂ ਹੁੰਦਾ, ਉਹ ਵੀ ਜ਼ਰੂਰੀ ਹੈ। ਹਾਂ, ਤੁਹਾਨੂੰ ਮੈਨੂੰ ਲੱਗਦਾ ਕਿ ਟਾਈਮ ਦੇ ਨਾਲ ਬਦਲ ਲੈਣਾ ਚਾਹੀਦਾ ਹਰ ਚੀਜ਼ ਨੂੰ, ਟਾਈਮ ਦੇ ਨਾਲ ਅੰਡਰਸਟੈਂਡ ਕਰ ਲੈਣਾ ਚਾਹੀਦਾ। ਤੁਸੀਂ ਅਗਰ ਤੁਹਾਨੂੰ ਕੋਈ ਨਹੀਂ ਭਾਅ ਦੇ ਰਿਹਾ, ਉਹ ਵੀ ਅੰਡਰਸਟੈਂਡ ਕਰ ਲੈਣਾ ਚਾਹੀਦਾ ਕਿ ਹੁਣ ਇਹ ਵਕਤ ਨਹੀਂ ਹੈ, ਵਕਤ ਤੁਹਾਡੇ ਹੱਕ 'ਚ ਆਊਗਾ। ਮਤਲਬ ਪੋਜ਼ਿਟਿਵ ਲੈ ਕੇ ਚੱਲੋ, ਮਿਹਨਤ ਕਰੋ ਜੀ। ਜਿੰਨਾ ਤੁਸੀਂ ਜਿੱਦਾਂ ਮੈਨੂੰ ਲੱਗਦਾ ਇੰਸਟਾਗ੍ਰਾਮ ਤੇ ਆ ਕੇ ਰੀਲਾਂ ਪਾਈ ਜਾਓ ਚੱਲਣ ਲੱਗ ਜਾਂਦੀਆਂ ਨੇ, ਉਦਾਂ ਹੀ ਹੈ ਕਿ ਤੁਹਾਡਾ ਕੰਟੈਂਟ ਵੀ, ਤੁਸੀਂ ਕੋਈ ਗਾਣਾ ਆ, ਤੁਸੀਂ ਆਪਣੀ ਪੋਜ਼ਿਟਿਵਿਟੀ ਆ, ਤੁਸੀਂ ਪੋਜ਼ਿਟਿਵਿਟੀ ਪਾਈ ਜਾਓ ਜਿੱਥੋਂ ਤੁਹਾਨੂੰ ਲੱਗਦਾ ਕਿ ਆਹ ਮੇਰੀ ਪੋਜ਼ਿਟਿਵਿਟੀ ਆ ਰਹੀ ਆ, ਤੁਹਾਡੇ ਅੰਦਰੋਂ ਆ ਰਹੀ ਆ, ਕੀ ਮਿਲ ਰਿਹਾ, ਪਾਠ ਸੁਣ ਕੇ ਆ ਰਹੀ ਆ, ਸ਼ਬਦ ਸੁਣ ਕੇ ਆ ਰਹੀ ਹੈ, ਗਾਣੇ ਸੁਣ ਕੇ ਆ ਰਹੀ ਹੈ, ਜੋ ਵੀ ਹੈਗਾ ਉਹ ਤੁਸੀਂ ਪਾਈ ਜਾਓ। ਨੈਗੇਟਿਵ ਤਾਂ ਆਉਣਾ ਹੀ ਆਉਣਾ, ਮੈਨੂੰ ਲੱਗਦਾ ਨੈਗੇਟਿਵ ਪੋਜ਼ਿਟਿਵ ਜ਼ਿੰਦਗੀ ਦੇ ਉਸੇ ਸਿੱਕੇ ਦੇ ਪਹਿਲੂ ਨੇ ਦੋ। ਬਸ ਹੁਣ ਇਹੀ ਹੈ ਕਿ ਮੈਂ ਆਹ EP ਕਰਨੀ ਹੈ, EP ਦਾ ਰਿਸਪੌਂਸ ਦੇਖਦੇ ਹਾਂ, ਉਸ ਤੋਂ ਬਾਅਦ ਗਾਣੇ ਤਾਂ ਬਿਲਕੁਲ ਰੈਡੀ ਨੇ, ਸੀਜ਼ਨ ਵਾਈਜ਼ ਰੈਡੀ ਨੇ, ਟ੍ਰੈਂਡਿੰਗ ਵਾਈਜ਼ ਰੈਡੀ ਨੇ ਕਿ ਜਿਹੜੇ ਟ੍ਰੈਂਡ ਚੱਲ ਰਿਹਾ ਉਹਦੇ ਤੇ ਬਹੁਤ ਸਾਰੇ ਪਲਾਨ ਹੈਗੇ ਨੇ ਹੋਰ, ਤੇ ਦੇਖਦੇ ਕੀ ਹੁੰਦਾ। ਲਾਸਟ ਟਾਈਮ ਤੁਸੀਂ ਮੇਰੇ ਨਾਲ ਬਿਸਕਿਟਸ ਵਾਲੇ ਪ੍ਰੈਂਕ ਕੀਤੇ ਸੀ, ਹੁਣ ਇਹ ਬਿਸਕਿਟ ਮੈਂ ਜਦੋਂ ਦੇ ਦੇਖ ਰਹੀ ਹਾਂ ਮੇਰੇ ਮਾਈਂਡ 'ਚ ਕੁਛ ਨਾ ਕੁਛ ਚੱਲ ਰਿਹਾ। ਸੋ ਅੱਜ ਅਸੀਂ ਇੱਕ ਸਿੰਗਰ ਤੋਂ, ਰਾਈਜ਼ਿੰਗ ਸਟਾਰ ਤੋਂ ਗਾਣੇ ਨਹੀਂ ਸੁਣਨੇ, ਬਸ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਤਾਂ ਗਾਣੇ ਸੁਣਨੇ ਆ। ਸੋ ਸੁਰ ਚੈੱਕ ਨਹੀਂ ਹੋਣਗੇ, ਤੁਹਾਡਾ ਟੈਲੈਂਟ ਚੈੱਕ ਹੋਏਗਾ। ਠੀਕ ਹੈ ਜੀ। ਤੁਸੀਂ 4 ਗਾਣੇ ਐਲਬਮਾਂ ਦੇ ਯਾਦ ਹੈ, 2-2 ਲਾਈਨਾਂ? ਹਾਂਜੀ, ਹਾਲੇ ਪਰ ਮੈਂ ਰਿਵੀਲ ਨਹੀਂ ਕਰ ਸਕਦਾ ਦੂਜੇ ਗਾਣੇ। ਠੀਕ ਹੈ, ਤੇ ਕੋਈ ਵੀ 4 ਗਾਣੇ ਤੁਸੀਂ ਗਾਓਗੇ, ਪਹਿਲੇ ਗਾਣੇ 'ਚ ਤੁਸੀਂ 1 ਬਿਸਕਿਟ ਮੂੰਹ 'ਚ ਰੱਖ ਕੇ ਗਾਉਣਾ ਹੈ ਬਿਨਾਂ ਖਾਦੇ, ਦੂਜੇ ਗਾਣੇ 'ਚ 2, ਤੀਜੇ ਗਾਣੇ 'ਚ 3 ਐਂਡ ਦੈਟਸ ਆਲ। ਬਿਸਕੁਟ ਥੋੜੇ ਵੱਡੇ ਆ। ਨਹੀਂ 3 ਤਾਂ ਛੋਟੇ ਹੀ ਆ। ਨਹੀਂ ਆਓ ਨॉर्मल हो जाएगा, ठीक है? सो जस्ट फॉर फन, पहले 1 बिस्किट। खाना नहीं है मुंह च रखो। हाँ गाओ अपने गाना ਸਕੂਨ ਗਾ ਵੇ ਰੁੱਖਾਂ ਦੀਆਂ ਪੱਤਿਆਂ 'ਚ ਤੂੰ ਦਿਸਦਾ, ਮੈਨੂੰ ਛੋਟੇ ਬੱਚਿਆਂ 'ਚ ਤੂੰ ਦਿਸਦਾ, ਵੇ ਸ਼ਾਇਰੀ ਦੀ ਕੀਮਤੀ ਕਿਤਾਬ ਜਿਹਾ ਏ, ਤੂੰ ਕਿੰਨੀ ਕੁੜੀਆਂ ਲਈ ਜੱਟਾ ਖਾਬ ਜਿਹਾ ਏ, ਉਹ ਵੀਕ ਵਿੱਚ ਇੱਕੋ ਦਿਨ ਹੁੰਨਾ ਏ ਫਰੀ, ਵੇ ਦੱਸ ਮੈਨੂੰ ਰੋਜ਼ ਕਿਉਂ ਨਹੀਂ ਮਿਲਦਾ, ਵੇ ਜਦੋਂ ਮੈਨੂੰ ਤੂੰ ਨਹੀਂ ਮਿਲਦਾ,
ਉਦੋਂ ਵੇ ਸਕੂਨ ਨਹੀਂ ਮਿਲਦਾ। ਰਾਈਟ, ਦੂਜਾ ਬਿਸਕਟ, ਦੂਜਾ ਨੋ 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 ਨੋ, ਦੂਜਾ ਬਿਸਕਟ ਇੰਨੀ ਕੈਲੋਰੀਜ਼ ਹੈ। ਯੈਸ, ਆ ਤਾਂ ਦੋ ਤਾਂ ਹੋ ਗਿਆ ਐਡਜਸਟ। ਚਲੋ ਗਾਣਾ ਹੁਣ तुम्हें दिल लगी वो जानी पड़ेगी, मोहब्बत की राहों में आकर तो देखो। क्या बात है। हेलो देखो तीजा बिस्किट। ओके, ये ਹੁਣ ਥੋੜਾ ਮੁਸ਼ਕਿਲ ਹੋ ਜਾਣਾ। खाना नहीं है, नहीं खाना नहीं है, खाना नहीं है। हाँ होगा। ये ਹੁਣ ਹਲ ਵੀ ਨਹੀਂ ਰਹੂ। चलो चलो just try। क्या गाना? मैं प्रेम दा प्याला पी आया, एक पल में सदियां जी आया, सारी मधुशाला पी आया, एक पल में सदियां जी आया, मैं भी आया, मैं भी आया, मैं प्रेम प्याला भी आया, मैं जी आया, ओ रमदा जोगी, ओ रमदा जोगी। लास्ट अब ब्राउन वाला ले लो, छोटा है ब्राउन वाला। हाँ चलो, यस, चौथा गाना। ओके, वेरी टैलेंटेड यू आर। डोंट बाइट, डोंट ड्रिंक। नहीं नहीं खाओ नहीं। दो लाइना। मेरे रश के कमर तूने पहली नजर, जब नजर से मिलाई मजा आ गया। खा के मजा आ गया। ओके, वेल डन। पर मैं एक गल जरूर कह सकती हूँ कि देख लो, चाहे फन भी करते हो, चाहे है ना तुसी गेम्स भी खेडो, पर इंसान दी पसंद, ओदी सोच तो पता लग ही जाती है। सो चारे गाने तुसी बहुत कमाल दे सुनाए ने। सो गल्लां बातां भी हो गईयां, सुकून दियां भी हो गईयां, पागलपन दियां भी हो गईयां, सुपनियां दियां भी हो गईयां, गाने भी सुन ले ते खा पी भी लिया। बट हुण लास्ट एंड लीस्ट गल हुई है ਗਾਣਿਆਂ ਦੀ। ਸੋ ਮੈਂ ਜ਼ਰੂਰ ਜਾਣਨਾ ਚਾਹਾਂਗੀ, 4 ਗਾਣਿਆਂ ਦੀ ਗੱਲ ਤੇ ਅਸੀਂ ਕਰ ਲਈ, ਲੇਕਿਨ ਉਹਨਾਂ ਗਾਣਿਆਂ ਦੀ ਜਰਨੀ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਤੇ ਉਹਨਾਂ ਪਿੱਛੇ ਹੋਰ ਕਿਹੜੇ-ਕਿਹੜੇ ਖਾਸ ਤੁਹਾਡੇ ਜਿਹੜੇ ਨੇ ਨਾਲ ਦੇ ਨੇਗੇ, ਉਹਨਾਂ ਬਾਰੇ ਵੀ ਜਾਣਾਂਗੇ। ਸੋ ਸਕੂਨ ਦੀ ਜਰਨੀ ਮੈਨੂੰ ਲੱਗਦਾ ਕਿ ਇੱਕ ਬੰਦੇ ਤੋਂ ਸ਼ੁਰੂ ਹੁੰਦੀ ਆ। ਮੇਰਾ ਛੋਟਾ ਵੀਰ ਆ ਐਵੀ, ਉਹ ਅਸੀਂ ਸਾਡੀ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਤੇ ਜਿਨ੍ਹਾਂ ਨੇ ਸਾਡੇ ਮਤਲਬ ਸਾਡੀ ਸਾਰੀ ਟੀਮ ਫਿਲਮਸ ਦੇ ਵਿੱਚ ਵੀ ਮਤਲਬ ਕੰਮ ਕਰ ਰਹੀ ਹੈ ਤੇ ਉਹ ਉੱਥੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਤੇ ਉਹ ਵੀਰਾ ਮੈਨੂੰ ਮਿਲਿਆ ਤੇ ਉਹ ਕਹਿੰਦੇ ਨਵਾਂ ਗਾਣਾ ਉਹਨਾਂ ਦੇ ਮੈਨੂੰ ਲੱਗਦਾ ਕਿ ਸ਼ਾਇਦ ਲੇਟੈਸਟ ਗਾਣੇ ਆਏ ਸੀ ਥੋੜੇ, ਤੇ ਉਹਨਾਂ ਨੂੰ ਗਾਣੇ ਸੁਣਾਏ ਕਿ ਏਦਾਂ ਕਿ ਆਹ ਗਾਣੇ ਮੁੰਡਾ ਲਿਖਦਾ। ਤੇ ਮੈਂ ਕਿਹਾ ਆਪਾਂ ਇੱਕ ਵਾਰੀ ਮਿਲਦੇ ਹਾਂ, ਕਿਉਂਕਿ ਅਸੀਂ ਗਾਣੇ ਲੱਭ ਰਹੇ ਸੀ ਆਲਰੇਡੀ। ਤੇ ਮੈਂ ਵੀਰੇ ਨੂੰ ਮਿਲਿਆ, ਬੜਾ ਵਧੀਆ 19-20 ਸਾਲਾਂ ਦਾ ਮੁੰਡਾ ਹੈ ਵੀ, ਹੈ ਨਾ। ਤੇ ਉਹਨੇ ਮੈਨੂੰ ਗਾਣੇ ਸੁਣਾਏ, ਮੈਨੂੰ ਗਾਣੇ ਬਹੁਤ ਵਧੀਆ ਲੱਗੇ। ਮੈਂ ਕਿਹਾ ਵੀਰੇ ਆਪਾਂ ਬਣਾਉਂਦੇ ਹਾਂ, ਕ੍ਰੀਏਟ ਕਰਦੇ ਹਾਂ। ਤੇ ਅਸੀਂ 15-16 ਦਿਨ ਮੈਨੂੰ ਲੱਗਦਾ ਮੈਂ ਉਹਦੇ ਨਾਲ ਰਿਹਾ। ਉਹਨੂੰ ਏਦਾਂ ਉਹਦੇ ਜਿਹੜੇ ਫੇਵਰੇਟ ਗਾਣੇ ਸੀ ਜਿਹੜੇ ਉਹਨੇ ਅੰਦਰ ਰੱਖੇ ਸੀਗੇ, ਮੈਂ ਕਿਹਾ ਵੀਰੇ ਉਹ ਗਾਣੇ ਚਾਹੀਦੇ ਮੈਨੂੰ ਜਿਹੜੇ ਤੇਰੇ ਆਪਣੇ ਫੇਵਰੇਟ ਨੇ, ਹਨਾ। ਉਹ ਗਾਣੇ ਅਸੀਂ ਫਾਈਂਡ ਕੀਤੇ, ਉਹ ਬਣਾਏ ਤੇ ਸਾਰੀ ਰਾਤ ਜਾ ਕੇ। ਤੇ ਆਹ ਸਕੂਨ ਗਾਣਾ ਤੇ ਜੁਗਨੂ ਗਾਣਾ ਚੀਤਾ ਵੀਰੇ ਨੇ ਮਿਊਜ਼ਿਕ ਕੀਤਾ ਤੇ ਐਵੀ ਦੇ ਹੀ ਲਿਖੇ ਹੋਏ ਨੇ। ਪਾਗਲ ਗਾਣਾ ਰੌਕਸੀ ਦਾ ਮਿਊਜ਼ਿਕ ਹੈ ਤੇ ਐਵੀ ਦਾ ਹੀ ਲਿਖਿਆ ਹੋਇਆ। ਤੇ ਝਾਂਜਰਾਂ ਗਾਣਾ ਸ਼ੋਅ ਕਿਡ ਦਾ ਮਿਊਜ਼ਿਕ ਹੈ ਤੇ ਐਵੀ ਦਾ ਹੀ ਲਿਖਿਆ ਹੋਇਆ। ਚਾਰੇ ਗਾਣੇ ਐਵੀ ਦੇ ਨੇ, ਕਿਉਂਕਿ ਮੇਰੀ ਵਾਈਬ ਮਿਲ ਗਈ। ਮੈਂ ਚਾਹੁੰਦਾ ਸੀਗਾ ਕਿ ਇੱਕ ਵਾਈਬ ਮਿਲੀ ਹੋਵੇ ਤੇ ਈਪੀ ਵਿੱਚ ਵੀ ਉਹ ਵਾਈਬ ਆਵੇ, ਕਿਉਂਕਿ ਵਾਈਬ ਦੇ ਜੋੜਨਾ ਬਹੁਤ ਜ਼ਰੂਰੀ ਹੈ। ਤੁਹਾਡੇ ਨਾਲ ਤੁਹਾਡੀ ਟੀਮ ਦਾ ਜੋੜਨਾ ਬਹੁਤ ਜ਼ਰੂਰੀ ਹੈ ਕਿ ਇੱਕ ਵਾਈਬ ਇਕੱਠੀ ਹੋਵੇ ਨਾ ਪੋਜ਼ਿਟਿਵ, ਤਾਂ ਉਹਦਾ ਪੋਜ਼ਿਟਿਵ ਰਿਜ਼ਲਟ ਜਾਂਦਾ, ਚਾਹੇ ਜਿੰਨਾ ਮਰਜ਼ੀ ਹੋਵੇ ਪੋਜ਼ਿਟਿਵ ਰਹਿੰਦਾ। ਤੇ ਸਕੂਨ ਦੀ ਵੀ ਅਸੀਂ ਸਾਰਿਆਂ ਦੇ ਵਿੱਚੋਂ ਸਿਲੈਕਟ ਕੀਤਾ ਰੋਸ਼ਨ ਭਾਜੀ, ਰੋਸ਼ਨ ਪ੍ਰਿੰਸ ਭਾਜੀ, ਮੇਰੇ ਗੁਰ ਭਾਈ ਵੀ ਨੇ, ਤੇ ਉਹ ਹਮੇਸ਼ਾ ਗਾਈਡ ਕਰਦੇ। ਉਹਨਾਂ ਦੀ ਮੂਵੀ ਦਾ ਸ਼ੂਟ ਚੱਲ ਰਿਹਾ ਸੀ ਤੇ ਉਹਨਾਂ ਨੂੰ ਗਾਣੇ ਸੁਣਾਏ। ਸਾਡੀ ਸਾਰੀ ਟੀਮ ਬੈਠੀ ਇਵੋਲਵ ਮਿਊਜ਼ਿਕ ਹੈ ਨਾ, ਨਵਾਂ ਸਾਰੀ ਜਰਨੀ ਸਟਾਰਟ ਕੀਤੀ। ਤੇ ਉਹਨਾਂ ਨੇ ਇਹ ਕਿਹਾ ਕਿ ਸਕੂਨ ਦੀ ਵੀਡੀਓ ਕਰੋ, ਕਿਉਂਕਿ ਮੈਨੂੰ ਵੀ ਪਰਸਨਲੀ ਬਹੁਤ ਪਸੰਦ ਆ, ਹੈ ਨਾ। ਤੇ ਸਾਰੇ ਬਾਕੀ ਵੀ ਸਾਰੇ ਆਪਣੇ ਸਰਕਲ ਦਾ, ਆਪਣੇ ਯਾਰਾਂ ਦੋਸਤਾਂ ਦਾ, ਆਪਣੀ ਫੈਮਿਲੀ ਦਾ ਸਾਰਾ ਰਿਵਰਟ ਲੈ ਕੇ ਕਿ ਹਾਂਜੀ ਆਪਾਂ ਸਕੂਨ ਦੀ ਵੀਡੀਓ ਕਰਨ ਲੱਗੇ। ਤੇ ਉਹ ਸਾਰਾ ਫਿਰ ਅਸੀਂ ਬਿਗ ਮਾਫੀਆ ਇੱਕ ਟੀਮ ਹੈ, ਬਹੁਤ ਵਧੀਆ ਕੰਮ ਕਰਦੀ ਹੈ, ਤੇ ਉਹਨਾਂ ਨੇ ਸਾਰਾ ਕਨਸੈਪਟ ਬਣਾਇਆ ਜਾਂ ਕੁਝ ਵੀ ਹੋਇਆ ਨਾ, ਤੇ ਗੋਆ ਸ਼ੂਟ ਕੀਤਾ ਸਾਰਾ ਅਸੀਂ। ਉਹ ਵੀ ਮਤਲਬ ਏਦਾਂ ਹੋਇਆ, ਤੁਸੀਂ ਸੋਚੋ ਅੱਜ ਅਸੀਂ ਮੀਟਿੰਗ ਕੀਤੀ ਹੈ ਤੇ ਕੱਲ ਨੂੰ ਉਹਨੂੰ ਕਿਹਾ ਕਿ ਤੁਸੀਂ ਗੋਆ ਨਿਕਲੋ, ਤੇ ਉਹ ਗੋਆ ਸ਼ੂਟ ਕਰਨ ਚੱਲ ਗਿਆ। ਅੱਛਾ, ਮਤਲਬ ਗਾਣੇ ਦੀ ਸ਼ੂਟਿੰਗ ਕਰਦੇ ਕਰਦੇ ਗੋਆ ਘੁੰਮਿਆ ਜਾਂ ਗੋਆ ਘੁੰਮਦੇ ਘੁੰਮਦੇ ਗਾਣਾ ਸ਼ੂਟ ਹੋ ਗਿਆ? ਮੈਂ ਤਾਂ ਜੀ ਗੋਆ ਘੁੰਮਿਆ, ਮਤਲਬ ਪਹਿਲੀ ਵਾਰ। ਮੈਂ ਪਿਛਲੀ ਵਾਰ ਵੀ ਗਿਆ ਸੀ, ਇੱਕ ਵਾਰੀ ਸ਼ੋਅ ਲਾਉਣ ਗਿਆ ਸੀ, 3 ਵਜੇ ਪਹੁੰਚੇ, 4 ਵਜੇ ਸਟੇਜ ਤੇ
5 ਵਜੇ ਸ਼ੋਅ ਸੀਗਾ, 5 ਵਜੇ ਸ਼ੋਅ ਕਰਕੇ 7 ਵਜੇ ਤੇ 9 ਵਜੇ ਦੀ ਫਲਾਈਟ ਸੀ ਵੱਖਰੀ। ਉਹ ਤਾਂ ਕਦੇ ਹੀ ਜਾਣਾ ਤੇ ਕਾਹਦਾ ਹੀ ਜਾਣਾ ਹੋਇਆ। ਮੈਂ ਪਿਛਲੀ ਵਾਰ ਮੈਂ ਕਿਹਾ ਸੀ ਮੈਂ ਗੋਆ ਘੁੰਮਿਆ ਨਹੀਂ, ਇਸ ਵਾਰ ਅਸੀਂ ਨਾ ਸਪੈਸ਼ਲੀ ਇੱਕ ਦਿਨ ਪਹਿਲਾਂ ਗੋਆ ਵੀ ਦੇਖਿਆ, ਲੋਕੇਸ਼ਨਾਂ ਵੀ ਦੇਖੀਆਂ, ਸਾਰਾ ਕੁਝ ਸਾਰੀ ਲੋਕੇਸ਼ਨ ਮਤਲਬ ਜਿੱਥੇ ਜਿੱਥੇ ਸ਼ੂਟ ਕੀਤਾ, ਕਿਉਂਕਿ ਸਾਰਾ ਘੁੰਮ ਹੋ ਜਾਂਦਾ ਲੋਕੇਸ਼ਨ ਦੇ ਵਿੱਚ ਜੀ। ਤੇ ਬਹੁਤ ਵਧੀਆ ਸ਼ੂਟ ਹੋਇਆ ਸਾਰਾ ਕੁਝ ਹੈ ਨਾ। ਤੇ ਨਾਲ ਹੀ ਤੁਸੀਂ ਸੋਚੋ ਅਸੀਂ ਹਾਲੇ ਜਾ ਕੇ ਸ਼ੂਟ ਕੀਤਾ ਤੇ ਮੈਂ ਆਇਆ ਤੇ ਮੇਰੇ ਕੋਲ ਹੀ ਸੀਗਾ ਡਾਟਾ ਸਾਰਾ, ਆ ਕੇ ਮੈਂ ਐਡੀਟਰ ਨੂੰ ਦਿੱਤਾ, ਦੂਜੇ ਦਿਨ ਸਾਨੂੰ ਫਸਟ ਕੱਟ ਮਿਲ ਗਿਆ ਸੀ। ਨਾਈਸ। ਇੰਨਾ ਮਤਲਬ ਫਾਸਟ ਕੰਮ। ਜਦੋਂ ਮੈਂ ਤੁਹਾਨੂੰ ਦੱਸਿਆ ਜਦੋਂ ਤਾਂ ਪਲੈਨਿੰਗ ਚੱਲਦੀ ਹੁੰਦੀ, ਪਲੈਨਿੰਗ ਚੱਲਦੀ ਰਹਿੰਦੀ, ਜੇ ਹੋਣਾ ਹੋਵੇ ਨਾ ਕੰਮ 1-2 ਦਿਨ ਚ ਇਦਾਂ ਹੋ ਜਾਂਦਾ। ਤੇ ਇਹ ਹਫਤੇ ਦਾ ਪਲਾਨ ਸੀ ਸਾਰਾ। ਈਪੀ ਦੀ ਪ੍ਰਮੋਸ਼ਨ ਤੋਂ ਲੈ ਕੇ ਸਾਰਾ ਕੁਝ ਮਤਲਬ ਇੱਕ ਹਫਤੇ ਵਿੱਚ ਵੀਡੀਓ ਕੀਤਾ, ਸਾਰਾ ਕੁਝ ਡਨ ਕਰਕੇ ਅਸੀਂ ਰਿਲੀਜ਼ ਕਰ ਦਿੱਤਾ। ਵਾਓ, ਇਦਾਂ ਸੀ। ਓਕੇ। ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ। ਮੈਂ ਇਹੀ ਕਹੂੰਗਾ ਸਾਰੀ ਆਡੀਅנס ਨੂੰ ਕਿ ਇੱਕ ਵਾਰ ਜ਼ਰੂਰ ਸੁਣਿਓ ਤੇ ਸਾਨੂੰ ਜ਼ਰੂਰ ਦੱਸਿਓ ਕਮੈਂਟ ਵਿੱਚ ਕਿ ਕਿਵੇਂ ਲੱਗਾ ਗਾਣਾ। ਜੀ ਬਿਲਕੁਲ। ਸੋ ਜਿਵੇਂ ਜਿਵੇਂ ਸੁਣਦੇ ਜਾਓਗੇ ਉਵੇਂ ਉਵੇਂ ਸ਼ੇਅਰ ਕਰਦੇ ਜਾਈਓ, ਕਿਉਂਕਿ ਅੱਗੇ ਤੋਂ ਅੱਗੇ ਅੱਛੇ ਕੰਮ ਨੂੰ ਲੈ ਕੇ ਜਾਣਾ ਸਾਡਾ ਫਰਜ਼ ਵੀ ਨਾਲ ਹੀ ਬਣਦਾ ਹੈ ਨਾ। ਔਰ ਵੈਸੇ ਵੀ ਤੁਹਾਡੇ ਸਾਥ ਤੇ ਪਿਆਰ ਤੋਂ ਬਿਨਾਂ ਕਦੇ ਕੁਝ ਹੋ ਵੀ ਨਹੀਂ ਪਾਇਆ ਤੇ ਹੋ ਪਾਣਾ ਵੀ ਨਹੀਂ ਹੈ। ਸਹੀ ਹੈ। ਸੋ ਕਲਾਕਾਰ ਤੁਹਾਡੇ ਨਾਲ ਹੈ, ਸਿਨੇਮਾ ਤੁਹਾਡੇ ਨਾਲ ਹੈ, ਇੰਡਸਟਰੀ ਤੁਹਾਡੇ ਨਾਲ ਹੈ, ਔਰ ਤੁਸੀਂ ਉਹਨਾਂ ਦਾ ਨਾਲ ਤੇ ਸਾਥ ਬਣ ਕੇ ਹਮੇਸ਼ਾ ਉਸ ਦਾ ਮਿਆਰ ਉੱਪਰ ਕਰਨਾ ਹੈ। ਸੋ ਅੱਜ ਦੀ ਖਾਸ ਗੱਲਬਾਤ ਸੀਗੀ ਬੈਨਟ ਦੋਸਾਂਝ ਦੇ ਨਾਲ। ਰਾਈਜ਼ਿੰਗ ਸਟਾਰ ਨੇ, ਮਿਹਨਤ ਕਰ ਰਹੇ ਨੇ ਔਰ ਅੱਗੇ ਵੱਧ ਰਹੇ ਨੇ। ਜ਼ਿੰਦਗੀ 'ਚ ਇੱਕ ਵਾਰ ਸਾਬਿਤ ਕਰ ਚੁੱਕੇ ਨੇ ਕਿ ਹਾਰ ਕੇ ਜਿੱਤਨੇ ਵਾਲੇ ਕੋ ਬਾਜ਼ੀਗਰ ਕਹਿੰਦੇ ਆ। ਬਾਕੀ ਦੀ ਜਰਨੀ ਦੇ ਵਿੱਚ ਤੁਹਾਡਾ ਪਿਆਰ ਤੇ ਤੁਹਾਡਾ ਸਾਥ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।